आता हूँ तो की कर सकते हैं। Good morning to everybody. Good morning. Good morning. Good morning, sir. Good morning. Good morning. Very good morning. Very good morning. Good morning. Good morning, Ramji. Today we will discuss paper number. Sir, good morning, ji. Good morning, ji. Good morning. Good morning, Kudeep Singh. Paper number 6 NAPSLR examination. Paper number 6 Civil Procedure Code. ਅਸੀਂ ਪੜਿਆ ਸੀਗਾ ਆਰਡਰ ਨੰਬਰ 21 ਤੋਂ ਅੱਗੇ ਫਰਦਰ ਅੱਜ ਅਸੀਂ ਡਿਸਕਸ ਕਰਾਂਗੇ ਆਰਡਰ ਨੰਬਰ 22 ਡੈਥ ਮੈਰਿਜ ਐਂਡ ਇਨਸੋਲਵੈਂਸੀ ਆਫ ਦਾ ਪਾਰਟੀਜ਼। ਵੈਰੀ ਸਿੰਪਲ, ਤੁਹਾਨੂੰ ਸਾਰਿਆਂ ਨੂੰ ਪਤਾ ਇਸ ਬਾਰੇ, ਕੋਈ ਜ਼ਿਆਦਾ ਨਹੀਂ ਹੈਗਾ ਔਖਾ। ਕਿਸੇ ਕੇਸ ਚੱਲਦੇ ਦੌਰਾਨ ਕਿਸੇ ਪਾਰਟੀ ਦੀ ਡੈਥ ਹੋ ਜਾਂਦੀ ਹੈ ਜਾਂ ਕੋਈ ਲੜਕੀ ਹੈਗੀ ਹੈ ਉਹਦੀ ਮੈਰਿਜ ਹੋ ਜਾਂਦੀ ਹੈ ਜਾਂ ਕੋਈ ਬੰਦਾ ਦਿਵਾਲੀਆ ਘੋਸ਼ਿਤ ਹੋ ਜਾਂਦਾ, ਇਨਸੋਲਵੈਂਟ ਹੋ ਜਾਂਦਾ, ਤਾਂ ਕੀ ਹੁੰਦਾ ਉਹਦੇ 'ਚ ਕੀ ਕਿਹਾ ਗਿਆ ਇਸ ਆਰਡਰ ਦੇ ਵਿੱਚ ਜਿਹੜਾ ਸੂਟ ਹੈਗਾ ਉਹ ਬੰਦ ਨਹੀਂ ਹੋਏਗਾ। ਜਿਹੜੇ ਲੀਗਲ ਹੇਅਰਸ ਨੇ, ਜੇ ਕਿਸੇ ਦੀ ਡੈਥ ਹੋ ਜਾਂਦੀ ਹੈ ਤਾਂ ਜਿਹੜੇ ਉਹਦੇ ਲੀਗਲ ਹੇਅਰਸ ਨੇ ਉਹਦੇ ਵਾਰਸ ਬਣਾ ਲਏ ਜਾਂਦੇ ਆ। ਜੇ ਪਲੈਂਟਿਫ ਹੋਏ ਤਾਂ ਪਲੈਂਟਿਫ ਦੇ ਵਾਰਸ ਬਣ ਜਾਣਗੇ, ਡਿਫੈਂਡੈਂਟ ਹੋਵੇ ਤਾਂ ਡਿਫੈਂਡੈਂਟ ਦੇ ਵਾਰਸ ਬਣ ਜਾਣਗੇ। ਠੀਕ ਹੈ, ਔਨ ਦਾ ਡੈਥ। ਕਿੰਨੇ ਨੰਬਰ ਤੋਂ ਜੀ? ਇਹ ਆਰਡਰ ਨੰਬਰ 22, ਆਰਡਰ ਨੰਬਰ 22, ਆਰਡਰ ਨੰਬਰ 21 ਤੱਕ ਅਸੀਂ ਪੜ੍ਹ ਚੁੱਕੇ ਸੀ ਪਹਿਲਾਂ। ਆਰਡਰ ਨੰਬਰ 20 ਤੋਂ ਵੀ ਆਰ ਸਟਾਰਟਿੰਗ। ਕਿਸੇ ਲੜਕੀ ਹੈ ਉਹਦੀ ਮੈਰਿਜ ਹੋ ਜਾਂਦੀ ਹੈ, ਉਹਦੇ ਵੱਲੋਂ ਕੋਈ ਸੂਟ ਫਾਈਲ ਕੀਤਾ ਗਿਆ ਜਾਂ ਉਹਦੇ ਨਾਮ ਤੇ ਕੋਈ ਸੂਟ ਫਾਈਲ ਕੀਤਾ ਗਿਆ ਤਾਂ ਸੂਟ ਬੰਦ ਨਹੀਂ ਹੋ ਜਾਂਦਾ। ਠੀਕ ਹੈ, ਉਹਦੇ ਬਿਹਾਫ ਤੇ ਜਿਹੜਾ ਕੋਈ ਬੰਦਾ ਉਸਨੂੰ ਰਿਪਰੈਜ਼ੈਂਟ ਕਰੇਗਾ, ਠੀਕ ਹੈ, ਉਹਦਾ ਕੋਈ ਰਿਲੇਟਿਵ ਜਾਂ ਉਹਦਾ ਕੋਈ ਭੈਣ ਭਰਾ ਜਿਹੜਾ ਵੀ ਉਸਨੂੰ ਉਹਦੇ ਬਿਹਾਫ ਤੇ ਡਿਫੈਂਡ ਕਰੇਗਾ ਉਹ ਪਾਰਟੀ ਬਣ ਸਕਦਾ ਜਾਂ ਡਿਫੈਂਡੈਂਟ ਬਣ ਸਕਦਾ ਹੈ। ਇਸ ਤਰ੍ਹਾਂ ਇਨਸੋਲਵੈਂਸੀ, ਜੇ ਕੋਈ ਬੰਦਾ ਦਿਵਾਲੀਆ ਘੋਸ਼ਿਤ ਹੋ ਜਾਂਦਾ ਹੈ ਤਾਂ ਉਹਦੇ ਨਾਲ ਵੀ ਜਿਹੜਾ ਹੈਗਾ ਸੂਟ ਬੰਦ ਨਹੀਂ ਹੋ ਜਾਂਦਾ। ਉਹਦੇ ਬਿਹਾਫ ਤੇ ਜਿਹੜੇ ਵੀ ਕੋਈ ਕਲੇਮਿੰਗ ਹੁੰਦੇ ਨੇ, ਕਲੇਮ ਕਰਨ ਵਾਲੇ ਹੁੰਦੇ ਨੇ, ਉਹ ਪਾਰਟੀ ਬਣ ਸਕਦੇ ਆ ਐਜ਼ ਏ ਪਲੈਂਟਿਫ ਔਰ ਐਜ਼ ਏ ਡਿਫੈਂਡੈਂਟ। ਡੈਥ ਆਫ ਵਨ ਆਫ ਦਾ ਅੱਗੇ ਨੰਬਰ 4 ਰੂਲ ਨੰਬਰ 4 ਹੈਗਾ ਪ੍ਰੋਸੀਜਰ ਇਨ ਕੇਸ ਆਫ ਡੈਥ ਵਨ ਆਫ ਸੈਵਰਲ ਡਿਫੈਂਡੈਂਟਸ ਔਰ ਦਾ ਸੋਲ ਡਿਫੈਂਡੈਂਟਸ। ਜਿੱਥੇ ਕਹਿੰਦਾ ਕਿਤੇ ਡੈਥ ਹੋ ਜਾਂਦੀ, ਕਿਸੇ ਜੇ ਡਿਫੈਂਡੈਂਟ ਜ਼ਿਆਦਾ ਹੈਗੇ ਆ, ਇੱਕ ਅੱਧੇ ਦੇ ਵਿੱਚੋਂ ਡੈਥ ਹੋ ਜਾਂਦੀ ਹੈ ਜਾਂ ਸਾਰੇ ਡਿਫੈਂਡੈਂਟ ਦੀ ਡੈਥ ਹੋ ਜਾਂਦੀ ਹੈ, ਤਾਂ ਕੋਰਟ ਔਨ ਐਨ ਐਪਲੀਕੇਸ਼ਨ ਮੇਡ ਇਨ ਦਿਸ ਬਿਹਾਫ ਸ਼ੈਲ ਕਾਜ਼ ਦਾ ਲੀਗਲ ਰਿਪਰੈਜ਼ੈਂਟੇਟਿਵ, ਤਾਂ ਉਹਦੇ ਜਿਹੜੇ LRs ਹੁੰਦੇ ਆ ਉਹਨਾਂ ਨੂੰ ਪਾਰਟੀ ਬਣਾ ਲਿਆ ਜਾਂਦਾ ਐਜ਼ ਏ ਡਿਫੈਂਡੈਂਟ। ਜੇ ਕਿਤੇ ਕੋਈ ਵਾਰਸ ਨਹੀਂ ਹੈਗਾ ਤਾਂ ਜਿਹੜਾ ਸੂਟ ਹੈਗਾ ਉਹ ਫਾਰ ਦਾ ਟਾਈਮਿੰਗ ਨੋ ਐਪਲੀਕੇਸ਼ਨ ਇਜ਼ ਮੇਡ। ਜੇ ਕੋਈ ਅਰਜੀ ਨਾ ਦਿੱਤੀ ਗਈ ਹੋਵੇ ਵਾਰਸ ਬਣਨ ਦੀ ਖਾਤਰ, ਜੇ ਵਾਰਸ ਬਣਨ ਦੀ ਖਾਤਰ ਕੋਈ ਅਰਜੀ ਨਾ ਦਿੱਤੀ ਗਈ ਹੋਵੇ ਤਾਂ ਜਿਹੜਾ ਸੂਟ ਹੈਗਾ ਉਹ ਬੰਦ ਹੋ ਜਾਂਦਾ ਹੈ। ਸਰ ਦੁਬਾਰਾ ਦੱਸਿਓ। ਹਾਂਜੀ, ਜਿੱਥੇ ਕਿਸੇ ਪਾਰਟੀ ਦੀ ਡੈਥ ਹੋ ਜਾਂਦੀ ਹੈ, ਜੇ ਕਿਤੇ ਡਿਫੈਂਡੈਂਟ ਦੀ ਡੈਥ ਹੋ ਜਾਂਦੀ ਹੈ ਜਾਂ ਸਾਰੇ ਡਿਫੈਂਡੈਂਟ ਦੀ ਡੈਥ ਹੋ ਜਾਂਦੀ ਹੈ, ਠੀਕ ਹੈ, ਤਾਂ ਉਸ ਦੇ ਬਿਹਾਫ ਤੇ ਡਿਫੈਂਡੈਂਟ ਦੇ ਬੇਸਿਸ ਤੇ ਕੋਈ ਪਾਰਟੀ ਜਿਹੜੀ ਹੈਗੀ ਉਹਦੇ ਕੋਈ ਲੀਗਲ ਹੇਅਰਸ ਹੈਗੇ ਨੇ, ਉਹ ਪਾਰਟੀ ਬਣਨ ਲਈ ਅਰਜੀ ਦਿੰਦੇ ਨੇ ਵੀ ਅਸੀਂ ਉਹਦੇ ਰਿਪਰੈਜ਼ੈਂਟ ਹਾਂ, ਅਸੀਂ ਇਸ ਕੇਸ ਨੂੰ ਡਿਫੈਂਡ ਕਰਾਂਗੇ। ਐਨੀ ਪਰਸਨ ਸੋ ਮੇਡ ਪਾਰਟੀ ਮੇਕ ਐਨ ਡਿਫੈਂਸ ਐਪਰੋਪਰੀਏਟ। ਠੀਕ ਹੈ, ਵੇਅਰ ਵਿਦਿਨ ਦਾ ਟਾਈਮ ਲਿਮਿਟਡ ਬਾਈ ਦਾ ਲਾਅ। ਜਦੋਂ ਕੋਈ ਸਮਾਂ ਜਿਹੜਾ ਨਿਸ਼ਚਿਤ ਕੀਤਾ ਗਿਆ ਪਾਰਟੀ ਬਣਨ ਦੀ ਖਾਤਰ, ਜੋ ਉਸ ਸਮੇਂ ਨਿਸ਼ਚਿਤ ਸਮੇਂ ਦੇ ਅੰਦਰ ਕੋਈ ਅਰਜੀ ਨਾ ਦਿੰਦਾ ਹੈਗਾ, ਠੀਕ ਹੈ, ਸੂਟ ਸ਼ੈਲ ਅਬੇਟ ਐਜ਼ ਅਗੇਂਸਟ ਦਾ ਡਿਸੀਜ਼ਡ ਡਿਫੈਂਡੈਂਟ। ਅਬੇਟ ਦਾ ਮਤਲਬ ਹੈ ਖਤਮ ਹੋ ਜਾਂਦਾ ਸੂਟ ਉਸ ਡਿਫੈਂਡੈਂਟ ਦੇ ਖਿਲਾਫ ਜਿਹਦੀ ਡੈਥ ਹੋ ਜਾਂਦੀ ਹੈ। ਜੇ ਕੋਈ ਪਾਰਟੀ ਨਹੀਂ ਮੰਨਦਾ ਤਾਂ ਉਹਦੇ ਅਗੇਂਸਟ ਜਿਹੜਾ ਸੂਟ ਹੈ ਉਹ ਨਹੀਂ ਚੱਲਦਾ, ਬਾਕੀ ਡਿਫੈਂਡੈਂਟ ਦੇ ਅਗੇਂਸਟ ਸੂਟ ਜਿਹੜਾ ਚੱਲਦਾ ਰਹਿੰਦਾ ਹੈ। ਪ੍ਰੋਸੀਜਰ ਵੇਅਰ ਦੇਅਰ ਇਜ਼ ਨੋ ਲੀਗਲ ਰਿਪਰੈਜ਼ੈਂਟੇਟਿਵ, ਜਿੱਥੇ ਕਿਤੇ ਕੋਈ ਬੰਦੇ ਦੀ ਡੈਥ ਹੋ ਜਾਂਦੀ ਹੈ ਤਾਂ ਉਹਦਾ ਕੋਈ LR ਨਹੀਂ ਹੈਗਾ, ਤਾਂ ਕੋਰਟ ਮੇ ਔਨ ਦਾ ਐਪਲੀਕੇਸ਼ਨ ਆਫ ਐਨੀ ਪਾਰਟੀ ਟੂ ਦਾ ਸੂਟ proceed in the absence of the person representing the state or the deceased person or may by order appoint the administrator general। ਜਿਹੜੀ ਕੋਰਟ ਹੈਗੀ ਹੈ ਉਹ ਆਪਦੇ ਪੱਧਰ ਤੇ ਕੋਈ ਐਡਮਿਨਿਸਟ੍ਰੇਟਰ ਜਨਰਲ ਵੀ ਉਸ ਕੇਸ ਦੀ ਪੈਰਵਾਈ ਦੇ ਲਈ ਕੋਰਟ ਕਿਸੇ ਵਿਅਕਤੀ ਨੂੰ ਨਿਯੁਕਤ ਕਰ ਸਕਦੀ ਹੈ, ਕਿਸੇ ਵਕੀਲ ਨੂੰ ਨਿਯੁਕਤ ਕਰ ਸਕਦੀ ਹੈ। ਜਿੱਥੇ ਕਿਤੇ ਇਹ ਕੁਐਸਚਨ ਅਰਾਈਜ਼ ਹੋ ਜਾਵੇ ਵੀ ਦਾ ਲੀਗਲ LR ਹੈ ਕੌਣ ਹੈ, ਤਾਂ ਕੋਰਟ ਡਿਸਾਈਡ ਕਰੇਗੀ। It will be the question shall be determined by the court who is the legal heirs or not. No abatement by reason of death after hearing। ਜਦੋਂ ਕਿਸੇ ਕੇਸ ਦੀ ਹੀਅਰਿੰਗ ਹੋ ਜਾਂਦੀ ਹੈ ਉਸ ਤੋਂ ਬਾਅਦ ਹੀਅਰਿੰਗ ਤੋਂ ਬਾਅਦ ਜਦੋਂ ਆਪਦਾ ਓਪਰਚੁਨਿਟੀ ਸਾਰੀ ਪਾਰਟੀਆਂ ਲੈ ਚੁੱਕੀਆਂ ਹੁੰਦੀਆਂ ਨੇ, ਆਪਦਾ ਜਵਾਬ ਦਾਵਾ ਦੇ ਚੁੱਕੇ ਹੁੰਦੇ ਨੇ, ਰਿਪਲਾਈ ਦੇ ਚੁੱਕੇ ਹੁੰਦੇ ਆ,
ठीक है। सारा सारा केस की जी कार्रवाई है वो फाइनल हो चुकी होंगी है। फिर किसी पार्टी की डेथ हो जाती है तो जो केस है वो बंद नहीं होता, वो जो केस है वह फैसला सुनाया जाता है कोर्ट वालों। सूट नॉट अबेट बाय द मैरिज ऑफ ए फीमेल पार्टी, जो कोई फीमेल पार्टी हैगी आ ਉਹਦੀ ਡੈਥ ਉਹਦੀ ਮੈਰਿਜ ਹੋ ਜਾਂਦੀ ਹੈ ਤਾਂ ਉਹਦਾ ਜਿਹੜਾ ਕਲੇਮੈਂਟ ਹੈਗਾ ਉਹ ਆ ਕੇ ਅਰਜੀ ਦੇ ਕੇ ਪਾਰਟੀ ਬਣ ਸਕਦਾ ਹੈ, ਤਾਂ ਪਰ ਸੂਟ ਹੈ ਜਿਹੜਾ ਉਹ ਇਹ ਨਹੀਂ ਹੈ ਵੀ ਜ਼ਰੂਰ ਬੰਦ ਹੋ ਜਾਏਗਾ। ਸਰ ਇੱਕ ਸਾਈਡ ਅਸੀਂ ਕੀ ਪੜ੍ਹ ਰਹੇ ਹਾਂ? ਅੱਜ ਪੜ੍ਹਾਂਗੇ ਆਪਾਂ ਸੀਪੀਸੀ, ਹਾਂਜੀ ਸਰ। ਸਿਵਲ ਪ੍ਰੋਸੀਜਰ ਕੋਡ, ਆਰਡਰ ਨੰਬਰ 22, ਆਰਡਰ ਨੰबर 22। ਠੀਕ ਹੈ ਸਰ। ਜੇਲ੍ਹ ਜੱਜ ਸਰ ਆਪਣੇ ਆਪ ਨਾ ਆਉਣ ਤਾਂ ਕੋਰਟ ਫੈਸਲਾ ਕਰ ਦੇਗੀ। ਜੇ ਉਹਨੂੰ ਕੋਈ ਡਿਫੈਂਡ ਨਾ ਕਰੇ ਤਾਂ ਉਹਦੇ ਖਿਲਾਫ ਫੈਸਲਾ ਨਹੀਂ ਹੋਏਗਾ, ਤਾਂ ਉਹਦੇ ਅਗੇਂਸਟ ਜਿਹੜਾ ਸੂਟ ਹੈ ਉਹ ਹੋ ਜਾਏਗਾ, ਅਵੇਟ ਹੋ ਜਾਏਗਾ। ਉਸ ਡਿਫੈਂਡੈਂਟ ਦੇ ਅਗੇਂਸਟ ਜਿਹੜਾ ਸੂਟ ਹੈ ਅਵੇਟ ਹੋ ਜਾਏਗਾ, ਯਾਨੀ ਕਿ ਉਹਦੇ ਅਗੇਂਸਟ ਜਿਹੜੀ ਕਾਰਵਾਈ ਹੈ ਨਹੀਂ ਹੋਏਗੀ। ਨੈਕਸਟ ਹੈ ਆਰਡਰ ਨੰਬਰ 23, ਕੰਪਰੋਮਾਈਜ਼ ਡਿਕਰੀ। ਜਦੋਂ ਕੋਈ ਪਾਰਟੀਆਂ ਦਾ ਸੂਟ ਚੱਲ ਰਿਹਾ ਹੁੰਦਾ ਆਪਸ ਦੇ ਵਿੱਚ, ਠੀਕ ਹੈ, ਵਿਦਡਰਾ ਐਂਡ ਐਡਜਸਟਮੈਂਟ, ਉੱਥੇ ਪਾਰਟੀਆਂ ਕੀ ਕਰਦੀਆਂ ਨੇ, ਆਪਦਾ ਕੋਈ ਐਗਰੀਮੈਂਟ, ਕੋਈ ਕੰਪਰੋਮਾਈਜ਼ ਡੀਡ ਬਣਾ ਕੇ ਦਿੰਦੀਆਂ। ਜਿਵੇਂ ਅਕਸਰ ਤੁਹਾਡੇ ਕੋਲ ਆਉਂਦੇ ਰਹਿੰਦੇ ਨੇ, ਅਕਸਰ ਇਹ ਆਪਣੇ ਕੋਲ ਆਉਂਦੇ ਜਦੋਂ ਪਾਰਟੀਆਂ ਦਾ ਡਿਸਪਿਊਟ ਚੱਲਦਾ ਰਹਿੰਦਾ, ਲੰਮੇ ਸਮਾਂ ਡਿਸਪਿਊਟ ਚੱਲਦਾ ਰਹਿੰਦਾ, ਉਸ ਤੋਂ ਬਾਅਦ ਕੀ ਹੈ ਪਾਰਟੀ ਕਿਸੇ ਕੰਸੈਂਸਸ ਤੇ ਕਿਸੇ ਮੀਡੀਏਟਰ ਦੀ ਉਹਦੇ ਨਾਲ ਹੈਲਪ ਦੇ ਨਾਲ ਕਿਸੇ ਸਿੱਟੇ ਤੇ ਪਹੁੰਚਦੀਆਂ ਨੇ, ਫਿਰ ਉਹ ਆਪਣਾ ਕੰਪਰੋਮਾਈਜ਼ ਕਰ ਲੈਂਦੀਆਂ ਨੇ। ਜਿਹੜਾ ਕੰਪਰੋਮਾਈਜ਼ ਹੁੰਦਾ ਉਹ ਕੋਰਟ ਦੇ ਵਿੱਚ ਉਸ ਕੰਪਰੋਮਾਈਜ਼ ਦੇ ਮੁਤਾਬਕ ਜਿਹੜਾ ਹੈਗਾ ਸਟੇਟਮੈਂਟ ਹੋ ਜਾਂਦੀ ਹੈ ਵੀ ਜਿਹੜਾ ਸਾਡਾ ਕੰਪਰੋਮਾਈਜ਼ ਹੈਗਾ ਇਸ ਨੂੰ ਹੀ ਕਨਫਰਮ ਕੀਤਾ ਜਾਵੇ, ਕਿ ਕੋਰਟ ਵੱਲੋਂ ਕੀ ਹੈਗਾ ਆਰਡਰ ਕਰ ਦਿੱਤਾ ਜਾਂਦਾ ਹੈ, ਸੂਟ ਇਜ਼ ਡਿਕਰੀਡ ਐਜ਼ ਪਰ ਦਾ ਕੰਪਰੋਮਾਈਜ਼। ਜਿਹੜਾ ਕੰਪਰੋਮਾਈਜ਼ ਹੁੰਦਾ ਉਹ ਉਸ ਡਿਗਰੀ ਦਾ ਜਿਹੜਾ ਪਾਰਟ ਬਣ ਜਾਂਦਾ ਹੈ, ਜਿਹਦੇ ਬੇਸ ਤੇ ਜਿਹੜੀ ਪੜ੍ਹਾ ਰਹੇ ਹੋ ਜੀ ਸਿਵਲ ਪ੍ਰੋਸੀਜਰ ਕੋਡ ਪੜ੍ਹ ਰਹੇ ਹਾਂ ਜੀ ਆਪਾਂ, ਸੀਪੀਸੀ ਆਰਡਰ ਨੰਬਰ 23 ਤੇ ਆ ਜਾਓ। ਥੈਂਕ ਯੂ ਸਰ। ਹਾਂਜੀ ਹਾਂਜੀ, ਵਿਨੋਦ ਹੈ ਪੈਨ ਟ੍ਰਾਂਸਪੋਜੀਸ਼ਨ। ਹਾਂਜੀ ਹਾਂਜੀ ਸਰ ਠੀਕ ਹੈ ਹਾਂ ਹਾਂ, ਕੰਪਰੋਮਾਈਜ਼ ਸੂਟ ਲਿਮਿਟੇਸ਼ਨ ਲਾ ਨਾਟ ਅਫੈਕਟਡ ਬਾय ਦਾ ਫਸਟ ਸੂਟ। ਕੰਪਰੋਮਾਈਜ਼ ਸੂਟ ਕੀ ਹੁੰਦਾ ਹੈ? ਕੰਪਰੋਮਾਈਜ਼ ਸੂਟ ਇਹੀ ਹੈ, ਹੋਰ ਕੁਝ ਨਹੀਂ ਇਹਦੇ ਵਿੱਚ ਹੈਗਾ ਫालतू ਗੱਲ। ਜਦੋਂ ਕੋਈ ਪਾਰਟੀਆਂ ਦਾ ਡਿਸਪਿਊਟ ਚੱਲ ਰਿਹਾ ਹੈਗਾ, ਪਾਰਟੀਆਂ ਕੰਪਰੋਮਾਈਜ਼ ਦੇ ਕੇ ਆਪਸ ਵਿੱਚ ਕੰਪਰੋਮਾਈਜ਼ ਕਰ ਲੈਂਦੀਆਂ ਨੇ, ਕੰਪਰੋਮਾਈਜ਼ ਕਰਕੇ ਕੋਰਟ ਦੇ ਵਿੱਚ ਆਪਣੇ ਸਟੇਟਮੈਂਟ ਦਿੰਦੀਆਂ ਨੇ, ਬਿਆਨ ਦਿੰਦੀਆਂ ਨੇ, ਠੀਕ ਹੈ। ਉਹ ਜਿਹੜਾ ਕੰਪਰੋਮਾਈਜ਼ ਹੈ ਦੈਟ ਵਿਲ ਦਾ ਪਾਰਟ ਆਫ ਦਾ ਡਿਕਰੀ। ਕੋਰਟ ਉਸ ਕੰਪਰੋਮਾਈਜ਼ ਦੇ ਬੇਸ ਤੇ ਡਿਗਰੀ ਪਾਸ ਕਰ ਦਿੰਦੀ ਹੈ। ਪਰ ਇੱਥੇ ਇੱਕ ਜਿਹੜੀ ਗੱਲ ਮੇਨ ਹੈਗੀ ਦੱਸਣ ਵਾਲੀ ਹੈ ਵੀ ਇਸ ਕੰਪਰੋਮਾਈਜ਼ ਜਿਹੜਾ ਹੈਗਾ ਇਹ ਰੂਲ 3A ਹੈਗਾ, ਪਾਰਟ ਟੂ ਦਾ ਸੂਟ, no suit shall lie to the set aside decree on the ground that compromise on which the decree is based was not lawful। ਉਹ ਕਹਿੰਦੇ ਵੀ ਕੋਈ ਡਿਗਰੀ lawful ਨਹੀਂ ਹੈਗੀ ਤੇ ਕੰਪਰੋਮਾਈਜ਼ ਹੋ ਗਿਆ, ਕੰਪਰੋਮਾਈਜ਼ ਡਿਗਰੀ ਪਾਸ ਹੋਈ ਵੀ ਹੈ, ਤਾਂ ਫਿਰ ਕੰਪਰੋਮਾਈਜ਼ ਡਿਗਰੀ ਜਦੋਂ ਇੱਕ ਵਾਰੀ ਪਾਸ ਹੋ ਗਈ ਤਾਂ ਫਿਰ ਉਹਦੀ ਕੋਈ ਅਪੀਲ ਨਹੀਂ ਹੈਗੀ, ਉਹਨੂੰ ਸੈਟੀਸਫਾਈਡ ਕਰਨ ਦੇ ਲਈ ਕੋਈ ਸੂਟ ਫਾਈਲ ਨਹੀਂ ਕੀਤਾ ਜਾ ਸਕਦਾ, ਠੀਕ ਹੈ। ਫਰਦਰ ਆ ਗਿਆ ਕਮਿਸ਼ਨ, ਆਰਡਰ ਨੰਬਰ 26 ਕਮਿਸ਼ਨਸ। 24 ਨਹੀਂ ਪੜ੍ਹਨਾ ਜੀ? 24 ਇਜ਼ ਨਾਟ ਰੈਲੀਵੈਂਟ ਨਹੀਂ ਹੈਗਾ ਇਹ। ਕੁਛ ਨਹੀਂ ਇਹਦੇ ਵਿੱਚ। 26 ਤੇ ਆ ਜਾਓ ਜੀ। ਕਮਿਸ਼ਨਸ ਕੀ ਹੁੰਦੇ ਆ? ਕਮਿਸ਼ਨਸ ਟੂ ਐਗਜ਼ਾਮਿਨ ਦਾ ਵਿਟਨੈਸ। ਆਪਾਂ ਲੈਂਡ ਐਵਨਿਊ ਐਕਟ ਵੀ ਪੜ੍ਹ ਕੇ ਗਏ ਹਾਂ, ਹੋਰ ਬਹੁਤ ਸਾਰੇ ਐਕਟਾਂ 'ਚ ਅਸੀਂ ਕਮਿਸ਼ਨ ਦੇ ਬਾਰੇ ਪੜ੍ਹਿਆ ਹੈ। ਜਦੋਂ ਕਿਸੇ ਵਿਅਕਤੀ ਨੂੰ ਕੋਰਟ ਦੇ ਵਿੱਚ ਹਾਜ਼ਰ ਹੋਣ ਦੇ ਲਈ ਐਗਜ਼ੈਂਪਟ ਕੀਤਾ ਜਾਂਦਾ ਹੈ ਕਿਸੇ ਵੀ ਕਾਰਨ ਕਿਹੜੇ ਹੋ ਸਕਦੇ ਨੇ? ਬੋਡਲੀ ਇੰਜਰੀ ਹੋ ਸਕਦੀ ਹੈ, ਬੰਦੇ ਨੂੰ ਪੈਰਾਲਾਈਜ਼ ਹੋਇਆ ਹੋ ਸਕਦਾ ਹੈ, ਬੰਦਾ ਬਹੁਤ ਜ਼ਿਆਦਾ ਓਲਡ ਹੋ ਸਕਦਾ ਹੈ, ਬੈੱਡ ਦੇ ਵਿੱਚ ਪਿਆ ਹੋ ਸਕਦਾ ਹੈ, ਠੀਕ ਹੈ, ਉਹ ਮਤਲਬ ਕਿ ਚੱਲਣ ਫਿਰਨ ਦੇ ਯੋਗ ਨਹੀਂ ਹੋ ਸਕਦਾ, ਜਾਂ ਫਿਰ ਬਾਈ ਲਾਅ ਜਿਵੇਂ ਕੋਈ ਪ੍ਰੈਜ਼ੀਡੈਂਟ ਆਫ ਇੰਡੀਆ, ਵਾਈਸ ਪ੍ਰੈਜ਼ੀਡੈਂਟ, ਕੋਈ ਮਿਨਿਸਟਰ, ਇਹਨਾਂ ਕੇਸਾਂ ਦੇ ਵਿੱਚ ਜਿਹੜਾ ਹੈਗਾ ਵਿਟਨੈਸ ਦੇ ਤੌਰ ਤੇ ਉਹਨਾਂ ਨੂੰ ਐਗਜ਼ੈਂਪਸ਼ਨ ਦਿੱਤੀ ਗਈ ਹੈ ਕੋਰਟ ਦੇ ਵਿੱਚ ਪੇਸ਼ ਹੋਣ ਦੀ, ਠੀਕ ਹੈ। ਉਸ ਕੇਸ ਦੇ ਵਿੱਚ ਕੀ ਹੈਗਾ ਕੋਰਟ ਐਗਜ਼ਾਮਿਨ ਜਿਹੜਾ ਹੈਗਾ ਕਮਿਸ਼ਨ ਨਿਯੁਕਤ ਕਰ ਸਕਦੀ ਹੈ। ਕਮਿਸ਼ਨ ਨੇ ਕੀ ਕਰਨਾ ਹੁੰਦਾ? ਕਮਿਸ਼ਨ ਨੇ ਉੱਥੇ ਜਾ ਕੇ ਮੌਕੇ ਤੇ ਜਾ ਕੇ ਜਿਹੜੀ ਸਟੇਟਮੈਂਟ ਲੈਣੀ ਹੁੰਦੀ ਹੈ ਕੋਰਟ ਦੇ ਆਰਡਰ ਦੇ ਮੁਤਾਬਕ। ਜਿਹੜਾ ਕਮਿਸ਼ਨ ਹੈਗਾ ਉਹ ਮੌਕੇ ਤੇ ਜਾ ਕੇ ਉਸ ਵਿਅਕਤੀ ਦੀ ਜਿਸ ਨੂੰ ਵਿਟਨੈਸ ਦੇ ਤੌਰ ਤੇ ਕੋਰਟ ਦੇ ਵਿੱਚ ਪੇਸ਼ ਹੋਣਾ ਸੀ ਪਰ ਉਸ ਨੂੰ ਐਗਜ਼ੈਂਪਸ਼ਨ ਦਿੱਤੀ ਗਈ ਹੈ ਐਜ਼ ਪਰ ਲਾਅ, ਜਾਂ ਉਸ ਦੀ ਬੋਡਲੀ ਇੰਜਰੀ ਦੇ ਕਾਰਨ, ਜਾਂ ਕੋਈ ਵਿਟਨੈਸ ਹੈਗਾ ਕੋਈ ਜੇਲ੍ਹ ਦੇ ਵਿੱਚ ਬੰਦ ਹੈਗਾ, ਕੋਈ ਹਸਪੀਟਲ ਦੇ ਵਿੱਚ ਬੰਦ ਹੈਗਾ, ਉਹਨਾਂ ਕੇਸਾਂ ਦੇ ਵਿੱਚ ਕੀ ਹੈਗਾ ਲੋਕਲ ਕਮਿਸ਼ਨ ਨਿਯੁਕਤ ਕੀਤਾ ਜਾਂਦਾ ਹੈ ਕੋਰਟ ਦੇ ਵੱਲੋਂ। ਆਰਡਰ ਫਾਰ ਦਾ ਕਮਿਸ਼ਨ, ਕੋਰਟ ਵੱਲੋਂ ਆਰਡਰ ਕੀਤਾ ਜਾਂਦਾ ਹੈ ਕਮਿਸ਼ਨ ਨਿਯੁਕਤ ਕਰਨ ਦੇ ਲਈ। ਮੇ ਬੀ ਮੇਡ ਬਾਈ ਦਾ ਕੋਰਟ ਆਈਦਰ ਆਫ ਇਟਸ ਓਨ ਮੋਸ਼ਨ। ਜਿਹੜੀ ਕੋਰਟ ਹੈ ਕਮਿਸ਼ਨ ਨਿਯੁਕਤ ਕਰ ਸਕਦੀ ਹੈ ਆਪਦੇ ਬੇਸ ਤੇ ਵੀ ਕਰ ਸਕਦੀ ਹੈ, ਜਾਂ ਫਿਰ ਜਿਹੜੀ ਕੋਈ ਪਾਰਟੀ ਕੰਸਰਨਡ ਹੈਗੀ ਹੈ ਜਿਹੜੀ ਕਹਿੰਦੀ ਹੈ ਉਹ ਮੇਰਾ ਜਿਹੜਾ ਵਿਟਨੈਸ ਹੈਗਾ ਉਹ ਕੋਰਟ ਦੇ ਵਿੱਚ ਇਸ ਕਰਕੇ ਹਾਜ਼ਰ ਨਹੀਂ ਆ ਸਕਦਾ ਕਿਉਂਕਿ ਉਸਨੂੰ ਬਾਈ ਲਾਅ ਜਿਹੜਾ ਹੈਗਾ ਰੀਜ਼ਨ ਹੈਗਾ ਵੀ ਉਸਨੂੰ ਐਗਜ਼ੈਂਪਸ਼ਨ ਦਿੱਤੀ ਗਈ ਹੈ ਕੋਰਟ ਦੇ ਵਿੱਚ।
ਹਾਜ਼ਰ ਹੋਣ ਦੀ ਜਾਂ ਉਹਦੀ ਅਰਜ਼ੀ ਦੇ ਉੱਪਰ ਵੀ ਜਿਹੜਾ ਹੈਗਾ ਕਮਿਸ਼ਨ ਨਿਯੁਕਤ ਕੀਤਾ ਜਾ ਸਕਦਾ ਹੈ। ਵੇਅਰ ਵਿਟਨੈਸ ਰੈਜ਼ਾਈਡਸ ਵਿਦ ਦ ਜੁਰਿਸਡਿਕਸ਼ਨ ਆਫ ਦਾ ਕੋਰਟ, ਜਦੋਂ ਜਿਹੜਾ ਵਿਟਨੈਸ ਹੈ ਕੋਰਟ ਦੀ ਜੁਰਿਸਡਿਕਸ਼ਨ 'ਚ ਰਹਿੰਦਾ ਹੋਵੇ, ਠੀਕ ਹੈ, ਉਦੋਂ ਵੀ ਕਮਿਸ਼ਨ ਨਿਯੁਕਤ ਕੀਤਾ ਜਾ ਸਕਦਾ ਹੈ। ਪਰ ਜੇ ਕੋਰਟ ਜਿਹੜਾ ਵਿਟਨੈਸ ਹੈ ਕਿਤੇ ਕੋਰਟ ਦੀ ਜੁਰਿਸਡਿਕਸ਼ਨ ਤੋਂ ਬਾਹਰ ਰਹਿੰਦਾ ਹੋਵੇ ਤਦ ਵੀ ਜਿਹੜਾ ਕਮਿਸ਼ਨ ਹੈ ਨਿਯੁਕਤ ਕੀਤਾ ਜਾ ਸਕਦਾ ਹੈ। ਪਰਸਨਸ ਫਾਰ ਹੂਜ਼ ਐਗਜ਼ਾਮੀਨੇਸ਼ਨ ਕਮਿਸ਼ਨ ਮੇ ਯੂਜ਼, ਕਿਹੜੇ ਪਰਸਨ ਹੈਗੇ ਜਿਨ੍ਹਾਂ ਦੀ ਐਗਜ਼ਾਮੀਨੇਸ਼ਨ ਦੇ ਲਈ ਜਿਹੜਾ ਵਿਟਨੈਸ ਹੈ ਅਸੀਂ ਯੂਜ਼ ਕਰਦੇ ਹਾਂ। ਐਨੀ ਪਰਸਨ ਰੈਜ਼ੀਡੈਂਟ ਬਿਯੋਂਡ ਦਾ ਲੋਕਲ ਲਿਮਿਟਸ ਆਫ ਦਾ ਜੁਰਿਸਡਿਕਸ਼ਨ, ਕੋਰਟ ਦੀ ਲੋਕਲ ਜੁਰਿਸਡਿਕਸ਼ਨ ਤੋਂ ਬਾਹਰ ਕੋਈ ਵਿਅਕਤੀ, ਜਿਵੇਂ ਪਟਿਆਲਾ ਦੀ ਕੋਰਟ ਹੋਵੇ, ਠੀਕ ਹੈ, ਕੋਰਟ ਤੋਂ ਬਾਹਰ ਕਿਤੇ ਹੋਰ ਦੂਰ ਰਹਿੰਦਾ ਹੋਵੇ ਕੋਈ ਵਿਅਕਤੀ ਵਿਟਨੈਸ ਦੇ ਤੌਰ ਤੇ, ਉਹਨੂੰ ਬਾਈ ਲਾਅ ਕੀ ਹੈਗਾ, ਉਹਨੂੰ ਬਾਈ ਲਾਅ ਜਿਹੜਾ ਹੈਗਾ ਹਾਜ਼ਰ ਹੋਣ ਦੀ ਜ਼ਰੂਰਤ ਨਾ ਹੋਵੇ ਤਾਂ ਉਹਦੀ ਜਿਹੜੀ ਵਿਟਨੈਸ ਹੈ ਸਟੇਟਮੈਂਟ ਹੈਗੀ ਹੈ ਬਾਈ ਦਾ ਪ੍ਰੋਸੀਜਰ ਆਫ ਕਮਿਸ਼ਨ ਮਤਲਬ ਕਿ ਲਈ ਜਾ ਸਕਦੀ ਹੈ। ਐਨੀ ਪਰਸਨ ਹੂ ਇਜ਼ ਅਬਾਊਟ ਟੂ ਲੀਵ ਸਚ ਲਿਮਿਟਸ ਬਿਫੋਰ ਦਾ ਡੇਟ ਆਫ ਵਿਚ ਹੀ ਇਜ਼ ਰਿਕੁਆਇਰਡ ਟੂ ਐਗਜ਼ਾਮਿਨ, ਜਦੋਂ ਕੋਰਟ ਨੇ ਉਸਨੂੰ ਐਗਜ਼ਾਮਿਨ ਕਰਨਾ ਸੀ ਪਰ ਉਸਨੇ ਬਾਹਰ ਜਾਣਾ ਹੈਗਾ, ਠੀਕ ਹੈ, ਉਹ ਜਾ ਰਿਹਾ ਬਾਹਰ, ਤਾਂ ਉਹਦੀ ਵੀ ਜਿਹੜੀ ਸਟੇਟਮੈਂਟ ਹੈਗੀ ਹੈ ਉਹ ਐਜ਼ ਏ ਕਮਿਸ਼ਨ ਲਈ ਜਾ ਸਕਦੀ ਹੈ। ਕਮਿਸ਼ਨ ਫਾਰ ਦਾ ਐਗਜ਼ਾਮੀਨੇਸ਼ਨ ਆਫ ਐਨੀ ਪਰਸਨ ਰੈਜ਼ੀਡੈਂਟ ਵਿਦ ਇਨ ਦਾ ਲੋਕਲ ਲਿਮਿਟਸ ਆਫ ਦਾ ਜੁਰਿਸਡਿਕਸ਼ਨ ਆਫ ਦਾ ਕੋਰਟ, ਜਦੋਂ ਕੇਸ ਦਾ ਇਨ ਦਾ ਇੰਟਰਸਟ ਆਫ ਦਾ ਜਸਟਿਸ ਫਾਰ ਦਾ ਐਕਸਪੀਡੀਟੀਸ ਆਫ ਡਿਸਪੋਜ਼ਲ, ਕਿਸ ਨੂੰ ਬਹੁਤ ਜਲਦੀ ਨਿਬੇੜਨਾ ਹੋਵੇ ਆਫ ਦਾ ਕੇਸ ਔਰ ਐਨੀ ਅਦਰ ਰੀਜ਼ਨ, ਕੋਈ ਵੀ ਕਾਰਨ ਹੋ ਸਕਦਾ ਹੈ, ਇਸ਼ੂ ਕਮਿਸ਼ਨ ਇਹ ਕੋਰਟ ਨੇ ਦੇਖਣਾ ਹੈਗਾ ਜੀ ਕਦੋਂ ਵੀ ਕਿਸੇ ਵਿਅਕਤੀ ਦੀ ਜਿਹੜੀ ਇੰਟਰੋਗੇਸ਼ਨ ਕਰਨੀ ਹੈ ਜਾਂ ਉਹਦੇ ਤੋਂ ਕੋਈ ਸਵਾਲ ਜਵਾਬ ਪੁੱਛਣੇ ਹੈਗੇ ਹੈ, ਠੀਕ ਹੈ, ਕੋਰਟ ਕਿਸੇ ਵੀ ਸਟੇਜ ਤੇ ਕਿਸੇ ਵੀ ਵਿਅਕਤੀ ਨੂੰ ਜਿਹੜਾ ਲੋਕਲ ਕਮਿਸ਼ਨ ਨਿਯੁਕਤ ਕਰਕੇ ਕਿਸੇ ਵਿਅਕਤੀ ਦੀ ਜਿਹੜੀ ਸਟੇਟਮੈਂਟ ਲੈਣ ਲਈ ਭੇਜਿਆ ਜਾ ਸਕਦਾ ਹੈ। ਕਮਿਸ਼ਨ ਔਰ ਰਿਕੁਐਸਟ ਟੂ ਐਗਜ਼ਾਮਿਨ ਵਿਟਨੈਸ ਨਾਟ ਵਿਦ ਇਨ ਇੰਡੀਆ, ਇਹ ਬਾਹਰ ਵੀ ਕੋਈ ਜਿਹੜਾ ਹੈਗਾ ਕਿਤੋਂ ਆਊਟਸਾਈਡ ਇੰਡੀਆ ਵੀ ਕੋਈ ਵਿਅਕਤੀ ਰਹਿੰਦਾ ਹੋਵੇ ਤਾਂ ਉਹਦੀ ਸਟੇਟਮੈਂਟ ਲੈਣ ਲਈ ਵੀ ਜਿਹੜਾ ਕਮਿਸ਼ਨ ਹੈ ਨਿਯੁਕਤ ਕੀਤਾ ਜਾ ਸਕਦਾ ਹੈ। ਰਿਟਰਨ ਆਫ ਕਮਿਸ਼ਨ ਵਿਦ ਦਾ ਡਿਪੋਜੀਸ਼ਨਸ ਆਫ ਦਾ ਵਿਟਨੈਸ, ਜਦੋਂ ਕਮਿਸ਼ਨ ਨੇ ਸਾਰੀ ਸਟੇਟਮੈਂਟ ਰਿਕਾਰਡ ਕਰ ਲੈਂਦਾ ਕਮਿਸ਼ਨ, ਠੀਕ ਹੈ, ਐਜ਼ ਪਰ ਦਾ ਡਾਇਰੈਕਸ਼ਨਸ ਆਫ ਦਾ ਗਿਵਨ ਬਾਈ ਦਾ ਕੋਰਟ, ਜਦੋਂ ਕੋਰਟ ਵੱਲੋਂ ਦਿੱਤੇ ਹੋਏ ਡਾਇਰੈਕਸ਼ਨ ਦੇ ਅਕੋਰਡਿੰਗ ਕਮਿਸ਼ਨ ਨੇ ਉਸ ਵਿਅਕਤੀ ਦੀ ਜਿਸ ਵਿਅਕਤੀ ਦੀ ਸਟੇਟਮੈਂਟ ਲੈਣ ਲਈ ਭੇਜਿਆ ਗਿਆ ਸੀ ਸਾਰੀ ਸਟੇਟਮੈਂਟ ਰਿਕਾਰਡ ਕਰਨ ਤੋਂ ਬਾਅਦ ਜਿਹੜੀ ਸਾਰੀ ਰਿਕਾਰਡ ਹੈਗਾ ਇਹ ਕੋਰਟ ਦੇ ਵਿੱਚ ਸਬਮਿਟ ਕਰ ਦਿੱਤਾ ਜਾਂਦਾ ਹੈ ਕਮਿਸ਼ਨ ਵੱਲੋਂ। ਲੋਕਲ ਇਨਵੈਸਟੀਗੇਸ਼ਨ ਵੀ ਕੀਤੀ ਜਾ ਸਕਦੀ ਹੈ ਕਮਿਸ਼ਨ ਵੱਲੋਂ, ਜਿਵੇਂ ਆਪਾਂ ਕਿਸੇ ਲੈਂਡ ਦਾ ਮਾਮਲਾ ਹੁੰਦਾ ਹੈ, ਜ਼ਮੀਨ ਦਾ ਕੋਈ ਮਾਮਲਾ ਹੁੰਦਾ ਹੈ, ਠੀਕ ਹੈ, ਜਾਂ ਫਿਰ ਕੋਈ ਮਾਰਕੀਟ ਵੈਲਿਊ ਕਿਸੇ ਪ੍ਰਾਪਰਟੀ ਦੇ ਸੰਬੰਧ ਵਿੱਚ ਕੋਈ ਇੱਦਾਂ ਵੀ ਜਿਹੜੇ ਆਪਾਂ ਕਾਨੂੰਗੋ ਤਹਿਸੀਲਦਾਰ ਰੈਵਨਿਊ ਆਫਿਸਰ ਨੂੰ ਵੀ ਜਿਹੜਾ ਲੋਕਲ ਕਮਿਸ਼ਨ ਨਿਯੁਕਤ ਕਰਕੇ ਕਿਸੇ ਜ਼ਮੀਨ ਦੇ ਸੰਬੰਧ ਵਿੱਚ ਜਿਹੜਾ ਕੋਰਟ ਅਮਲ ਭੇਜਿਆ ਜਾਂਦਾ ਹੈ। ਅਕਸਰ ਅਸੀਂ ਲੋਕਲ ਕਮਿਸ਼ਨ ਨਿਯੁਕਤ ਹੁੰਦੇ ਰਹਿੰਦੇ ਹੈਗੇ ਆ, ਠੀਕ ਹੈ। ਕਮਿਸ਼ਨਸ ਫਾਰ ਦਾ ਲੋਕਲ ਇਨਵੈਸਟੀਗੇਸ਼ਨ ਦੇ ਖਾਤਰ ਕੋਈ ਲੋਕਲ ਇਨਵੈਸਟੀਗੇਸ਼ਨ ਕਰਨੀ ਹੈ ਕੋਰਟ ਨੇ, ਉਹਦੇ ਲਈ ਆਪਣੇ ਸਬੋਰਡੀਨੇਟ ਨੂੰ ਜਾਂ ਕਿਸੇ ਰੈਵਨਿਊ ਅਧਿਕਾਰੀ ਨੂੰ ਜਾਂ ਕਿਸੇ ਵਕੀਲ ਨੂੰ ਜਾਂ ਫਿਰ ਕਿਸੇ ਰਿਟਾਇਰ ਪਰਸਨ ਨੂੰ ਜਾਂ ਵਰਕਿੰਗ ਦੇ ਵਿੱਚ ਕਿਸੇ ਰੈਵਨਿਊ ਆਫਿਸਰ ਨੂੰ ਜਾਂ ਕਾਨੂੰਗੋ ਨੂੰ ਵੀ ਜਿਹੜਾ ਹੈਗਾ ਕਮਿਸ਼ਨ ਨਿਯੁਕਤ ਕੀਤਾ ਜਾ ਸਕਦਾ ਹੈ ਲੋਕਲ ਇਨਕੁਆਇਰੀ ਦੀ ਖਾਤਰ। ਪ੍ਰੋਸੀਜਰ ਕੀ ਹੈ ਕਮਿਸ਼ਨਰ ਨੇ ਕੀ ਕਰਨਾ ਹੁੰਦਾ, ਕਮਿਸ਼ਨਰ ਨੇ ਉਹੀ ਨੋਟਿਸ ਭੇਜਣਾ ਹੁੰਦਾ ਪਹਿਲਾਂ, ਠੀਕ ਹੈ, ਨੋਟਿਸ ਭੇਜ ਕੇ ਜਿਹੜਾ ਕਮਿਸ਼ਨ ਹੈਗਾ ਉਹਦੇ ਦਿੱਤੇ ਹੋਏ ਸਮੇਂ ਦੇ ਮੁਤਾਬਕ ਮੌਕੇ ਤੇ ਪਹੁੰਚਦਾ ਹੈ, ਮੌਕੇ ਤੇ ਪਹੁੰਚ ਕੇ ਫਿਰ ਰਿਪੋਰਟ ਐਂਡ ਡਿਪੋਜੀਸ਼ਨ ਟੂ ਬੀ ਦਾ ਐਵੀਡੈਂਸ ਇਨ ਸੂਟ, ਜਿਹੜੀ ਸਾਰੀ ਰਿਪੋਰਟ ਤਿਆਰ ਕਰਕੇ ਕੋਰਟ ਨੂੰ ਭੇਜਦਾ ਹੈ। ਕੋਰਟ ਜੇ ਲੋੜ ਪਵੇ ਤਾਂ ਜਿਹੜਾ ਕਮਿਸ਼ਨਰ ਹੈਗਾ ਕਮਿਸ਼ਨਰ ਨੂੰ ਕੋਰਟ ਐਜ ਏ ਐਗਜ਼ਾਮਿਨ ਵੀ ਕਰ ਸਕਦੀ ਹੈ, ਲੋੜ ਪੈਣ ਤੇ ਕੋਰਟ ਦੇ ਵਿੱਚ ਬੁਲਾ ਸਕਦੀ ਹੈਗੀ ਹੈ। ਸਾਇੰਟੀਫਿਕ ਐਗਜ਼ਾਮੀਨੇਸ਼ਨ ਵੀ ਕਮਿਸ਼ਨ ਹੋ ਸਕਦਾ ਹੈ, ਕੋਈ ਇੱਦਾਂ ਦਾ ਹੈਗਾ ਟੈਕਨੀਕਲ ਕੋਈ ਐਗਜ਼ਾਮਿਨ ਕਰਨਾ ਹੈ, ਕੋਈ ਕਿਸੇ ਤਰ੍ਹਾਂ ਦੀ ਕੋਈ ਇੰਡਸਟਰੀ ਐਗਜ਼ਾਮਿਨ ਕਰਨੀ ਹੈ ਜਾਂ ਕੋਈ ਮਿਨਿਸਟਰ ਲੈਵਲ ਦਾ ਕੋਈ ਕੰਮ ਹੈ, ਉਹ ਐਜ਼ ਪਰ ਦਾ ਸਬਜੈਕਟ ਮੈਟਰ, ਜਿਹੋ ਜਿਹਾ ਕੋਈ ਸਬਜੈਕਟ ਮੈਟਰ ਹੋਏਗਾ, ਕੋਈ ਡਾਕਟਰ ਦੇ ਨਾਲ ਸੰਬੰਧਿਤ ਹੈ, ਕੋਈ ਇੰਜੀਨੀਅਰ ਦੇ ਨਾਲ ਸੰਬੰਧਿਤ ਹੈ, ਕੋਈ ਅਕਾਊਂਟਸ ਆਫਿਸਰ ਦੇ ਨਾਲ ਸੰਬੰਧਿਤ ਹੈ, ਕੋਈ ਲੈਂਡ ਦੇ ਨਾਲ ਸੰਬੰਧਿਤ ਹੈ, ਉਹੋ ਜਿਹੇ ਵਿਅਕਤੀ ਨੂੰ ਹੀ ਜਿਹੜਾ ਹੈਗਾ ਲੋਕਲ ਕਮਿਸ਼ਨ ਨਿਯੁਕਤ ਕੀਤਾ ਜਾਂਦਾ ਹੈ ਜਿਹੋ ਜਿਹਾ ਕੇਸ ਕੋਰਟ ਦੇ ਵਿੱਚ ਚੱਲ ਰਿਹਾ ਹੁੰਦਾ ਹੈ। ਕਮਿਸ਼ਨ ਫਾਰ ਦਾ ਸੇਲ ਆਫ ਮੂਵੇਬਲ ਪ੍ਰਾਪਰਟੀ, ਕੋਈ ਪ੍ਰਾਪਰਟੀ ਮੂਵੇਬਲ ਪ੍ਰਾਪਰਟੀ ਹੈ, ਜਿਵੇਂ ਕੋਈ ਖੜੀ ਫਸਲ ਹੈ, ਠੀਕ ਹੈ, ਉਸ ਦੀ ਉਹਨੂੰ ਸੈੱਲ ਕਰਨਾ ਹੈਗਾ, ਖੜੀ ਫਸਲ ਹੈ ਜਲਦੀ ਗਲ ਸਕਦੀ ਹੈ, ਸੜ ਸਕਦੀ ਹੈ, ਉਹਨੂੰ ਵੇਚਣਾ ਹੈਗਾ, ਉਹਦੇ ਲਈ ਜਿਵੇਂ ਰੈਵਨਿਊ ਆਫਿਸਰ ਨੂੰ ਕੋਈ ਪ੍ਰਾਪਰਟੀ ਜਿਹੜੀ ਮੂਵੇਬਲ ਹੈਗੀ ਹੈ ਉਹਦੇ ਅਕੋਰਡਿੰਗ ਜਿਹੀ ਪ੍ਰਾਪਰਟੀ ਉਹ ਜਿਹੇ ਆਫਿਸਰ ਨੂੰ ਜਿਹੜਾ ਹੈਗਾ ਕਮਿਸ਼ਨ ਨਿਯੁਕਤ ਕਰਕੇ ਫਾਰ ਦਾ ਪਰਪਸ ਆਫ ਸੇਲ ਭੇਜਿਆ ਜਾ ਸਕਦਾ ਹੈ। ਕੋਈ ਅਕਾਊਂਟਸ ਦੀ ਗੱਲ ਹੈ, ਕਿਸੇ ਅਕਾਊਂਟ ਆਫਿਸਰ ਨੂੰ ਕੋਈ ਕਿਸੇ ਇੰਡਸਟਰੀ ਦੇ, ਕਿਸੇ ਫੈਕਟਰੀ ਦੇ, ਕਿਸੇ ਫਰਮ ਦੇ ਅਕਾਊਂਟ ਚੈੱਕ ਕਰਨੇ ਹੈ, ਠੀਕ ਹੈ, ਉਹਦੇ ਖਾਤਰ ਕਿਸੇ ਅਕਾਊਂਟਸ ਆਫਿਸਰ ਨੂੰ ਕਮਿਸ਼ਨ ਨਿਯੁਕਤ ਕੀਤਾ ਜਾ ਸਕਦਾ ਹੈ। ਕੋਰਟ ਟੂ ਗਿਵ ਕਮਿਸ਼ਨਰ ਨੈਸੈਸਰੀ ਇੰਸਟਰਕਸ਼ਨਸ
ਡਾਇਰੈਕਸ਼ਨ ਦਿੱਤੀਆਂ ਜਾਣਗੀਆਂ ਕੋਰਟ ਵੱਲੋਂ ਕਮਿਸ਼ਨਰ ਨੂੰ ਵੀ ਤੁਸੀਂ ਕੀ ਕਰਨਾ ਹੈ, ਕਿਹੜੇ ਸਬਜੈਕਟ ਮੈਟਰ ਦੇ ਤੁਸੀਂ ਸਾਨੂੰ ਜਿਹੜਾ ਹੈਗਾ ਐਗਜ਼ਾਮਿਨ ਕਰਕੇ ਰਿਪਲਾਈ ਦੇਣਾ ਹੈ। ਉਹ ਹੈ ਜਿਹਾ ਹੀ ਕੰਮ ਜਿਹੜਾ ਜਿਹਾ ਉਹਨੂੰ ਡਾਇਰੈਕਸ਼ਨ ਮਿਲੀ ਹੈ, ਉਹਦੇ ਬੇਸ ਤੇ ਹੀ ਜਿਹੜਾ ਕਮਿਸ਼ਨ ਵੱਲੋਂ ਰਿਪੋਰਟ ਬਣਾਈ ਜਾਂਦੀ ਹੈ। ਕਮਿਸ਼ਨ ਟੂ ਮੇਕ ਪਾਰਟੀਸ਼ਨ ਆਫ ਦਾ ਇਮੋਰਲ ਪ੍ਰਾਪਰਟੀ, ਜਿੱਥੇ ਲੈਂਡ ਦੀ ਗੱਲ ਆ ਜਾਂਦੀ ਹੈ, ਲੈਂਡ ਦੀ ਪਾਰਟੀਸ਼ਨ ਦੀ ਗੱਲ ਆ ਜਾਂਦੀ ਹੈ। ਗੈਰਮੁਕਨ ਲੈਂਡ ਜਿਹੜੀ ਹੈਗੀ ਆ ਉਹ ਸਿਵਲ ਕੋਰਟ ਵੱਲੋਂ ਪਾਰਟੀਸ਼ਨ ਕੀਤੀ ਜਾਂਦੀ ਹੈ। ਅਜਿਹੇ ਕੇਸਾਂ ਦੇ ਵਿੱਚ ਲੋੜ ਪੈਂਦੀ ਹੈਗੀ ਹੈ ਤਾਂ ਮੌਕੇ ਤੇ ਜਾਣ ਦੀ ਖਾਤਰ ਤਾਂ ਰੈਵਨਿਊ ਅਧਿਕਾਰੀ ਨੂੰ, ਕਲੈਕਟਰ ਨੂੰ ਜਾਂ ਕਲੈਕਟਰ ਦੀ ਇਨਕਮ ਕਰੇ ਰੈਵਨਿਊ ਅਧਿਕਾਰੀ ਨੂੰ ਡਾਇਰੈਕਟਲੀ ਤੌਰ ਤੇ ਵੀ ਜਿਹੜਾ ਹੈਗਾ ਕਮਿਸ਼ਨਰ, ਲੋਕਲ ਕਮਿਸ਼ਨ ਨਿਯੁਕਤ ਕਰਕੇ ਜਿਹੜੀ ਕੋਰਟ ਹੈਗੀ ਭੇਜ ਸਕਦੀ ਹੈ। ਉਹ ਤੋਂ ਪਾਰਟੀਸ਼ਨ ਦਾ ਜਿਹੜਾ ਵੀ ਪ੍ਰਪੋਜ਼ਲ ਹੈਗੀ ਹੈ ਵੀ ਇਹ ਲੈਂਡ ਹੈਗੀ ਹੈ, ਇਹਦੀ ਕੀ ਪਾਰਟੀਸ਼ਨ ਕਿਵੇਂ ਹੋ ਸਕਦੀ ਹੈ, ਉਹਦੇ ਤੋਂ ਪ੍ਰਪੋਜ਼ਲ ਮੰਗਾ ਸਕਦੀ ਹੈਗੀ ਹੈ। ਪ੍ਰੋਸੀਜਰ ਆਫ ਦਾ ਕਮਿਸ਼ਨਰ, ਪ੍ਰੋਸੀਜਰ ਕਮਿਸ਼ਨਰ ਨੇ ਜਦੋਂ ਵੀ ਕਿਤੇ ਜਾਣਾ ਹੈਗਾ, ਠੀਕ ਹੈ, ਕਿਸੇ ਵੀ ਇਨਕੁਆਇਰੀ ਖਾਤਰ, ਕਿਸੇ ਵੀ ਇਨਵੈਸਟੀਗੇਸ਼ਨ ਦੀ ਖਾਤਰ, ਕਿਸੇ ਪ੍ਰਾਪਰਟੀ ਨੂੰ ਵੰਡਣ ਦੀ ਖਾਤਰ ਜਾਣਾ ਹੈਗਾ ਤਾਂ ਪਹਿਲਾਂ ਪਾਰਟੀਆਂ ਵੱਲੋਂ, ਕਮਿਸ਼ਨਰ ਵੱਲੋਂ ਹੈਗਾ ਨੋਟਿਸ ਜਾਰੀ ਕੀਤਾ ਜਾਂਦਾ, ਪਾਰਟੀਆਂ ਨੂੰ ਮੌਕੇ ਤੇ ਹਾਜ਼ਰ ਹੋਣ ਦੇ ਲਈ ਕਿਹਾ ਜਾਂਦਾ ਹੈਗਾ। ਫਿਰ ਮੌਕੇ ਤੇ ਹਾਜ਼ਰੀ, ਪਾਰਟੀਆਂ ਦੀ ਹਾਜ਼ਰੀ ਦੇ ਵਿੱਚ ਵੀ ਜਿਹੜਾ ਕਮਿਸ਼ਨਰ ਵੱਲੋਂ ਜਿਹੜਾ ਪ੍ਰੋਸੈਸ ਹੈ ਉਹ ਅਡਾਪਟ ਕੀਤਾ ਜਾਂਦਾ ਹੈ। ਐਕਸਪੈਂਸਸ ਆਫ ਦਾ ਕਮਿਸ਼ਨ ਟੂ ਬੀ ਪੇਡ ਟੂ ਦਾ ਕੋਰਟ, ਜਿਹੜੇ ਕੋਈ ਐਕਸਪੈਂਸਸ ਹੁੰਦੇ ਆ ਉਹ ਕੰਸਰਨ ਪਾਰਟੀਆਂ ਵੱਲੋਂ ਜਿਹੜੇ ਕੋਰਟ 'ਚ ਪੇ ਕੀਤੇ ਜਾਂਦੇ ਆ ਫਾਰ ਦਾ ਪਰਪਸ ਟੂ ਗਿਵ ਦਾ ਰਿਮੂਨਰੇਸ਼ਨ ਟੂ ਦਾ ਕਮਿਸ਼ਨਰ। ਪਾਵਰ ਆਫ ਦਾ ਕਮਿਸ਼ਨਰ, ਕਮਿਸ਼ਨਰ ਦੇ ਪਾਵਰਾਂ ਕਿਹੜੀਆਂ ਹੁੰਦੀਆਂ, ਕਮਰਸ ਹੋਈ ਹੈ, ਐਗਜ਼ਾਮਿਨ ਦਾ ਪਾਰਟੀਜ਼, ਪਾਰਟੀ ਨੂੰ ਐਗਜ਼ਾਮਿਨ ਕਰ ਸਕਦਾ ਕਮਿਸ਼ਨਰ, ਕਾਲ ਫਾਰ ਦਾ ਐਗਜ਼ਾਮਿਨ ਡਾਕੂਮੈਂਟਸ, ਕੋਈ ਵੀ ਡਾਕੂਮੈਂਟ ਹੈ ਜੋ ਉਹਨੂੰ ਚਾਹੀਦਾ ਹੈਗਾ, ਠੀਕ ਹੈ, ਤਾਂ ਉਹ ਪਾਰਟੀਆਂ ਤੋਂ ਮੰਗ ਸਕਦਾ ਹੈ। ਐਨੀ ਰੀਜ਼ਨੇਬਲ ਟਾਈਮ ਐਂਟਰ ਅਪਾਉਨ ਔਰ ਇਨਟੂ ਐਨੀ ਲੈਂਡ, ਕਿਸੇ ਵੀ ਲੈਂਡ ਦੇ ਵਿੱਚ, ਕਿਸੇ ਜਗ੍ਹਾ ਦੇ ਵਿੱਚ, ਕਿਸੇ ਬਿਲਡਿੰਗ ਦੇ ਵਿੱਚ, ਜਿੱਥੇ ਵੀ ਮਤਲਬ ਕਿ ਕੋਰਟ ਸਮਝਦੀ ਹੈ, ਕੋਰਟ ਨੇ ਜੋ ਵੀ ਰਿਪੋਰਟ ਚਾਹੀਦੀ ਹੈ ਕੋਰਟ ਨੂੰ ਉਹਦੇ ਰਿਗਾਰਡਿੰਗ ਉਸ ਪ੍ਰਾਪਰਟੀ ਤੇ ਵੀ ਦਾਖਲ ਹੋ ਸਕਦਾ ਹੈਗਾ ਕਮਿਸ਼ਨਰ। ਕੁਐਸਚਨਸ ਆਬਜੈਕਟਡ ਟੂ ਬੀ ਬਿਫੋਰ ਦਾ ਕਮਿਸ਼ਨਰ, ਕਮਿਸ਼ਨਰ ਦੇ ਅੱਗੇ ਵੀ ਜਿਹੜੀਆਂ ਪਾਰਟੀਆਂ ਹੈਗੀਆਂ ਨੇ ਉਹ ਆਪਣੇ ਕੁਐਸਚਨਸ ਕਰ ਸਕਦੀਆਂ, ਆਬਜੈਕਸ਼ਨਸ ਦੇ ਸਕਦੀਆਂ ਹੈਗੀਆਂ ਨੇ। ਅਟੈਂਡੈਂਸ ਐਂਡ ਐਗਜ਼ਾਮੀਨੇਸ਼ਨ ਆਫ ਦਾ ਵਿਟਨੈਸ ਬਿਫੋਰ ਦਾ ਕਮਿਸ਼ਨਰ, ਕਮਿਸ਼ਨਰ ਦੇ ਅੱਗੇ ਵੀ ਜਿਹੜੀਆਂ ਪਾਰਟੀਆਂ ਨੇ ਹਾਜ਼ਰ ਹੋ ਸਕਦੀਆਂ ਨੇ, ਆਪਣੇ ਵਿਟਨੈਸ ਪੇਸ਼ ਕਰ ਸਕਦੀਆਂ ਨੇ। ਪਾਰਟੀਜ਼ ਟੂ ਅਪੀਅਰ ਬਿਫੋਰ ਦਾ ਕਮਿਸ਼ਨਰ, ਐਪਲੀਕੇਸ਼ਨ ਆਰਡਰ ਟੂ ਐਗਜ਼ੀਕਿਊਸ਼ਨ ਪ੍ਰੋਸੀਡਿੰਗਸ, ਕੋਈ ਪ੍ਰੋਸੀਜਰ ਹੈਗੀ ਹੈ ਉਹਨੂੰ ਐਗਜ਼ੀਕਿਊਸ਼ਨ ਕਰਨੀ ਹੈ, ਕੋਈ ਡਿਗਰੀ ਦੀ ਐਗਜ਼ੀਕਿਊਸ਼ਨ ਕਰਨੀ ਹੈ ਤਾਂ ਵੀ ਜਿਹੜਾ ਲੋਕਲ ਕਮਿਸ਼ਨ ਨਿਯੁਕਤ ਕੀਤਾ ਜਾਂਦਾ ਹੈ। ਜਿਵੇਂ ਅਸੀਂ ਦੇਖਦੇ ਹਾਂ ਅਕਸਰ ਤਹਿਸੀਲਦਾਰ ਜਾ ਕੇ ਮੌਕੇ ਤੇ ਕੋਈ ਪ੍ਰਾਪਰਟੀ ਦੀ ਸੇਲ ਕਰਦੇ ਆ, ਹੋਰ ਕਰਦੇ ਆ। ਨੈਕਸਟ ਆ ਗਿਆ ਆਰਡਰ ਨੰਬਰ 32A, ਸੂਟਸ ਰਿਲੇਟਿੰਗ ਟੂ ਦਾ ਮੈਟਰਸ ਕੰਸਰਨਿੰਗ ਦਾ ਫੈਮਿਲੀ। ਇੱਕ ਫੈਮਿਲੀ ਦੇ ਨਾਲ ਸੰਬੰਧਿਤ ਜਿਹੜੇ ਸੂਟ ਹੁੰਦੇ ਨੇ, ਇੱਕ ਫੈਮਿਲੀ ਦੇ ਵਿੱਚ ਹਸਬੈਂਡ ਵਾਈਫ ਦਾ ਸੂਟ ਹੈ, ਠੀਕ ਹੈ, ਫੈਮਿਲੀ ਦੇ ਫਾਦਰ ਦੇ ਨਾਲ, ਮਦਰ ਦੇ ਨਾਲ, ਭਰਾਵਾਂ ਦੇ ਨਾਲ, ਭੈਣਾਂ ਦੇ ਨਾਲ, ਕੋਈ ਇਨ ਬਿਟਵੀਨ ਦਾ ਫੈਮਿਲੀ, ਨਾਟ ਅਦਰਵਾਈਜ਼ ਕੋਈ ਸੂਟਸ ਹੈਗੇ ਨੇ, ਐਪਲੀਕੇਸ਼ਨ ਫਾਰ ਦਾ ਆਰਡਰ। ਉਹ ਜਿਹੜਾ ਉਹ ਆਰਡਰ ਹੈਗਾ 32A, ਇਹ ਉਹਨਾਂ ਸੂਟਾਂ ਤੇ ਲਾਗੂ ਹੁੰਦਾ ਹੈ ਜਿਹੜੇ ਫੈਮਿਲੀ ਨਾਲ ਰਿਲੇਟਡ ਹੁੰਦੇ ਆ। ਇਨ ਦਾ ਪਾਰਟੀਕੂਲਰ ਵਿਦਆਊਟ, ਕਿਹੜੇ ਸੂਟ ਹੋ ਸਕਦੇ ਇਹ ਜੇ, ਇਹ ਸਬਸੈਕਸ਼ਨ 2 ਦੀ ਕਲੌਜ਼ A ਹੈਗੀ ਹੈ, ਇਹ ਸੂਟ ਪ੍ਰੋਸੀਡਿੰਗ ਮੈਟਰੀਮੋਨੀਅਲ ਰਿਲੀਫ, ਮੈਰਿਜ ਦੇ ਵਿੱਚ ਕੋਈ ਵਾਈਫ ਰਿਲੀਫ ਮੰਗਦੀ ਹੈਗੀ ਹੈ, ਐਸਾ ਕੋਈ ਸੂਟ ਹੋਵੇ। ਸੂਟ ਔਰ ਪ੍ਰੋਸੀਡਿੰਗ ਫਾਰ ਦਾ ਡੈਕਲੇਰੇਸ਼ਨ ਐਜ਼ ਟੂ ਦਾ ਵੈਲਿਡਿਟੀ ਆਫ ਦਾ ਮੈਰਿਜ, ਵੀ ਕਿ ਮੈਰਿਜ ਜਿਹੜੀ ਹੈਗੀ ਸੀ ਵੈਲਿਡ ਸੀ ਜਾਂ ਨਹੀਂ ਸੀਗੀ, ਐਜ਼ ਟੂ ਦਾ ਮੈਟਰੀਮੋਨੀਅਲ ਸਟੇਟਸ ਆਫ ਦਾ ਐਨੀ ਪਰਸਨ। ਮੈਰਿਜ ਨਾਲ ਰਿਲੇਟਡ ਕੋਈ ਸੂਟ ਹੋਵੇ ਉਹਨੂੰ ਫੈਮਿਲੀ ਸੂਟ ਕਹਿ ਸਕਦੇ ਹਾਂ ਅਸੀਂ। ਬਸ ਇਹ ਇੰਨਾ ਕੀ ਹੈ ਇਹਦੇ ਵਿੱਚ, ਅੱਗੇ ਪੂਰਾ ਆਏਗਾ ਸੈਟ। ਮੇਰੇ ਖਿਆਲ ਹੈ ਕੀ ਪੇਸ਼ ਨਹੀਂ ਕੀਤਾ ਦੇਣਾ ਜਾਏ 32A। ਇਹ ਵਿੱਚ ਵਾਲੇ ਸਾਰੇ ਛੱਡਦੇ ਨੇ। ਮੈਨੂੰ ਪਤਾ ਜੀ, ਮੈਂ ਪੜ੍ਹਾ ਰਿਹਾ, ਸੁਣੀ ਜਾਓ ਪਲੀਜ਼। ਸੂਟਸ ਰਿਲੇਟਿੰਗ ਟੂ ਦਾ ਮੈਟਰ ਕੰਸਰਨਿੰਗ ਦਾ ਫੈਮਿਲੀ, ਮੈਟਰੀਮੋਨੀਅਲ ਰਿਲੀਫ ਦਾ ਜਿਹੜਾ ਸੂਟ ਹੈਗਾ ਉਹ ਫੈਮਿਲੀ ਦੀ ਪਰਿਭਾਸ਼ਾ 'ਚ ਆ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਇਹ ਸੂਟ ਪ੍ਰੋਸੀਡਿੰਗ ਫਾਰ ਡੈਕਲੇਰੇਸ਼ਨ ਲੈਸਟੀਮੇਸੀ ਆਫ ਐਨੀ ਪਰਸਨ, ਕੋਈ ਜਿਹੜਾ ਕੋਈ ਉਸ ਫੈਮਿਲੀ ਦੇ ਵਿੱਚ ਕੋਈ ਬੱਚਾ ਹੈਗਾ ਉਹ ਲੈਸਟੀਮੇਟ ਹੈ ਜਾਂ ਇਲੈਸਟੀਮੇਟ ਹੈ, ਠੀਕ ਹੈ, ਉਹ ਵੀ ਫੈਮਿਲੀ ਦੀ ਪਰਿਭਾਸ਼ਾ 'ਚ ਆ ਜਾਂਦਾ, ਫੈਮਿਲੀ ਸੂਟ ਹੈਗਾ ਕਿਹਾ ਜਾ ਸਕਦਾ ਉਸਨੂੰ। ਰਿਲੇਸ਼ਨ ਟੂ ਦਾ ਗਾਰਡੀਅਨਸ਼ਿਪ ਆਫ ਦਾ ਪਰਸਨ, ਕਸਟਡੀ ਆਫ ਦਾ ਮਾਈਨਰ, ਕੋਈ ਮਾਈਨਰ ਹੈਗਾ, ਕੋਈ ਡਿਸੇਬਲ ਹੈਗਾ ਫੈਮਿਲੀ ਦੇ ਵਿੱਚ, ਕੋਈ ਬੱਚਾ ਕੋਈ ਡਿਸੇਬਲ ਹੈ, ਕੋਈ ਮਾਈਨਰ ਹੈ, ਤਾਂ ਉਹਦੀ ਗਾਰਡੀਅਨਸ਼ਿਪ ਕੌਣ ਕਰੇਗਾ, ਇੱਦਾਂ ਦਾ ਕੋਈ ਸੂਟ ਹੈ। ਜਾਂ ਫਿਰ ਮੇਨਟੇਨੈਂਸ ਦਾ ਸੂਟ ਹੈ, ਜਾਂ ਫਿਰ ਵੈਲਿਡਿਟੀ ਇਫੈਕਟ ਦਾ ਅਡਾਪਸ਼ਨ ਸਹੀ ਹੈ ਜਾਂ ਗਲਤ ਹੈਗੀ ਹੈ, ਕੋਈ ਬੱਚਾ ਅਡਾਪਟ ਕੀਤਾ ਗਿਆ ਹੈ, ਉਹ ਗਲਤ ਕੀਤਾ ਗਿਆ, ਸਹੀ ਕੀਤਾ ਗਿਆ, ਇੱਦਾਂ ਦਾ ਕੋਈ ਸੂਟ ਹੈਗਾ, ਠੀਕ ਹੈ, ਅਡਾਪਸ਼ਨ ਦੇ ਰਿਗਾਰਡਿੰਗ। ਜਾਂ ਕਿਸੇ ਫੈਮਿਲੀ ਮੈਂਬਰ ਨੇ ਕੋਈ ਸੂਟ ਫਾਈਲ ਕੀਤਾ ਹੈ ਕਿਸੇ ਬਿੱਲ ਦੇ ਸੰਬੰਧ ਵਿੱਚ, ਫੈਮਿਲੀ ਮੈਂਬਰ ਨੇ ਕੋਈ ਬਿੱਲ ਕੀਤੀ ਗਈ ਹੈ ਰਿਲੇਟਿੰਗ ਟੂ ਦਾ ਬਿਲਸ,
ਇੰਟੈਸਟੈਂਸੀ ਐਂਡ ਸਕਸੈਸ਼ਨ, ਕੋਈ ਵਿਰਾਸਤ ਦਾ ਸੰਬੰਧੀ ਕੋਈ ਝਗੜਾ ਪਰਿਵਾਰ ਦਾ ਆਪਸ ਦੇ ਵਿੱਚ, ਉਹ ਕੋਈ ਸੂਟ ਹੈਗਾ। ਇੱਦਾਂ ਦੀਆਂ ਜਿਹੜੀਆਂ ਪ੍ਰੋਸੀਡਿੰਗ ਚੱਲਦੀਆਂ ਨੇ ਕੋਰਟ ਦੇ ਵਿੱਚ, ਉਹ ਇਨ ਕੈਮਰਾ ਚੱਲਦੀਆਂ ਨੇ, ਕੈਮਰੇ ਦੀ ਨਜ਼ਰਸਾਨੀ ਹੁੰਦੀ ਹੈ। ਜਦੋਂ ਕੋਈ ਫੈਮਿਲੀ ਸੂਟ ਹੈ ਨਾ, ਉਸ ਵੇਲੇ ਜਿਹੜੀ ਹੈਗੀ ਹੈ ਉਹ ਜਿਹੜਾ ਪ੍ਰੋਸੀਡਿੰਗ ਟੂ ਬੀ ਹੈਲਡ ਇਨ ਕੈਮਰਾ, ਕੈਮਰਾ ਹੋਲਡ ਹੋਏਗਾ ਕੋਰਟ ਦੇ ਵਿੱਚ, ਕੋਰਟ ਦੇ ਬੈਕ ਕੈਮਰੇ ਦੀ ਨਜ਼ਰਸਾਨੀ ਦੇ ਵਿੱਚ ਜਿਹੜਾ ਸਾਰੀ ਪ੍ਰੋਸੀਡਿੰਗ ਰਿਕਾਰਡ ਹੋਏਗੀ। ਡਿਊਟੀ ਆਫ ਦਾ ਕੋਰਟ ਟੂ ਮੇਕ ਐਫਰਟਸ ਫਾਰ ਦਾ ਸੈਟਲਮੈਂਟ। ਸਬ ਰੂਲ 3 ਹੈਗਾ, ਇਹਦੇ ਵਿੱਚ ਕੀ ਹੈਗਾ ਵੀ ਕੋਰਟ ਦੀ ਮਤਲਬ ਕਿ ਪ੍ਰਾਇਮਰੀ ਡਿਊਟੀ ਬਣ ਜਾਂਦੀ ਹੈ ਵੀ ਇਹ ਜਿਹੜਾ ਸੂਟ ਹੈਗਾ ਇਹ 'ਚ ਜਿਹੜਾ ਪਰਿਵਾਰ ਦੇ ਮੈਂਬਰ ਹੈਗੇ ਉਹਨਾਂ ਦੀ ਸੈਟਲਮੈਂਟ ਕਰਵਾ ਦਿੱਤੀ ਜਾਵੇ। ਫਸਟ preference is given to settlement the case between the parties, between the family members। ਕਿਸੇ ਰੂਲ ਨੰਬਰ 4 ਹੈਗਾ ਅਸਿਸਟੈਂਸ ਆਫ ਦਾ ਵੈਲਫੇਅਰ ਐਕਸਪਰਟ। ਕਿਸੇ ਜਿਹੜਾ ਐਕਸਪਰਟ ਹੈ, ਕੋਈ ਵੈਲਫੇਅਰ ਫਾਰ ਦਾ ਵੈਲਫੇਅਰ ਆਫ ਦਾ ਫੈਮਿਲੀ, ਕਿਸੇ ਐਕਸਪਰਟ ਦੀ ਹੈਲਪ ਵੀ ਲਈ ਜਾ ਸਕਦੀ ਹੈ ਇਸ ਵਿੱਚ ਕੋਰਟ ਵੱਲੋਂ। ਸਰ ਬਾਕੀ ਕੇਸ ਵੀ ਸਾਰੇ ਕੇਸ ਨਹੀਂ ਚੱਲਦੇ ਇਹਦੇ ਕੈਮਰੇ ਦੀ ਉਹਦੇ ਚ? ਨਹੀਂ, ਇਹ ਫੈਮਿਲੀ, ਇੱਕ ਫੈਮਿਲੀ ਨੂੰ ਕਿਹਾ ਗਿਆ ਵੀ ਫੈਮਿਲੀ ਨੂੰ ਟੁੱਟਣ ਤੋਂ ਬਚਾਉਣ ਦੀ ਖਾਤਰ ਮੇਨ ਇਹ ਹੁੰਦਾ ਵੀ ਆਪਸ ਚ ਪਰਿਵਾਰ ਦਾ ਕੋਈ ਝਗੜਾ ਹੈਗਾ ਇਦਾਂ ਦਾ, ਜਿਹੜੇ ਕੇਸ ਉੱਪਰ ਦੱਸੇ ਨੇ ਸਿਰਫ ਇਹੀ ਕੇਸਾਂ ਦੀ ਗੱਲ ਕੀਤੀ ਗਈ ਹੈ। ਯਾਨੀ ਬਾਕੀ ਕੇਸਾਂ ਦੀ ਕੈਮਰੇ ਚ ਨਹੀਂ ਜਿਹੜੇ ਦੱਸੇ ਗਏ ਹੈ ਇਹ ਕੋਈ ਇੰਪੋਰਟੈਂਟ ਨਹੀਂ ਹੈ ਵੈਸੇ, ਪਰ ਚਲੋ ਫਿਰ ਵੀ ਆਪਾਂ ਡਿਸਕਸ ਕਰ ਲੈਂਦੇ ਹਾਂ, ਕਈ ਵਾਰੀ ਕੋਈ ਆ ਜਾਂਦਾ, ਵੈਸੇ ਤਾਂ ਇਹ ਕਦੀ ਕੁਐਸਚਨ ਆਇਆ ਨਹੀਂ ਹੈਗਾ। ਡਿਊਟੀ ਆਫ ਦਾ ਕੋਰਟ ਟੂ ਮੇਕ ਐਫਰਟਸ ਫਾਰ ਦਾ ਸੈਟਲਮੈਂਟ, ਦੈਨ ਅਸਿਸਟੈਂਸ ਵੀ ਕੋਰਟ ਲੈ ਸਕਦੇ ਕਿਸੇ ਵੀ ਐਕਸਪਰਟ ਦੀ। ਠੀਕ ਹੈ, ਐਕਸਪਰਟ ਕਿਵੇਂ, ਜਿਸ ਚੀਜ਼ ਦਾ ਡਿਸਪਿਊਟ ਹੋਵੇ ਉਹਦਾ ਕੋਈ ਐਕਸਪਰਟ ਹੋਵੇ, ਉਹਦੀ ਅਸਿਸਟੈਂਸ ਲਈ ਜਾ ਸਕਦੀ। ਡਿਊਟੀ ਟੂ ਇਨਕੁਆਇਰੀ ਇਨਟੂ ਦਾ ਫੈਕਟਸ। ਫਿਰ ਕੀ ਹੈ ਫੈਮਿਲੀ ਮੀਨਿੰਗ, ਕੀ ਹੈ ਫੈਮਿਲੀ, ਕੀ ਕਿਹਾ, ਕਿਹਨੂੰ ਫੈਮਿਲੀ ਕਿਹਾ ਗਿਆ, ਇਹ ਫੈਮਿਲੀ ਦਾ ਮੀਨਿੰਗ ਦੱਸਿਆ ਨੇ। ਫੈਮਿਲੀ ਦਾ ਮੀਨਿੰਗ ਕੀ ਆ, ਜਿਹੜੀਆਂ ਰੂਲ ਨੰਬਰ 6 ਦੇ ਵਿੱਚ ABCD ਤੇ E ਇਹ ਦੱਸਿਆ ਗਿਆ ਫੈਮਿਲੀ ਕਿਹੜੀ ਹੈ। ਮੈਨ ਹੈ, ਉਹਦੀ ਵਾਈਫ ਹੈ, ਇਹ ਫੈਮਿਲੀ ਮੰਨੀ ਜਾਏਗੀ। ਐਨੀ ਚਿਲਡਰਨ being issue of theirs or such man or such wife, any child or children being maintained by such man and wife। फिर है B ਦੇ ਵਿੱਚ ਦੱਸਿਆ a man not having a wife, ਕੋਈ ਆਦਮੀ not having a wife or not living together with his wife, any child or children being issued of his and any child or children being maintained by the him। A woman not having a husband, कोई लेडी ਜਿਹਦਾ ਹਸਬੈਂਡ ਨਾ ਹੋਵੇ ਜਾਂ ਹਸਬੈਂਡ ਨਾਲ ਰਹਿੰਦੀ ਨਾ ਹੋਵੇ। ਠੀਕ ਹੈ, any child or children being issue of hers, ਉਹਨਾਂ ਦੇ ਕੋਈ ਬੱਚੇ ਹੋਣ, ਉਹਨਾਂ ਦਾ ਵਿਚਕਾਰ ਆਪਸੀ ਕੋਈ ਲੈਣ ਦੇਣ ਦਾ ਡਿਸਪਿਊਟ ਚੱਲ ਜੇ। man or woman and her brother sister ancestor lineal descendant, ਮਤਲਬ ਇਹ ਫੈਮਿਲੀ ਦੀ ਪਰਿਭਾਸ਼ਾ ਸੀ। ਇਹਦੇ ਵਿੱਚ ਕਿਹਾ ਹੈਗਾ ਵੀ ਕੋਰਟ ਦੀ ਜਿਹੜੀ ਮੇਨ ਟੈਂਡੈਂਸੀ ਹੁੰਦੀ ਹੈ ਵੀ ਕੋਰਟ ਨੇ ਦੇਖਣਾ ਹੁੰਦਾ ਵੀ ਇਹਨਾਂ ਦਾ ਜਿਹੜਾ ਝਗੜਾ ਹੈਗਾ ਆਪਸ ਦੇ ਵਿੱਚ ਸੈਟਲਮੈਂਟ ਦੇ ਨਾਲ ਹੀ ਨਿਬੜ ਜਾਵੇ। ਨੈਕਸਟ ਆ ਗਿਆ 33। ਇਹ ਵੀ ਕੋਈ ਇੰਪੋਰਟੈਂਟ ਨਹੀਂ ਹੈ। ਸੂਟਸ ਬਾਈ ਦਾ ਇੰਡੀਜਨ ਪਰਸਨਸ, ਇਹ ਤੁਹਾਡੇ ਕੋਲ ਅਕਸਰ ਰੋਜ਼ ਆਉਂਦੇ ਆ ਦਾਅਵੇ ਇਦਾਂ ਦੇ, ਤੁਹਾਡੇ ਕੋਲ ਰਿਪੋਰਟਾਂ ਆਉਂਦੀਆਂ ਨੇ ਜਦੋਂ ਕੋਈ ਵਿਅਕਤੀ ਜਿਹੜਾ ਖਰਚ ਕਰਨ ਯੋਗ ਨਾ ਹੋਵੇ, ਕੋਰਟ ਦੇ ਵਿੱਚ ਵਕੀਲ ਦਾ ਖਰਚਾ ਨਾ ਦੇ ਸਕੇ, ਠੀਕ ਹੈ, ਉਹਨੂੰ ਅਸੀਂ ਇੰਡੀਜਨ ਪਰਸਨ ਕਹਿ ਦਿੰਦੇ ਹਾਂ। ਤਾਂ ਉਹ ਐਪਲੀਕੇਸ਼ਨ ਦਿੰਦਾ ਹੈ ਸਿਵਲ ਕੋਰਟ ਦੇ ਵਿੱਚ ਵੀ ਮੈਂ ਖਰਚਾ ਕਰਨ ਲਈ ਯੋਗ ਨਹੀਂ ਹੈ, ਮੇਰੇ ਕੋਲ ਇਹ ਜਿਹੜਾ ਕੇਸ ਹੈਗਾ ਮੈਨੂੰ ਜਿਹੜਾ ਵਕੀਲ ਹੈ ਮੈਨੂੰ ਕਰਨ ਦੇ ਲਈ ਮੇਰੇ ਕੋਲ ਪੈਸੇ ਨਹੀਂ ਹੈਗੇ ਤੇ ਮੈਨੂੰ ਸਰਕਾਰੀ ਪੱਧਰ ਤੇ ਜਿਹੜਾ ਹੈਗਾ ਵਕੀਲ ਮੁਹੱਈਆ ਕਰਾਇਆ ਜਾਵੇ। ਤਾਂ ਜਿਹੜਾ ਐਸਾ ਕੇਸ ਹੁੰਦਾ ਹੈ ਉਹਦੀ ਜਿਹੜੀ ਰਿਪੋਰਟ ਹੈ ਕੋਰਟ ਵੱਲੋਂ ਆਪਣੇ ਕੋਲ ਆ ਜਾਂਦੀ ਹੈ, ਕਲੈਕਟਰ ਕੋਲ ਆ ਜਾਂਦੀ ਹੈ। ਕਲੈਕਟਰ ਵੱਲੋਂ ਕੰਸਰਟ ਤਹਿਸੀਲ ਚ ਲੈਂਦਾ, ਤਹਿਸੀਲ ਤੋਂ ਰਾਹੀਂ ਤਹਿਸੀਲਦਾਰ ਪਟਵਾਰੀ ਹਲਕਾ ਕੋਲ ਚਲੀ ਜਾਂਦੀ ਹੈ। ਤਾਂ ਪਟਵਾਰੀ ਹਲਕਾ ਵੱਲੋਂ ਰਿਪੋਰਟ ਕੀਤੀ ਜਾਂਦੀ ਹੈ ਵੀ ਇਹ ਜਿਹੜਾ ਵਿਅਕਤੀ ਹੈਗਾ ਇਹਦੀ ਮਾਲੀ ਹਾਲਤ ਕੈਸੀ ਹੈ, ਇਹਦੇ ਕੋਲ ਕੋਈ ਜ਼ਮੀਨ ਜਾਇਦਾਦ ਹੈਗੀ ਜਾਂ ਨਹੀਂ ਹੈਗੀ। ਠੀਕ ਹੈ, ਆਮ ਤੌਰ ਤੇ ਇਹੀ ਹੁੰਦਾ ਵੀ ਜਦੋਂ ਜਿਸ ਵਿਅਕਤੀ ਕੋਲ ਕੁਝ ਨਹੀਂ ਹੁੰਦਾ ਉਹੀ ਇਹ ਜਿਹੜੀ ਐਪਲੀਕੇਸ਼ਨ ਦਿੰਦਾ ਹੈ। ਉਹਦੀ ਜਿਹੜੀ ਰਿਪੋਰਟ ਹੁੰਦੀ ਹੈ ਪਟਵਾਰੀ ਹਲਕਾ ਤੋਂ ਹੋ ਕੇ, ਤਹਿਸੀਲਦਾਰ ਤੋਂ ਹੋ ਕੇ ਕਲੈਕਟਰ ਦੇ ਥਰੂ ਕੋਰਟ ਚਲੀ ਜਾਂਦੀ ਹੈ। ਕੋਰਟ ਨੇ ਫਿਰ ਡਿਸਾਈਡ ਕਰਨਾ ਹੁੰਦਾ ਹੈ ਉਸ ਬੰਦੇ ਦੀ ਐਪਲੀਕੇਸ਼ਨ ਤੇ ਵੀ ਇਹ ਐਪਲੀਕੇਸ਼ਨ ਸਹੀ ਹੈ ਜਾਂ ਗਲਤ ਹੈਗੀ ਹੈ। ਜੇ ਐਪਲੀਕੇਸ਼ਨ ਗਲਤ ਹੈ ਤਾਂ ਉਹ ਰਿਜੈਕਟ ਕਰ ਦਿੱਤੀ ਜਾਂਦੀ ਹੈ, ਪਰ ਜੇਕਰ ਐਪਲੀਕੇਸ਼ਨ ਸਹੀ ਹੁੰਦੀ ਹੈ ਤਾਂ ਉਸ ਐਪਲੀਕੇਸ਼ਨ ਦੇ ਬਿਹਾਫ ਤੇ ਕੋਰਟ ਵੱਲੋਂ ਉਸ ਵਿਅਕਤੀ ਨੂੰ ਜਿਹੜਾ ਕੋਈ ਵਕੀਲ ਹੈਗਾ ਉਹ ਲੀਗਲ ਅਥਾਰਟੀ ਵੱਲੋਂ ਪ੍ਰੋਵਾਈਡ ਕਰ ਦਿੱਤਾ ਜਾਂਦਾ ਹੈ। ਤਾਂ ਉਸ ਵਿਅਕਤੀ ਦਾ ਜਿਹੜਾ ਕੇਸ ਹੈਗਾ ਚਾਹੇ ਉਹ ਡਿਫੈਂਡੈਂਟ ਹੈ ਚਾਹੇ ਉਹ ਪਲੈਂਟਿਫ ਹੈ, ਠੀਕ ਹੈ, ਫਿਰ ਉਹ ਸਰਕਾਰ ਬਿਨਾਂ ਖਰਚੇ ਤੋਂ ਕਿਸੇ ਵਕੀਲ ਦੇ ਆਧਾਰ ਤੇ ਵਕੀਲ ਵੱਲੋਂ ਜਿਹੜਾ ਹੈਗਾ ਕੇਸ ਟਰਾਈ ਕੀਤਾ ਜਾਂਦਾ ਹੈ। ਨੈਕਸਟ ਆ ਜਾਓ ਜੀ ਆਪਾਂ ਸੂਟਸ ਰਿਲੇਟਿੰਗ ਟੂ ਦਾ ਮਾਰਟਗੇਜ ਆਫ ਪ੍ਰੋਪਰਟੀ, ਛੱਡ ਦਿਓ ਜੀ ਕੁਛ ਨਹੀਂ ਹੈ ਇੱਥੇ। 34 ਇਹ ਤੁਹਾਡੇ ਸਿਲੇਬਸ 'ਚ ਨਹੀਂ ਹੈਗਾ, ਅੱਗੇ ਆਓ ਜੀ ਮੇਨ ਹੈਗਾ 38 ਵੈਰੀ ਇੰਪੋਰਟੈਂਟ
ਆਰਡਰ ਹੈ 38। ਤੁਹਾਡੇ ਕੋਲੇ ਅਕਸਰ ਸੂਟ ਆਉਂਦੇ ਰਹਿੰਦੇ ਨੇ, ਤੁਹਾਡੇ ਕੋਲੇ ਡਿਗਰੀਆਂ ਆਉਂਦੀਆਂ ਨੇ, ਕੋਰਟ ਆਰਡਰ ਆਉਂਦੇ ਆ 38 ਦੇ ਅੰਦਰ, 39 ਦੇ ਅੰਦਰ, 41 ਦੇ ਅੰਦਰ। ਤੁਹਾਡੇ ਕੋਲ ਜਿੰਨੇ ਵੀ ਵਾਰੰਟ ਆਉਂਦੇ ਆ ਜ਼ਿਆਦਾਤਰ ਤੁਸੀਂ ਦੇਖਦੇ ਹੋਵੋਗੇ ਆਰਡਰ 39, ਆਰਡਰ 38, ਆਰਡਰ 41 ਦੇ ਤਹਿਤ ਤੁਹਾਡੇ ਕੋਲੇ ਆਰਡਰਸ ਆਉਂਦੇ ਰਹਿੰਦੇ ਨੇ ਅਕਸਰ। ਠੀਕ ਹੈ, ਆਰਡਰ 38 ਵੈਰੀ ਇੰਪੋਰਟੈਂਟ ਹੈ, ਇਹਦੇ ਕੁਐਸਚਨ ਆਉਣ ਦੀ ਸੰਭਾਵਨਾ ਰਹਿੰਦੀ ਹੈ। ਅਰੈਸਟ ਐਂਡ ਅਟੈਚਮੈਂਟ ਬਿਫੋਰ ਦਾ ਜਜਮੈਂਟ। ਜਦੋਂ ਕੋਈ ਕੇਸ ਚੱਲ ਰਿਹਾ ਕਿਸੇ ਕੋਰਟ ਦੇ ਵਿੱਚ, ਅਜੇ ਕੋਈ ਜਜਮੈਂਟ ਨਹੀਂ ਹੋਈ ਉਹਦੇ ਵਿੱਚ, ਅਜੇ ਟ੍ਰਾਇਲ ਚੱਲ ਰਿਹਾ ਹੈਗਾ, ਟ੍ਰਾਇਲ ਦੇ ਦੌਰਾਨ ਜਜਮੈਂਟ ਤੋਂ ਪਹਿਲਾਂ ਕਿਸੇ ਵਿਅਕਤੀ ਨੂੰ ਅਰੈਸਟ ਕਰਨਾ ਜਾਂ ਉਹਦੀ ਪ੍ਰਾਪਰਟੀ ਨੂੰ ਅਟੈਚ ਕਰਨਾ, ਇਹ ਜਿਹੜਾ ਸੈਕਸ਼ਨ ਹੈ 38 ਹੈ। ਤੁਹਾਡੇ ਕੋਲ ਕਦੀ ਤੁਸੀਂ ਆਪਣੇ ਵਾਰੰਟ ਜਿਹੜੇ ਕੋਲ ਤੁਹਾਡੇ ਕੋਲ ਆਉਂਦੇ ਆ ਕੋਰਟਾਂ ਵੱਲੋਂ, ਵਾਰੰਟ ਪੜ੍ਹ ਕੇ ਦੇਖਿਓ ਉੱਪਰ ਕੀ ਲਿਖਿਆ ਹੋਇਆ ਹੁੰਦਾ ਉਹਦੇ ਉੱਤੇ। ਮੈਕਸਿਮਮ ਜਿਹੜੇ ਵਾਰੰਟ ਹੁੰਦੇ ਆ ਜਾਂ ਅੰਡਰ ਸੈਕਸ਼ਨ 38 ਹੁੰਦੇ ਨੇ, ਜਾਂ 39 ਹੁੰਦੇ ਨੇ, ਜਾਂ ਫਿਰ 41 ਹੁੰਦੇ ਨੇ। ਠੀਕ ਹੈ, ਇਹ ਬਹੁਤ ਇੰਪੋਰਟੈਂਟ ਹੈਗਾ। ਇਸ ਵਿੱਚ ਕੋਈ ਕੁਐਸਚਨ ਆਉਣਗੇ ਜ਼ਿਆਦਾਤਰ ਤੁਹਾਡੇ ਕੋਲੇ 38 ਚੋਂ, 39 ਚੋਂ, 41 ਚੋਂ। ਅਰੈਸਟ ਐਂਡ ਅਟੈਚਮੈਂਟ ਬਿਫੋਰ ਦਾ ਜਜਮੈਂਟ। ਅਜੇ ਕੋਰਟ ਨੇ ਕੋਈ ਜਜਮੈਂਟ ਪਾਸ ਨਹੀਂ ਕੀਤੀ ਹੈਗੀ, ਪਰ ਫਿਰ ਵੀ ਵਿਅਕਤੀ ਨੂੰ ਅਰੈਸਟ ਕੀਤਾ ਜਾ ਸਕਦਾ ਹੈ। ਕਿਹਨੂੰ? ਡਿਫੈਂਡੈਂਟ ਨੂੰ ਅਰੈਸਟ ਕੀਤਾ ਜਾ ਸਕਦਾ ਹੈ ਕੇਸ ਚੱਲਦੇ ਦੌਰਾਨ। ਅਰੈਸਟ ਬਿਫੋਰ ਦਾ ਜਜਮੈਂਟ, ਰੂਲ ਨੰਬਰ 1 ਕੀ ਕਹਿੰਦਾ ਹੈ? ਵੇਅਰ ਡਿਫੈਂਡੈਂਟ ਮੇ ਕਾਲਡ ਅਪਨ ਟੂ ਫਰਨਿਸ਼ ਸਿਕਿਉਰਿਟੀ ਫਾਰ ਦਾ ਅਪੀਅਰੈਂਸ। ਡਿਫੈਂਡੈਂਟ ਨੂੰ ਕਿਹਾ ਜਾ ਸਕਦਾ ਵੀ ਤੁਸੀਂ ਸਿਕਿਉਰਿਟੀ ਆਪਦੀ ਅਪੀਅਰੈਂਸ ਦੀ ਜਿਹੜੀ ਬੌਂਡ ਹੈਗਾ ਸਿਕਿਉਰਿਟੀ ਦਿਓ। ਠੀਕ ਹੈ, ਕਿਉਂ ਕਿਹਾ ਜਾਂਦਾ ਹੈ ਇਹ ਜਿਹੇ ਕੇਸਾਂ 'ਚ? ਜਦੋਂ ਦਾ ਕੋਰਟ ਇਜ਼ ਸੈਟਿਸਫਾਈਡ by the affidavit or otherwise that the defendant with the intent to delay, ਜਿਹੜਾ ਡਿਫੈਂਡੈਂਟ ਹੈ ਇਹ ਮੈਟਰ ਨੂੰ ਡਿਲੇ ਕਰ ਸਕਦਾ ਹੈ, ਜਾਣਬੁੱਝ ਕੇ ਇੱਧਰ ਉੱਧਰ ਹੋ ਸਕਦਾ ਹੈ, ਭੱਜ ਸਕਦਾ ਹੈ। ਠੀਕ ਹੈ, ਔਰ ਟੂ ਅਵੋਇਡ ਐਨੀ ਪ੍ਰੋਸੈਸ ਆਫ ਦਾ ਕੋਰਟ, ਜਾਂ ਕੋਰਟ ਦੇ ਪ੍ਰੋਸੈਸ ਨੂੰ ਮਤਲਬ ਕਿ ਅਵੋਇਡ ਕਰੇਗਾ। ਔਰ ਟੂ obstruct or delay the execution of any degree, ਜੇ ਇਹਦੇ ਖਿਲਾਫ ਕੋਈ ਡਿਗਰੀ ਪਾਸ ਹੋ ਜਾਂਦੀ ਹੈ ਇਨ ਫਿਊਚਰ ਇਸ ਕੇਸ ਦੇ ਵਿੱਚ, ਤਾਂ ਉਸ ਦੀ ਜਿਹੜੀ ਡਿਗਰੀ ਹੈਗੀ ਹੈ ਉਹਦੀ ਐਗਜੀਕਿਊਸ਼ਨ ਦੇ ਵਿੱਚ ਵੀ obstruction ਪੈਦਾ ਕਰੇਗਾ, ਰੁਕਾਵਟਾਂ ਪੈਦਾ ਕਰੇਗਾ। ਡਿਗਰੀ ਦੈਟ ਮੇ ਬੀ ਪਾਸਡ ਅਗੇਂਸਟ ਹਿਮ, ਜਿਹੜੀ ਡਿਗਰੀ ਇਹਦੇ ਅਗੇਂਸਟ ਪਾਸ ਹੋਣ ਦੀ ਸੰਭਾਵਨਾ ਹੈ ਇਨ ਫਿਊਚਰ। ਜੇ ਡਿਗਰੀ ਕੋਈ ਪਾਸ ਨਹੀਂ ਹੋਈ ਹੈਗੀ ਤਾਂ ਜਦੋਂ ਕੋਰਟ ਨੂੰ ਲੱਗੇ ਇਦਾਂ ਦੀ ਗੱਲ ਵੀ ਇਹ ਜਿਹੜਾ ਡਿਫੈਂਡੈਂਟ ਹੈ ਇਦਾਂ ਦਾ ਹੈਗਾ ਵੀ ਇਹ ਡਿਲੇ ਕਰਨ ਦੀ ਕੋਸ਼ਿਸ਼ ਕਰੇਗਾ, obstruction ਕਰਨ ਦੀ ਕੋਸ਼ਿਸ਼ ਕਰੇਗਾ, ਐਜੂਕੇਸ਼ਨ ਦੀ ਡਿਗਰੀ ਜਿਹਦੇ ਖਿਲਾਫ ਪਾਸ ਹੋ ਜਾਂਦੀ ਹੈ ਤਾਂ ਕੇਸ ਨੂੰ ਲਟਕਾਉਣ ਦੀ ਖਾਤਰ ਕੋਸ਼ਿਸ਼ ਕਰੇਗਾ, ਜਾਂ ਫਿਰ has absconded or left the local limits, ਜਾਂ ਫਿਰ ਇਹ ਭੱਜ ਜਾਏਗਾ, ਦੌੜ ਜਾਏਗਾ। ਰੂਲ 1 ਕਲੌਜ਼ A ਸਬ ਕਲੌਜ਼ 1, ਸਬ ਕਲੌਜ਼ 1 ਵਿੱਚ ਕੀ ਹੈ? has absconded, ਜਾਂ ਇਹ ਦੌੜ ਜਾਏਗਾ, ਦੂਰ ਹੋ ਜਾਏਗਾ, ਭੱਜ ਜਾਏਗਾ ਤੇ ਉਹਨਾਂ ਪਰ ਚਲਾ ਜਾਏਗਾ, ਜਾਂ ਲੈਫਟ ਦਾ ਲੋਕਲ ਲਿਮਿਟਸ ਆਫ ਦਾ jurisdiction of the ਕੋਰਟ ਦੇ ਜਿਹੜੇ ਅਧਿਕਾਰ ਖੇਤਰ ਤੋਂ ਬਾਹਰ ਚਲਾ ਜਾਏਗਾ, ਕहीं ਨਾ ਕहीं ਲੁਕ ਜਾਏਗਾ ਜਾ ਕੇ। about to abscond, ਜਾਂ ਇਹਦੇ ਮਤਲਬ ਕਿ ਸੰਭਾਵਨਾ ਹੈਗੀ ਹੈ ਜਾਣ ਦੀ, ਇੱਧਰ ਉੱਧਰ ਜਾਣ ਦੀ ਸੰਭਾਵਨਾ ਹੈਗੀ, ਔਰ ਲੀਵ ਦਾ ਲੋਕਲ ਲਿਮਿਟਸ ਆਫ ਦਾ jurisdiction of the ਕੋਰਟ, ਵੀ ਕੋਰਟ ਦੇ ਜਿਹੜੇ ਅਧਿਕਾਰ ਖੇਤਰ ਹੈ ਉਹ ਤੋਂ ਇੱਧਰ ਉੱਧਰ ਜਾਣ ਦੀ ਸੰਭਾਵਨਾ ਹੈਗੀ। ਤਾਂ ਅਜਿਹੀ ਸਥਿਤੀ ਦੇ ਵਿੱਚ ਕੀ ਹੁੰਦਾ? ਅਜਿਹੀ ਸਥਿਤੀ ਦੇ ਵਿੱਚ ਹੀ ਹੈਜ਼ ਡਿਸਪੋਜ਼ਡ ਆਫ ਔਰ ਰਿਮੂਵਡ ਫਰੋਮ ਲੋਕਲ ਲਿਮਿਟਸ, ਇਹਦੀ ਕੋਈ ਆਪਦੀ ਪ੍ਰਾਪਰਟੀ ਹੈ ਉਸ ਪ੍ਰਾਪਰਟੀ ਨੂੰ ਵੀ ਜਾਂ ਤਾਂ ਡਿਸਪੋਜ਼ ਆਫ ਕਰ ਸਕਦਾ ਹੈ, ਜਾਂ ਕਿਤੇ ਇੱਧਰ ਉੱਧਰ ਛੁਪਾ ਸਕਦਾ ਹੈਗਾ, ਕੋਰਟ ਦੇ ਅਧਿਕਾਰ ਖੇਤਰ ਤੋਂ ਬਾਹਰ ਲੈ ਕੇ ਜਾ ਸਕਦਾ ਹੈਗਾ। ਜਾਂ ਫਿਰ ਦੈਟ ਬੀ ਕਲੌਜ਼ ਕੀ ਹੈ? ਦੈਟ ਦਾ ਡਿਫੈਂਡੈਂਟ ਇਜ਼ ਅਬਾਊਟ ਟੂ ਲੀਵ ਇੰਡੀਆ, ਜਾਂ ਫਿਰ ਇਹ ਲੱਗਦਾ ਕੋਰਟ ਨੂੰ, ਕਿਵੇਂ ਲੱਗਦਾ ਕੋਰਟ ਨੂੰ? ਜੋ ਪਲੈਂਟਿਫ ਦੱਸੇਗਾ ਤਾਂ ਹੀ ਪਤਾ ਲੱਗੇਗਾ ਨਾ ਕੋਰਟ ਨੂੰ ਵੀ ਇਹ ਏਦਾਂ ਕੁਛ ਕਾਰਵਾਈ ਕਰਨ ਦੀ ਸੰਭਾਵਨਾ ਹੈਗੀ ਹੈ ਡਿਫੈਂਡੈਂਟ ਦੀ। ਠੀਕ ਹੈ, ਵੀ ਬਾਹਰ ਵੀ ਜਾ ਸਕਦਾ, ਇੰਡੀਆ ਛੱਡ ਕੇ ਭੱਜ ਵੀ ਸਕਦਾ ਹੈਗਾ। ਤਾਂ ਫਿਰ ਕੋਰਟ ਕੀ ਕਰੇਗੀ? ਤਾਂ ਕੋਰਟ ਮੇ ਇਸ਼ੂ ਅ ਵਾਰੰਟ ਟੂ ਅਰੈਸਟ ਦਾ ਡਿਫੈਂਡੈਂਟ। ਅਜਿਹੀ ਸਥਿਤੀ ਦੇ ਵਿੱਚ ਜੇ ਕੋਰਟ ਨੂੰ ਸੈਟਿਸਫੈਕਸ਼ਨ ਹੋ ਜਾਂਦੀ ਹੈ ਵੀ ਵਾਕਈ ਇਹ ਬੰਦਾ ਦੌੜ ਭੱਜ ਸਕਦਾ ਹੈਗਾ, ਤਾਂ ਕੋਰਟ ਅਰੈਸਟ ਵਾਰੰਟ ਜਾਰੀ ਕਰ ਸਕਦੀ ਹੈ ਉਸ ਬੰਦੇ ਦੇ, ਐਂਡ ਬ੍ਰਿੰਗ ਹਿਮ ਬਿਫੋਰ ਦਾ ਕੋਰਟ ਟੂ ਸ਼ੋ ਕਾਜ਼ ਵਾਈ ਹੀ ਸ਼ੁੱਡ ਨਾਟ ਫਰਨਿਸ਼ ਦਾ ਸਿਕਿਉਰਿਟੀ ਫਾਰ ਅਪੀਅਰੈਂਸ। ਤਾਂ ਉਸ ਵਿਅਕਤੀ ਨੂੰ ਅਰੈਸਟ ਕਰਕੇ ਵਾਰੰਟ ਜਾਰੀ ਕਰਕੇ ਅਰੈਸਟ ਕਰ ਸਕਦੀ ਹੈ, ਤੇ ਫਿਰ ਉਸ ਨੂੰ ਕਹਿ ਸਕਦੀ ਹੈ ਵੀ ਜੇ ਤੂੰ ਮਤਲਬ ਕਿ ਫਰਦਰ ਅਪੀਅਰੈਂਸ ਦੇ ਲਈ ਆਪਦੀ ਕੋਈ ਬੌਂਡ ਹੈ ਤਾਂ ਸਿਕਿਉਰਿਟੀ ਹੈ ਉਹ ਦੇ ਸਕਦਾ ਹੈ, ਤਾਂ ਤੈਨੂੰ ਸਿਕਿਉਰਿਟੀ ਦੇ ਬਿਹਾਫ 'ਤੇ ਜਿਹੜਾ ਹੈਗਾ ਰਿਲੀਜ਼ ਕੀਤਾ ਜਾ ਸਕਦਾ ਹੈ, ਤਾਂ ਕਿ ਸਮੇਂ ਸਿਰ ਤੂੰ ਕੋਰਟ ਦੇ ਵਿੱਚ ਹਾਜ਼ਰ ਹੋ ਸਕੇ। ਫਿਰ ਇੱਥੇ ਨਾਲ ਹੀ ਕਿਹਾ ਗਿਆ, ਇੱਕ ਪ੍ਰੋਵੀਜ਼ਨ ਦਿੱਤੀ ਗਈ ਹੈ ਇਹਦੀ ਇਸ ਪੈਰੇ ਦੇ ਵਿੱਚ, ਡਿਫੈਂਡੈਂਟ ਸ਼ੈਲ ਨਾਟ ਬੀ ਅਰੈਸਟਡ ਇਫ ਹੀ ਪੇਜ਼ ਟੂ ਦਾ ਆਫੀਸਰ ਇੰਟਰਸਟਡ ਵਿਦ ਦਾ ਐਗਜੀਕਿਊਸ਼ਨ ਆਫ ਦਾ ਵਾਰੰਟ, ਜਿਹੜਾ ਕੋਈ ਆਫੀਸਰ ਵਾਰੰਟ ਲੈ ਕੇ ਗਿਆ ਹੈਗਾ। ਠੀਕ ਹੈ, ਐਨੀ ਸਮ ਸਪੈਸੀਫਾਈਡ ਇਨ ਦਾ ਵਾਰੰਟ, ਜੇ ਕੋਈ ਸਮ ਦਾ ਕੋਈ ਪੈਸੇ ਦਾ ਝਗੜਾ ਹੈਗਾ, ਰੁਪਿਆਂ ਦਾ ਝਗੜਾ, ਮਨੀ ਦਾ ਕੇਸ ਹੈਗਾ, ਮਨੀ ਰਿਕਵਰੀ ਦਾ ਕੇਸ ਹੈਗਾ, ਜਿਹਨੇ ਪੈਸੇ ਦੀ ਰਿਕਵਰੀ ਦਾ ਕੇਸ ਹੈਗਾ, ਜੋ ਉਹਨੇ ਪੈਸੇ ਉਹ ਵਿਅਕਤੀ ਜਿਹੜਾ ਵਾਰੰਟ ਲੈ ਕੇ ਗਿਆ ਉਸ ਨੂੰ ਪੇ ਕਰ ਦਿੰਦਾ ਹੈ, ਤਾਂ ਫਿਰ ਉਸ ਨੂੰ ਜਿਹੜਾ ਹੈਗਾ ਅਰੈਸਟ ਨਹੀਂ ਕੀਤਾ ਜਾ ਸਕਦਾ। ਵਾਰੰਟ ਆਫ ਸਫੀਸ਼ੀਐਂਟ ਸੈਟੀਸਫਾਈ ਦਾ ਪਲੈਂਟਿਫ ਕਲੇਮ,
जो भी क्लेम किया गया तो उसको अरेस्ट नहीं किया जा सकता। ऑर्डर नंबर 2 ਕੀ ਹੈ ਸਿਕਿਉਰਿਟੀ ਕਾਦੀ ਅਪੀਅਰ ਹੁੰਦੀ ਫਰਦਰ ਕੋਰਟ ਦੇ ਵਿੱਚ where the defendant fails to show such cause the court shall order him either to deposit in the court money or other property sufficient to answer the claim against him। ਜੇਕਰ ਉਹ ਪੈਸੇ ਵਗੈਰਾ ਨਹੀਂ ਦਿੰਦਾ ਹੈਗਾ ਤਾਂ ਉਹਦੀ ਕੋਈ ਸਿਕਿਉਰਿਟੀ ਲਈ ਜਾ ਸਕਦੀ ਹੈ ਉਸ ਤੋਂ। or to furnish security for his appearance at any time when called upon, ਜਦੋਂ ਵੀ ਉਸ ਨੂੰ ਬੁਲਾਉਣ ਦੀ ਲੋੜ ਪਵੇ ਕੇਸ ਦੀ ਪੈਂਡੈਂਸੀ ਦੇ ਦੌਰਾਨ ਤਾਂ ਉਹ ਕੋਰਟ ਦੇ ਵਿੱਚ ਹਾਜ਼ਰ ਆਵੇ ਤਾਂ ਐਸੀ ਸਿਕਿਉਰਿਟੀ ਲੈ ਕੇ ਉਸ ਨੂੰ ਛੱਡਿਆ ਜਾ ਸਕਦਾ ਹੈ। ਐਵਰੀ ਸ਼ੋਰਟੀ ਫਾਰ ਦਾ ਅਪੀਅਰੈਂਸ ਆਫ ਦਾ ਡਿਫੈਂਡੈਂਟ ਸ਼ੈਲ ਬਾਈਂਡ, ਜਿਹੜਾ ਵੀ ਬੰਦਾ ਸਿਕਿਉਰਿਟੀ ਦਿੰਦਾ ਉਹਦੀ, ਠੀਕ ਹੈ, ਉਹ ਵੀ ਬਾਉਂਡ ਹੈਗਾ ਉਸ ਵਿਅਕਤੀ ਨੂੰ ਕੋਰਟ ਦੇ ਵਿੱਚ ਹਾਜ਼ਰ ਕਰਨ ਦਾ। ਇਨ ਡਿਫਾਲਟ ਆਫ ਦਾ ਸੱਚ ਅਪੀਅਰੈਂਸ ਟੂ ਪੇ ਐਨੀ ਸਮ, ਜਦੋਂ ਕਦੇ ਜਿਹੜਾ ਹੈਗਾ ਡਿਫੈਂਡੈਂਟ ਹਾਜ਼ਰ ਨਹੀਂ ਆਉਂਦਾ ਤਾਂ ਜਿਹੜਾ ਸਿਕਿਉਰਿਟੀ ਹੈਗਾ ਉਹਦੀ ਪੇਮੈਂਟ ਦੇਣ ਦਾ ਜ਼ਿੰਮੇਵਾਰ ਬਣ ਜਾਂਦਾ ਹੈ, ਜਿਹੜੀ ਪੇਮੈਂਟ ਡਿਫੈਂਡੈਂਟ ਨੇ ਦੇਣੀ ਹੁੰਦੀ ਹੈ। ਆਰਡਰ ਨੰਬਰ 3 ਚ ਕੀ ਗਿਆ ਹੈਗਾ ਪ੍ਰੋਸੀਜਰ ਔਨ ਐਪਲੀਕੇਸ਼ਨ ਬਾਈ ਸ਼ੋਰਟੀ ਟੂ ਬੀ ਡਿਸਚਾਰਜ। ਜੇ ਕਿਤੇ ਕਿਸੇ ਕਾਰਨ ਜਿਹੜਾ ਸ਼ੋਰਟੀ ਹੈਗਾ ਪ੍ਰੋਸੀਜਰ ਔਨ ਐਪਲੀਕੇਸ਼ਨ ਬਾਈ ਦਾ ਸ਼ੋਰਟੀ ਟੂ ਬੀ ਡਿਸਚਾਰਜ, ਜੇ ਕਿਤੇ ਜਿਹੜਾ ਜਿਹਨੇ ਸ਼ੋਰਟੀ ਦਿੱਤੀ ਸੀਗੀ ਉਹ ਕਹਿੰਦਾ ਵੀ ਮੈਨੂੰ ਅੱਗੇ ਫਰਦਰ ਜਿਹਨੇ ਦੇ ਠੀਕ ਹੈ ਮੈਂ ਹੁਣ ਫਰਦਰ ਇਹਦੀ ਜਿਹੜੀ ਸ਼ੋਰਟੀ ਨਹੀਂ ਦੇ ਸਕਦਾ ਤਾਂ ਕੀ ਹੋਏਗਾ ਆ ਸ਼ੋਰਟੀ ਫਾਰ ਦਾ ਅਪੀਅਰੈਂਸ ਆਫ ਅ ਡਿਫੈਂਡੈਂਟ ਮੇ ਐਟ ਐਨੀ ਟਾਈਮ, ਜਿਹੜਾ ਵੀ ਕੋਈ ਗਰੰਟਰ ਹੈਗਾ ਜਿਹਨੇ ਕੋਈ ਸ਼ੋਰਟੀ ਦਿੱਤੀ ਵੀ ਹੈ ਉਹ ਕੋਰਟ ਨੂੰ ਅਪਲਾਈ ਕਰ ਸਕਦਾ ਹੈ, ਅਰਜੀ ਦੇ ਸਕਦਾ ਹੈ ਵੀ ਮੈਂ ਫਰਦਰ ਮੈਂ ਜ਼ਿੰਮੇਵਾਰ ਨਹੀਂ ਇਸ ਬੰਦੇ ਦਾ, ਹੁਣ ਤੁਸੀਂ ਇਸ ਨੂੰ ਆ ਪੇਸ਼ ਕਰਤਾ ਮੈਨੇ ਫਰਦਰ ਜਿਹੜੀ ਹੈਗੀ ਮੈਂ ਮੇਰੀ ਸ਼ੋਰਟੀ ਨਹੀਂ ਗਮ ਕਰੀ, ਮੇਰੀ ਕੋਈ ਗਰੰਟੀ ਨਹੀਂ ਹੈਗੀ, ਤਾਂ ਜਿਹੜਾ ਉਹ ਅਰਜੀ ਦੇ ਸਕਦਾ ਵੀ ਆਪਣੀ ਜਿਹੜੀ ਸ਼ੋਰਟੀ ਹੈ ਮੇਰੀ ਉਹਨੂੰ ਡਿਸਚਾਰਜ ਕੀਤਾ ਜਾਵੇ ਤੇ ਆਪਦਾ ਤੁਸੀਂ ਦੇਖਣਾ ਕੀ ਕਰਨਾ ਤੁਸੀਂ ਉਹ ਕਰੋ, ਇਹਦਾ ਫਰਦਰ ਕੋਈ ਹੋਰ ਸਿਕਿਉਰਿਟੀ ਲੈਣੀ ਹੈ ਜਾਂ ਫਿਰ ਇਹਨੂੰ ਅਰੈਸਟ ਕਰ ਲਓ। On such application being made, the court shall summon the defendant to appear, ਤਾਂ ਕੋਰਟ ਵੱਲੋਂ ਸਮਨ ਭੇਜਿਆ ਜਾਏਗਾ ਉਸ ਨੂੰ ਹਾਜ਼ਰ ਹੋਣ ਦੀ ਖਾਤਰ ਡਿਫੈਂਡੈਂਟ ਨੂੰ, ਜਦੋਂ ਕਿਸੇ ਸ਼ੋਰਟੀ ਨੇ ਅਰਜੀ ਦਿੱਤੀ ਹੋਵੇ ਵੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਇਨ ਫਿਊਚਰ, ਇਫ ਇਟ ਥਿੰਕਸ ਫਿਟ ਮੇ ਇਸ਼ੂ ਅ ਵਾਰੰਟ ਫਾਰ ਹਿਸ ਅਰੈਸਟ, ਦਾ ਜੇ ਕੋਰਟ ਹੈਗੀ ਹੈ ਵੀ ਸਮਨ ਭੇਜ ਕੇ ਬੁਲਾਇਆ ਜਾ ਸਕਦਾ ਉਸ ਨੂੰ ਜਾਂ ਫਿਰ ਵਾਰੰਟ ਭੇਜ ਕੇ ਵੀ ਉਹਨੂੰ ਬੁਲਾਇਆ ਜਾ ਸਕਦਾ ਕੋਰਟ ਦੇ ਵਿੱਚ। ਔਨ ਦਾ ਅਪੀਅਰੈਂਸ ਆਫ ਦਾ ਡਿਫੈਂਡੈਂਟ ਇਨ ਪਰਸੂਐਂਸ ਆਫ ਦਾ ਸਮਨ ਔਰ ਵਾਰੰਟ, ਜਦੋਂ ਉਹ ਵਿਅਕਤੀ ਹਾਜ਼ਰ ਰਹਿੰਦਾ ਸੰਬੰਧ ਦੇ ਵਿੱਚ ਜਾਂ ਵਾਰੰਟ ਦੇ ਵਿੱਚ ਤੇ ਔਰ ਔਨ ਹਿਸ ਵਲੰਟਲੀ ਸੈਂਡਰ ਜਾਂ ਖੁਦ ਕੋਰਟ ਦੇ ਵਿੱਚ ਉਹ ਜਿਹੜਾ ਵਿਅਕਤੀ ਸ਼ੋਰਟੀ ਹੈਗਾ ਉਹਨੂੰ ਲੈ ਕੇ ਆ ਜਾਂਦਾ ਹੈ। ਦਾ ਕੋਰਟ ਸ਼ੈਲ ਡਾਇਰੈਕਟ ਦਾ ਸ਼ੋਰਟੀ ਟੂ ਬੀ ਡਿਸਚਾਰਜਡ ਫਰੋਮ ਹਿਸ ਓਬਲੀਗੇਸ਼ਨ, ਕੋਰਟ ਜਿਹੜੀ ਹੈਗੀ ਆ ਉਹ ਆਰਡਰ ਕਰ ਦਿੰਦੀ ਹੈ ਜਿਹੜਾ ਸ਼ੋਰਟੀ ਪਹਿਲੇ ਵਿਅਕਤੀ ਨੇ ਦਿੱਤੀ ਵੀ ਹੈ ਉਹਨੂੰ ਡਿਸਚਾਰਜ ਕਰ ਜਾਂਦੀ ਹੈ। ਐਂਡ ਸ਼ੈਲ ਕਾਲ ਅਪਨ ਦਾ ਡਿਫੈਂਡੈਂਟ ਟੂ ਫਾਈਂਡ ਆ ਫਰੈਸ਼ ਸਿਕਿਉਰਿਟੀ, ਫਿਰ ਡਿਫੈਂਡੈਂਟ ਨੂੰ ਕਿਹਾ ਜਾਂਦਾ ਹੈ ਵੀ ਨਹੀਂ ਤਾਂ ਤੂੰ ਅੰਦਰ ਜਾ ਜਾਂ ਫਿਰ ਕਿਸੇ ਹੋਰ ਵਿਅਕਤੀ ਦੀ ਨਵੀਂ ਸ਼ੋਰਟੀ ਦੇ ਦੇ। ਠੀਕ ਹੈ ਜੀ। ਰੂਲ ਨੰਬਰ 4 ਹੈਗਾ ਪ੍ਰੋਸੀਜਰ ਵੇਅਰ ਡਿਫੈਂਡੈਂਟ ਫੇਲਸ ਟੂ ਫਰਨਿਸ਼ ਸਿਕਿਉਰਿਟੀ ਔਰ ਫਾਈਂਡ ਫਰੈਸ਼ ਸਿਕਿਉਰਿਟੀ, ਜਦੋਂ ਕਦੇ ਜਿਹੜਾ ਡਿਫੈਂਡੈਂਟ ਹੈਗਾ ਉਹਨੂੰ ਹੋਰ ਸਿਕਿਉਰਿਟੀ ਵਾਲਾ ਨਹੀਂ ਮਿਲਦਾ, ਕੋਈ ਸ਼ੋਰਟੀ ਨਹੀਂ ਮਿਲਦੀ, ਠੀਕ ਹੈ, ਫੇਲ ਹੋ ਜਾਂਦਾ ਹੈ, ਤਾਂ ਕੀ ਹੈਗਾ ਦਾ ਕੋਰਟ ਮੇ ਕਮਿਟ ਹਿਮ ਟੂ ਅ ਸਿਵਲ ਪ੍ਰਿਜ਼ਨ, ਕੋਰਟ ਉਸ ਨੂੰ ਜੇਲ੍ਹ 'ਚ ਭੇਜ ਦਿੰਦੀ ਹੈ ਅੰਟਿਲ ਦਾ ਡਿਸੀਜਨ ਆਫ ਦਾ ਸੂਟ, ਜਦੋਂ ਤੱਕ ਕੇਸ ਦਾ ਜਿਹੜਾ ਹੈਗਾ ਫੈਸਲਾ ਨਹੀਂ ਹੋ ਜਾਂਦਾ। ਔਰ ਵੇਅਰ ਅ ਡਿਗਰੀ ਇਜ਼ ਪਾਸਡ ਅਗੇਂਸਟ ਦਾ ਡਿਫੈਂਡੈਂਟ ਅੰਟਿਲ ਦਾ ਡਿਗਰੀ ਹੈਜ਼ ਬੀਨ ਸੈਟੀਸਫਾਈਡ, ਜੇ ਕੋਈ ਡਿਗਰੀ ਉਹਦੇ ਖਿਲਾਫ ਪਾਸ ਹੋਈ ਵੀ ਹੈ ਤਾਂ ਜਦੋਂ ਤੱਕ ਡਿਗਰੀ ਸੈਟੀਸਫਾਈ ਨਹੀਂ ਹੋ ਜਾਂਦੀ, ਡਿਗਰੀ ਦੀ ਪੇਮੈਂਟ ਉਹ ਅਦਾ ਨਹੀਂ ਕਰ ਦਿੰਦਾ, ਉਦੋਂ ਤੱਕ ਉਹ ਜੇਲ੍ਹ ਦੇ ਵਿੱਚ ਬੰਦ ਰਹੇਗਾ। ਪਰ ਨਾਲ ਹੀ ਪ੍ਰੋਵੀਜ਼ਨ ਦਿੱਤੀ ਗਈ ਹੈ ਉਸ ਵਿਅਕਤੀ ਨੂੰ ਇਸ ਕੰਮ ਦੇ ਵਿੱਚ 6 ਮਹੀਨੇ ਤੋਂ ਵੱਧ ਜੇਲ੍ਹ ਦੇ ਅੰਦਰ ਨਹੀਂ ਰੱਖਿਆ ਜਾ ਸਕਦਾ। ਜੇ ਕੋਈ ਕੇਸ ਜਿਹੜਾ no person shall be detained in prison under this rule in any case for a longer period of than 6 months nor for a longer period than 6 weeks। ਦੂਜੀ ਕਲਾਸ ਇਹ ਵੀ ਹੈਗੀ ਹੈ ਪ੍ਰੋਵੀਜ਼ਨ, ਦੂਜੀ ਇਹ ਵੀ ਹੈਗੀ ਹੈ ਜੇਕਰ ਜਿਹੜਾ ਮਾਮਲਾ ਲੈਣ ਦੇਣ ਦਾ, ਹੁਣ ਪੁਰਾਣੀ ਗੱਲ ਹੋ ਗਈ ਹੈ ਤਾਂ 50 ਰੁਪਏ ਦੀ ਗੱਲ ਹੈ, ਕਿਤੇ ਚੇਂਜ ਕੀਤੀ ਗਈ ਹੋਵੇ ਮੈਨੂੰ ਨਹੀਂ ਪਤਾ ਹੈਗਾ, ਪਰ ਜੇ ਕਿਤੇ 50 ਰੁਪਏ ਦੀ ਲੈਣ ਦੇਣ ਦੀ ਗੱਲ ਹੈਗੀ ਤਾਂ ਸਿਰਫ 6 ਵੀਕ ਹੈਗੇ ਹੈ, 6 ਵੀਕ ਤੋਂ ਵੱਧ ਕਿਸੇ ਵਿਅਕਤੀ ਨੂੰ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ। Provided that no person shall be detained in the prison under this rule after he has complied with the such order, ਜਦੋਂ ਉਹਨੇ ਆਰਡਰ ਦੀ ਕੰਪਲੇਂਟ ਕਰ ਦਿੱਤੀ, ਪੇਮੈਂਟ ਦੇ ਦਿੱਤੀ, ਤਾਂ ਫਿਰ ਉਸ ਨੂੰ ਹੈਗਾ ਜੇਲ੍ਹ ਤੋਂ ਛੱਡ ਦਿੱਤਾ ਜਾਂਦਾ ਹੈ। ਰੂਲ ਨੰਬਰ 5 ਕੀ ਹੈ ਅਟੈਚਮੈਂਟ ਬਿਫੋਰ ਦਾ ਜਜਮੈਂਟ, ਕਿਸੇ ਵਿਅਕਤੀ ਦੀ ਪ੍ਰਾਪਰਟੀ ਨੂੰ ਅਟੈਚ ਕਰਨਾ ਜਜਮੈਂਟ ਤੋਂ ਪਹਿਲਾਂ ਹੀ। ਜਜਮੈਂਟ ਪਾਸ ਹੁੰਦੀ ਹੈ, ਡਿਗਰੀ ਪਾਸ ਹੁੰਦੀ ਹੈ, ਫਿਰ ਤਾਂ ਪ੍ਰਾਪਰਟੀ ਨੂੰ ਅਟੈਚ ਕੀਤਾ ਜਾਂਦਾ ਹੈ, ਇਹ ਤਾਂ ਰੂਟੀਨ ਮੈਟਰ ਹੈਗਾ, ਠੀਕ ਹੈ। ਪਰ ਜਿਹੜਾ ਆਰਡਰ ਹੈਗਾ 38 ਹੈਗਾ, ਇਟ ਇਜ਼ ਸਪੈਸ਼ਲ ਆਰਡਰ, ਜਜਮੈਂਟ ਤੋਂ ਪਹਿਲਾਂ ਹੀ ਕਿਸੇ ਦੀ ਵਿਅਕਤੀ ਦੀ ਪ੍ਰਾਪਰਟੀ ਨੂੰ ਅਟੈਚ ਕਰਨਾ, ਠੀਕ ਹੈ। ਇਹ ਜਿਵੇਂ ਉੱਪਰ ਅਸੀਂ ਪੜ੍ਹ ਕੇ ਗਏ ਹਾਂ ਰੂਲ ਨੰਬਰ 1 2 3 4, ਉਹ ਵਿਅਕਤੀ ਉਹ ਡਿਫੈਂਡੈਂਟ ਜਿੱਥੇ ਕੋਰਟ ਨੂੰ ਲੱਗਦਾ ਵੀ ਇਹ ਦੌੜ ਜਾਏਗਾ ਭੱਜ ਜਾਏਗਾ,
ठीक है, where the defendant may be called upon to furnish security for the production of property। ਜਦੋਂ ਕਿਸੇ ਵਿਅਕਤੀ ਨੂੰ ਡਿਫੈਂਡੈਂਟ ਨੂੰ ਕਿਹਾ ਜਾਂਦਾ ਹੈ ਵੀ ਤੁਸੀਂ ਆਪਣੀ ਸਿਕਿਉਰਿਟੀ ਦੇ for the production of the property, where at any stage of a suit the court is satisfied by the affidavit or otherwise that the defendant with intent to obstruct or delay execution of a degree। ਜਿੱਥੇ ਕੋਰਟ ਨੂੰ ਲੱਗਦਾ ਹੈ ਵੀ ਜਿਹੜਾ ਡਿਫੈਂਡੈਂਟ ਹੈਗਾ ਜਿਹਦੇ ਖਿਲਾਫ ਡਿਗਰੀ ਪਾਸ ਹੋ ਜਾਂਦੀ ਹੈ ਇਨ ਫਿਊਚਰ, ਤਾਂ ਉਸ ਡਿਗਰੀ ਨੂੰ ਇਹ ਜਿਹੜਾ obstruct ਕਰੇਗਾ, obstruction ਕਰੇਗਾ, ਲਾਗੂ ਹੋਣ ਤੋਂ ਰੋਕੇਗਾ, that may be passed against him is about to dispose of the whole or any part of the property। ਕੋਰਟ ਨੂੰ ਲੱਗਦਾ ਵੀ ਇਹ ਆਪਦੀ ਪ੍ਰਾਪਰਟੀ ਹੈ ਜਿਹਦੇ ਖਿਲਾਫ ਡਿਗਰੀ ਪਾਸ ਹੋਣ ਦੀ ਸੰਭਾਵਨਾ ਹੈਗੀ ਹੈ, ਠੀਕ ਹੈ, ਉਹ ਪ੍ਰਾਪਰਟੀ ਨੂੰ ਸੇਲ ਕਰ ਸਕਦਾ, ਟ੍ਰਾਂਸਫਰ ਕਰ ਸਕਦਾ, ਇਧਰ ਉਧਰ ਵੀ ਕਰ ਸਕਦਾ ਹੈ। about to remove the whole or any part of the property from the local limits of the jurisdiction। ਜੇਕਰ ਤੇ ਪ੍ਰਾਪਰਟੀ ਮੂਵੇਬਲ ਹੈਗੀ ਹੈ ਤਾਂ ਉਸ ਪ੍ਰਾਪਰਟੀ ਨੂੰ ਆਪਦੀ ਕੋਰਟ ਦੇ ਅਧਿਕਾਰ ਖੇਤਰ ਤੋਂ ਬਾਹਰ ਵੀ ਕਿਤੇ ਜਾ ਕੇ ਵੇਚ ਵੀ ਸਕਦਾ, ਟ੍ਰਾਂਸਫਰ ਵੀ ਕਰ ਸਕਦਾ, ਇਧਰ ਉਧਰ ਛਪਾ ਵੀ ਸਕਦਾ ਹੈ। ਤਾਂ ਕੋਰਟ ਕੀ ਕਰਦੀ ਹੈ? The court may direct the defendant within a time to be fixed by it। ਤਾਂ ਕੋਰਟ ਡਿਫੈਂਡੈਂਟ ਨੂੰ ਡਾਇਰੈਕਸ਼ਨ ਦੇਵੇਗੀ, ਟਾਈਮ ਲਿਮਿਟ ਫਿਕਸ ਕੀਤਾ ਜਾਵੇਗਾ, ਆਈਦਰ ਟੂ ਫਿਨਿਸ਼ ਦਾ ਸਿਕਿਉਰਿਟੀ, ਜਾਂ ਤਾਂ ਆਪਣੀ ਸਿਕਿਉਰਿਟੀ ਪੇਸ਼ ਕਰੋ, ਜ਼ਿੰਮੇਵਾਰੀ ਇਸ ਗੱਲ ਦੀ, ਇਨ ਸਮ ਐਜ਼ ਮੇ ਬੀ ਸਪੈਸੀਫਾਈਡ ਇਨ ਦਾ ਆਰਡਰ। ਜਿਹੜਾ ਆਰਡਰ ਜਿਹਦੇ ਬੇਸ ਤੇ ਜਿਹੜਾ ਦਾਵਾ ਪਾਇਆ ਗਿਆ ਹੈ, ਆਰਡਰ ਕਰ ਦੇਗੀ ਵੀ ਇਹ ਇੰਨੇ ਪੈਸੇ ਦਾ ਤੇਰੇ ਖਿਲਾਫ ਦਾਵਾ ਚੱਲਦਾ ਹੈਗਾ, ਵੀ ਇੰਨੇ ਪੈਸੇ ਦਾ ਤੂੰ ਸਿਕਿਉਰਿਟੀ ਦੇ ਦੇ ਕਿਸੇ ਬੰਦੇ ਦੀ, ਟੂ ਪ੍ਰੋਡਿਊਸ ਐਂਡ ਪਲੇਸ ਐਟ ਦਾ ਡਿਸਪੋਜ਼ਲ ਆਫ ਦਾ ਕੋਰਟ। ਕੋਰਟ ਦੇ ਵਿੱਚ ਸਿਕਿਉਰਿਟੀ ਦੇ ਵੈਨ ਰਿਕੁਆਇਰਡ ਦਾ ਸੈਟ ਪ੍ਰਾਪਰਟੀ ਔਰ ਵੈਲਿਊ ਆਫ ਦਾ ਸੇਮ। ਜਦੋਂ ਵੀ ਜ਼ਰੂਰਤ ਪਵੇ ਤਾਂ ਉਹ ਜਿਹੜੀ ਪ੍ਰਾਪਰਟੀ ਤੋਂ ਜਿਹੜੀ ਰਿਕਵਰੀ ਕੀਤੀ ਜਾ ਸਕੇ, ਐਜ਼ ਮੇ ਬੀ ਸਫੀਸ਼ੀਐਂਟ ਟੂ ਸੈਟਿਸਫਾਈ ਦਾ ਡਿਗਰੀ। ਤਾਂ ਕਿ ਜਿਹੜੀ ਡਿਗਰੀ ਪਾਸ ਹੋਣੀ ਹੈ ਇਹਦੇ ਖਿਲਾਫ ਹੋਣ ਦੀ ਸੰਭਾਵਨਾ ਹੈਗੀ ਹੈ, ਤਾਂ ਉਹ ਡਿਗਰੀ ਦੀ ਜਿਹੜੀ ਪੇਮੈਂਟ ਹੈ ਉਸ ਪ੍ਰਾਪਰਟੀ ਤੋਂ ਰਿਕਵਰੀ ਕੀਤੀ ਜਾ ਸਕੇ। ਔਰ ਟੂ ਅਪੀਅਰ ਐਂਡ ਸ਼ੋ ਕਾਜ਼ ਵਾਈ ਸ਼ੁੱਡ ਨਾਟ ਫਰਨਿਸ਼ ਦਾ ਸਿਕਿਉਰਿਟੀ। ਜਾਂ ਫਿਰ ਉਹਨੂੰ ਕਿਹਾ ਜਾ ਸਕਦਾ ਤੂੰ ਆ ਕੇ ਪੇਸ਼ ਹੋ ਕੇ ਜਵਾਬ ਦੇ ਵੀ ਤੂੰ ਸਿਕਿਉਰਿਟੀ ਦੇਣ ਦੀ ਲੋੜ ਕਿਉਂ ਨਹੀਂ ਹੈਗੀ। ਸਬ ਰੂਲ 2 ਕੀ ਹੈ? ਦਾ ਪਲੈਂਟਿਫ ਸ਼ੈਲ ਅਨਲੈਸ ਦਾ ਕੋਰਟ ਅਦਰਵਾਈਜ਼ ਡਾਇਰੈਕਟਸ ਸਪੈਸੀਫਾਈ ਦਾ ਪ੍ਰਾਪਰਟੀ ਰਿਕੁਆਇਰਡ ਟੂ ਬੀ ਅਟੈਚਡ ਐਂਡ ਐਸਟੀਮੇਟਡ ਵੈਲਿਊ ਦੇਅਰਆਫ। ਤਾਂ ਗਿਵ ਬੈਕ ਦਾ ਪਲੈਂਟਿਫ, ਜਿਹੜਾ ਪਲੈਂਟਿਫ ਹੈਗਾ ਫਿਰ ਉਹ ਕੋਰਟ ਦੇ ਵਿੱਚ ਦੱਸਦਾ ਹੈਗਾ, ਸਪੈਸੀਫਾਈ ਕਰਦਾ ਵੀ ਆਹ ਪ੍ਰਾਪਰਟੀ ਹੈ, ਇਹਨੂੰ ਅਟੈਚ ਕੀਤਾ ਜਾ ਸਕਦਾ ਹੈ, ਇਹਦੀ ਐਸਟੀਮੇਟ ਵੈਲਿਊ ਇੰਨੀ ਹੈਗੀ ਹੈ। ਦਾ ਕੋਰਟ ਮੇ ਆਲਸੋ ਇਨ ਆਰਡਰ ਡਾਇਰੈਕਟ ਦਾ ਕੰਡੀਸ਼ਨਲ ਅਟੈਚਮੈਂਟ। ਤਾਂ ਫਿਰ ਜਿਹੜੀ ਕੋਰਟ ਹੈਗੀ ਹੈ ਉਹਦੀ ਕੰਡੀਸ਼ਨਲ ਅਟੈਚਮੈਂਟ ਕਰ ਸਕਦੀ ਹੈ ਉਸ ਪ੍ਰਾਪਰਟੀ ਦੀ। ਸਾਰੀ ਪ੍ਰਾਪਰਟੀ ਅਟੈਚ ਵੀ ਕੀਤੀ ਜਾ ਸਕਦੀ ਹੈ, ਉਹਦਾ ਕੁਝ ਪੋਰਸ਼ਨ ਵੀ ਅਟੈਚ ਕੀਤਾ ਜਾ ਸਕਦਾ ਜਿਸ ਤੋਂ ਉਹ ਜਿਹੜੀ ਅਮਾਊਂਟ ਹੈਗੀ ਉਹ ਰਿਕਵਰੀ ਪੂਰੀ ਹੋ ਸਕਦੀ ਹੋਵੇ। ਇਫ ਐਨ ਆਰਡਰ ਆਫ ਅਟੈਚਮੈਂਟ ਇਜ਼ ਮੇਡ ਵਿਦਆਊਟ ਕੰਪਲਾਈਂਗ ਵਿਦ ਦਾ ਪ੍ਰੋਵੀਜ਼ਨਸ ਆਫ ਸਬ ਰੂਲ 1। ਜੇਕਰ ਜਿਹੜਾ ਡਿਫੈਂਡੈਂਟ ਹੈ ਉਸ ਨੂੰ ਮੌਕਾ ਦਿੱਤੇ ਬਗੈਰ ਸਿਕਿਉਰਿਟੀ ਦੇਣ ਦਾ ਰੂਲ 5 ਦੇ ਜਿਹੜੇ ਸੈਕਸ਼ਨ ਸਬ ਸੈਕਸ਼ਨ 1 ਹੈਗੇ ਆ, 1 ਤੋਂ ਲੈ ਕੇ 3 ਤੱਕ, 1 to 3, ਜੇ ਉਹਨੂੰ ਕੋਈ ਮੌਕਾ ਚਾਂਸ ਨਹੀਂ ਦਿੱਤਾ ਗਿਆ, ਓਪਰਚੁਨਿਟੀ ਨਹੀਂ ਦਿੱਤੀ ਗਈ, ਪਰ ਫਿਰ ਡਾਇਰੈਕਟਲੀ ਤੌਰ ਤੇ ਜਿਹੜੀ ਪ੍ਰਾਪਰਟੀ ਅਟੈਚ ਕਰ ਲਈ ਜਾਂਦੀ ਹੈ, ਠੀਕ ਹੈ, ਇਟ ਇਜ਼ ਨਾਟ ਵੈਲਿਡ, ਇਹ void ਆਰਡਰ ਹੁੰਦਾ ਹੈ। ਅਟੈਚਮੈਂਟ ਵੇਅਰ ਕਾਜ਼ ਨਾਟ ਸ਼ੋਨ ਔਰ ਸਿਕਿਉਰਿਟੀ ਨਾਟ ਫਰਨਿਸ਼ਡ। ਜਿੱਥੇ ਕੋਈ ਕਾਰਨ ਨਹੀਂ ਦੱਸਦਾ ਡਿਫੈਂਡੈਂਟ, ਨਾ ਹੀ ਸਿਕਿਉਰਿਟੀ ਦਿੰਦਾ ਹੈ, ਠੀਕ ਹੈ, ਉਸ ਕੇਸ ਦੇ ਵਿੱਚ ਵੇਅਰ ਦਾ ਡਿਫੈਂਡੈਂਟ ਫੇਲਸ ਟੂ ਸ਼ੋ ਕਾਜ਼ ਵਾਈ ਦਾ ਸ਼ੁੱਡ ਨਾਟ ਬੀ ਫਰਨਿਸ਼ ਦਾ ਸਿਕਿਉਰਿਟੀ, ਵੀ ਉਹ ਸਿਕਿਉਰਿਟੀ ਕਿਉਂ ਨਹੀਂ ਦੇ ਕਿਉਂ ਲੋੜ ਨਹੀਂ ਦੇਣ ਦੀ ਉਸਨੂੰ, ਜਾਂ ਫੇਲ ਹੋ ਜਾਂਦਾ ਆਪਣੀ ਸਿਕਿਉਰਿਟੀ ਦੇਣ ਦੇ ਫੇਲ ਹੋ ਜਾਂਦਾ ਹੈ ਵਿਦਿਨ ਦਾ ਟਾਈਮ ਫਿਕਸਡ ਬਾਈ ਦਾ ਕੋਰਟ। ਜਦੋਂ ਜਿੰਨਾ ਸਮਾਂ ਕੋਰਟ ਨੇ ਨਿਸ਼ਚਿਤ ਕੀਤਾ ਸੀਗਾ ਉਸ ਸਮੇਂ ਦੇ ਅੰਦਰ ਸਿਕਿਉਰਿਟੀ ਪੇਸ਼ ਨਹੀਂ ਕਰਦਾ ਹੈਗਾ ਤਾਂ ਕੋਰਟ ਮੇ ਆਰਡਰ ਦੈਟ ਦਾ ਪ੍ਰਾਪਰਟੀ ਸਪੈਸੀਫਾਈਡ or such portion thereof as appears sufficient to satisfy the decree which may be passed a suit attach ਕੀਤੀ ਸਕਦਾ ਕੋਰਟ ਵੱਲੋਂ ਉਨੀ ਪ੍ਰਾਪਰਟੀ ਉਹਦੀ। where the defendant shows such cause of furnishes the required security। ਜਦੋਂ ਕਦੇ ਕੋਰਟ ਜਿਹੜੀ ਹੈਗੀ ਹੈ ਉਹ ਸਿਕਿਉਰਿਟੀ ਦੇ, ਜੋ ਵਿਅਕਤੀ ਜਿਹੜਾ ਡਿਫੈਂਡੈਂਟ ਹੈ ਸਿਕਿਉਰਿਟੀ ਦੇ ਦਿੰਦਾ ਹੈ, ਠੀਕ ਹੈ, ਜਾਂ ਕਾਰਨ ਸੈਟੀਸਫਾਈ ਕਰਾਉਂਦਾ ਕੋਰਟ ਨੂੰ, ਤਾਂ ਕੋਰਟ ਜਿਹੜੀ ਕੀਤੀ ਹੋਈ ਅਟੈਚਮੈਂਟ ਹੈਗੀ ਹੈ ਉਸ ਨੂੰ ਰਿਲੀਜ਼ ਕਰ ਦਿੰਦੀ ਹੈ। ਅਟੈਚਮੈਂਟ ਕਰਨ ਦਾ ਤਰੀਕਾ ਕੀ ਹੈਗੀ ਹੈ? ਜਿਵੇਂ ਐਗਜੀਕਿਊਸ਼ਨ ਦੇ ਵਿੱਚ ਅਸੀਂ ਅਟੈਚ ਕਰਦੇ ਹਾਂ, ਕੋਈ ਡਿਗਰੀ ਪਾਸ ਹੋਈ ਹੁੰਦੀ ਹੈ, ਡਿਗਰੀ ਦੀ ਐਗਜੀਕਿਊਸ਼ਨ ਦੇ ਲਈ ਅਸੀਂ ਕੋਈ ਪ੍ਰਾਪਰਟੀ ਅਟੈਚ ਕਰਦੇ ਹਾਂ, ਉਹੀ ਤਰੀਕਾ ਜਿਹੜਾ ਹੈਗਾ ਇੱਥੇ ਅਡਾਪਟ ਕੀਤਾ ਜਾਂਦਾ ਹੈ। ਐਡਜੁਡੀਕੇਸ਼ਨ ਆਫ ਕਲੇਮ ਟੂ ਦਾ ਪ੍ਰਾਪਰਟੀ ਅਟੈਚਡ ਬਿਫੋਰ ਦਾ ਜਜਮੈਂਟ। ਜਦੋਂ ਕਿਸੇ ਪ੍ਰਾਪਰਟੀ ਨੂੰ ਅਟੈਚ ਕੀਤਾ ਜਾਂਦਾ ਹੈ ਤਾਂ ਮਨਾਦੀ ਕੀਤੀ ਜਾਂਦੀ ਹੈ। ਮਨਾਦੀ ਕਰਕੇ ਜਦੋਂ ਕੋਈ ਵਿਅਕਤੀ ਨੂੰ ਕਿਸੇ ਨੂੰ ਹੋਰ ਨੂੰ ਇਤਰਾਜ਼ ਹੁੰਦਾ ਹੈ ਤਾਂ ਉਹਦੇ ਇਤਰਾਜ਼ ਵੀ ਲੈ ਜਾਂਦੇ ਆ, ਇਤਰਾਜ਼ ਲੈ ਕੇ ਉਹਨੂੰ ਸੁਣਿਆ ਵੀ ਜਾਂਦਾ ਹੈ। ਸੁਣ ਕੇ ਜੇਕਰ ਕਿਸੇ ਉਹ ਅਟੈਚਮੈਂਟ ਆਰਡਰ ਵਿੱਚ ਕੋਈ
ਅਮੈਂਡਮੈਂਟ ਕੀਤੀ ਜਾਣੀ ਹੋਵੇ ਜਾਂ ਫਿਰ ਅਟੈਚਮੈਂਟ ਦਾ ਆਰਡਰ ਕੈਂਸਲ ਕੀਤਾ ਜਾਣਾ ਹੋਵੇ, ਜਿਹੜਾ ਹੈਗਾ ਕੋਰਟ ਦੀ ਮਰਜ਼ੀ ਹੈਗੀ ਹੈ, ਕੋਰਟ ਆਪਣਾ ਜਿਹੜਾ ਆਰਡਰ ਹੈ ਉਹ ਚੇਂਜ ਵੀ ਕਰ ਸਕਦੀ ਹੈ, ਅਮੈਂਡ ਵੀ ਕਰ ਸਕਦੀ ਹੈ ਤੇ ਵਾਪਸ ਵੀ ਲੈ ਸਕਦੀ ਹੈ। ਰੂਲ ਨੰਬਰ 9 ਕੀ ਹੈਗਾ, ਰਿਮੂਵਲ ਆਫ ਅਟੈਚਮੈਂਟ ਵੈਨ ਸਿਕਿਉਰਿਟੀ ਫਰਨਿਸ਼ਿਸ ਔਰ ਸੂਟ ਡਿਸਮਿਸ। ਜਿਹੜਾ ਸੂਟ ਫਾਈਲ ਕੀਤਾ ਸੀ ਪਲੈਂਟਿਫ ਨੇ, ਜਾਂ ਤਾਂ ਸੂਟ ਡਿਸਮਿਸ ਹੋ ਜਾਵੇ ਜਾਂ ਜਿਹੜਾ ਡਿਫੈਂਡੈਂਟ ਹੈ ਉਹ ਸਿਕਿਉਰਿਟੀ ਹੈਗੀ ਆ ਫਿਨਿਸ਼ ਕਰ ਦੇਵੇ, ਸਿਕਿਉਰਿਟੀ ਦੇ ਦੇਵੇ, ਤਾਂ ਜਿਹੜਾ ਹੈਗਾ ਅਟੈਚਮੈਂਟ ਹੈਗੀ ਹੈ ਉਹ ਡਿਸਮਿਸ ਹੋ ਜਾਂਦੀ ਹੈ। ਅਟੈਚਮੈਂਟ ਆਰਡਰ ਹੈ ਉਹ ਡਿਸਮਿਸ ਹੋ ਜਾਂਦਾ, ਕੋਰਟ ਵੱਲੋਂ ਕਰ ਦਿੱਤਾ ਜਾਂਦਾ ਹੈ। ਆਰਡਰ ਨੰਬਰ 10 ਕੀ ਹੈ, ਰੂਲ ਨੰਬਰ 10 ਕੀ ਹੈ, ਅਟੈਚਮੈਂਟ ਬਿਫੋਰ ਜਜਮੈਂਟ ਨਾਟ ਟੂ ਅਫੈਕਟ ਰਾਈਟਸ ਆਫ ਦਾ ਸਟ੍ਰੇਂਜਰ। ਜਿਹੜੀ ਇਹ ਅਟੈਚਮੈਂਟ ਕੀਤੀ ਜਾ ਰਹੀ ਹੈ ਜਜਮੈਂਟ ਤੋਂ ਪਹਿਲਾਂ ਹੀ, ਜੇ ਕੋਈ ਹੋਰ ਕ੍ਰੈਡੀਟਰ ਹੈਗੇ ਨੇ, ਕਿਸੇ ਨੇ ਹੋਰ ਨੇ ਕੋਈ ਪੇਮੈਂਟ ਲੈਣੀ ਹੈ ਉਸ ਵਿਅਕਤੀ ਤੋਂ, ਠੀਕ ਹੈ, ਕੋਈ ਸਟ੍ਰੇਂਜਰਸ ਹੈਗੇ ਨੇ ਜਿਹੜੇ ਇਸ ਕੇਸ ਨਾਲ ਸੰਬੰਧਿਤ ਨਹੀਂ ਹੈਗੇ, ਨॉर ਬਾਰ ਡਿਗਰੀ ਹੋਲਡਰਸ ਫਰੋਮ ਅਪਲਾਈਂਗ ਫਾਰ ਦਾ ਸੇਲ, ਤਾਂ ਉਹਨਾਂ ਤੇ ਕੋਈ ਬਾਰ ਨਹੀਂ ਹੋਏਗੀ। ਇਹ ਜਿਹੜੀ ਅਟੈਚਮੈਂਟ ਕੀਤੀ ਗਈ ਹੈ ਬਿਫੋਰ ਦਾ ਜਜਮੈਂਟ, ਤਾਂ ਕੋਈ ਹੋਰ ਡਿਗਰੀ ਹੋਲਡਰ ਹੈਗਾ ਤਾਂ ਉਹਦੇ ਤੇ ਇਹ ਬਾਰ ਨਹੀਂ ਹੋਏਗੀ। ਪ੍ਰੋਪਰਟੀ ਅਟੈਚਡ ਬਿਫੋਰ ਜਜਮੈਂਟ ਨਾਟ ਟੂ ਬੀ ਰੀਅਟੈਚਡ ਇਨ ਐਗਜ਼ੀਕਿਊਸ਼ਨ। ਜੇ ਕੋਈ ਪ੍ਰੋਪਰਟੀ ਆਲਰੇਡੀ ਅਟੈਚ ਕਰ ਰੱਖੀ ਕਿਸੇ ਕੋਰਟ ਨੇ ਬਿਫੋਰ ਜਜਮੈਂਟ, ਤਾਂ ਫਿਰ ਕੋਈ ਐਗਜ਼ੀਕਿਊਸ਼ਨ ਦੀ ਡਿਗਰੀ ਆ ਗਈ ਕੋਰਟ ਦੇ ਕੋਲੇ, ਤਾਂ ਉਹਨੂੰ ਦੁਬਾਰਾ ਰੀਅਟੈਚ ਨਹੀਂ ਕੀਤਾ ਜਾ ਸਕਦਾ। ਐਗਰੀਕਲਚਰ ਪ੍ਰੋਡਿਊਸ ਨਾਟ ਅਟੈਚੇਬਲ ਬਿਫੋਰ ਦਾ ਜਜਮੈਂਟ। ਜਿਹੜੀ ਐਗਰੀਕਲਚਰ ਪ੍ਰੋਡਿਊਸ ਹੈਗੀ ਹੈ, ਕਣਕ ਹੈ, ਮੱਕੀ ਹੈ, ਦਾਰਾ ਬੀਜ ਕੋਈ ਵੀ ਹੈਗਾ, ਉਸ ਨੂੰ ਕਹਿੰਦੇ ਜਿਹੜੀ ਜਜਮੈਂਟ ਤੋਂ ਪਹਿਲਾਂ ਜਿਹੜਾ ਹੈਗਾ ਬਿਫੋਰ ਜਜਮੈਂਟ ਅਟੈਚ ਨਹੀਂ ਕੀਤਾ ਜਾ ਸਕਦਾ ਐਗਰੀਕਲਚਰ ਪ੍ਰੋਡਿਊਸ। ਨੈਕਸਟ ਹੈਗਾ ਆਰਡਰ 39, ਇਟ ਇਜ਼ ਵੈਰੀ ਇੰਪੋਰਟੈਂਟ ਆਰਡਰ ਹੈਗਾ ਜੀ। ਇਹਦੇ ਤੋਂ ਕੁਐਸਚਨ ਆਉਣ ਦੀ ਪੂਰੀ ਸੰਭਾਵਨਾ ਹੁੰਦੀ ਹੈ। ਟੈਂਪਰੇਰੀ ਇੰਜੈਕਸ਼ਨਸ, ਜਿਵੇਂ ਕਿ ਅਕਸਰ ਤੁਹਾਡੇ ਕੋਲੇ ਆਉਂਦੇ ਨੇ ਸਟੇਆਂ, ਹਰ ਸਟੇਜ ਤੁਹਾਡੇ ਕੋਲ ਜਦੋਂ ਆਰਡਰ ਕੋਈ ਸਟੇ ਦਾ ਆਉਂਦਾ ਹੈਗਾ ਤਾਂ ਉਹਦੇ ਤੇ ਲਿਖਿਆ ਹੁੰਦਾ ਅੰਡਰ ਆਰਡਰ 39 ਰੂਲ 1 ਐਂਡ 2 CPC ਆਰਡਰ 39, ਠੀਕ ਹੈ, ਰੀਡ ਵਿਦ ਆਰਡਰ 1 ਐਂਡ 2 CPC। ਇਹ ਆਮ ਤੌਰ ਤੇ ਲਿਖਿਆ ਹੁੰਦਾ, ਤੁਸੀਂ ਕਦੀ ਝਾਤੀ ਮਾਰ ਕੇ ਦੇਖਿਓ, ਕਦੀ ਪੜ੍ਹ ਕੇ ਦੇਖੋ, ਤੁਹਾਡੇ ਕੋਲੇ ਤੁਹਾਡੇ ਹਰ ਇੱਕ ਦੇ ਦਰਾਜ ਦੇ ਵਿੱਚ ਕੋਈ ਨਾ ਕੋਈ ਜਿਹੜੇ ਇੰਜੈਕਸ਼ਨ ਦੇ ਆਰਡਰ ਪਏ ਹੋਣਗੇ, ਸਟੇ ਦੇ ਆਰਡਰ ਪਏ ਹੁੰਦੇ ਆ, ਠੀਕ ਹੈ। ਅਸੀਂ ਇਸ ਆਰਡਰ ਦੇ ਤਹਿਤ ਦੇ ਤਹਿਤ ਜਿਹੜੀ ਉਹਦੀ ਕਾਰਵਾਈ ਹੈ ਕੋਰਟ ਵੱਲੋਂ ਜਾਰੀ ਕੀਤਾ ਜਾਂਦਾ ਹੈ, ਤੇ ਫਿਰ ਅਸੀਂ ਇਹਦੇ ਤਹਿਤ ਹੀ ਜਿਹੜੀ ਹੈਗੀ ਹੈ ਫਰਦਰ ਜਿਹੜੀ ਕਾਰਵਾਈ ਕੀਤੀ ਜਾਂਦੀ ਸਾਡੇ ਵੱਲੋਂ। ਟੈਂਪਰੇਰੀ ਇੰਜੈਕਸ਼ਨ ਇਹਨੂੰ ਕਹਿੰਦੇ ਆ, ਐਂਡ ਇੰਟਰਲੋਕਟਰੀ ਆਰਡਰਸ ਹੁੰਦਾ ਹੈ। ਟੈਂਪਰੇਰੀ ਇੰਜੈਕਸ਼ਨ ਕੀ ਹੁੰਦਾ ਹੈ? ਟੈਂਪਰੇਰੀ ਇੰਜੈਕਸ਼ਨ, ਹਾਂਜੀ ਸਰ, ਜਿਵੇਂ ਆਪਾਂ ਪੜ੍ਹ ਕੇ ਰਹੇ ਆ ਚੈਪਟਰ ਨੰਬਰ 38 ਦਾ ਲਾਸਟ ਪੁਆਇੰਟ ਜੀ ਸਰ, ਜਿਵੇਂ ਜਿਹੜਾ ਕੋਈ ਮੌਰਗੇਜ ਹੋਈ ਆ ਪ੍ਰਾਪਰਟੀ, ਹਾਂਜੀ, ਜਿਹੜੀ ਮੌਰਗੇਜ ਹੋਈ ਪ੍ਰਾਪਰਟੀ, ਹਾਂਜੀ, ਉਹ ਅਟੈਚਮੈਂਟ ਹੋਈ ਹੈ ਤੇ ਦੂਸਰੇ ਬੈਂਕ ਵਾਸਤੇ ਫਿਰ ਅਟੈਚਮੈਂਟ ਹੋ ਸਕਦੀ ਜੀ? ਅਟੈਚਮੈਂਟ ਹੋ ਸਕਦੀ ਹੈ ਸਰ, ਜਿਵੇਂ ਪਹਿਲੋਂ ਅਟੈਚਮੈਂਟ ਇੱਕ ਬੈਂਕ ਵੱਲੋਂ ਹੋਈ ਹੈ ਤੇ ਦੂਸਰੇ ਕੇਸ 'ਚ ਫਿਰ ਉਹੀ ਪ੍ਰਾਪਰਟੀ ਹੋ ਸਕਦੀ? ਤੁਸੀਂ ਇੱਕ ਵਾਰੀ ਤਾਂ ਲਿਖ ਕੇ ਭੇਜੋਗੇ ਪਹਿਲਾਂ ਵੀ ਇਹ ਆਲਰੇਡੀ ਹੋਈ ਵੀ ਹੈ, ਫਿਰ ਫਰਦਰ ਆਰਡਰ ਤੁਹਾਡੇ ਕੋਲੇ ਹੋ ਜਾਂਦਾ ਹੈ, ਤਾਂ ਮਤਲਬ ਕਿ ਇਹ ਨਹੀਂ ਹੈਗਾ ਨਾ ਵੀ ਪ੍ਰਾਪਰਟੀ ਦੀ ਵੈਲਿਊ ਕਿੰਨੀ ਹੈ। ਪ੍ਰਾਪਰਟੀ ਹੁੰਦੀ ਹੈ ਕਰੋੜ ਰੁਪਏ ਦੀ, ਅਟੈਚਮੈਂਟ ਕੀਤੀ ਹੁੰਦੀ ਵਾਲੇ ਨੇ 5 ਲੱਖ 10 ਲੱਖ ਰੁਪਏ ਦੇ ਵਿੱਚ, ਠੀਕ ਹੈ। ਫਰਦਰ ਅਟੈਚਮੈਂਟ ਵੀ ਹੋ ਸਕਦੀ ਹੈ, ਫਿਰ ਫਰਦਰ ਉਹਦੀ ਜਿਹੜਾ ਲੋਨ ਹੈਗਾ ਲੀਨ ਹੈਗਾ ਦਿੱਤਾ ਜਾ ਸਕਦਾ ਬੈਂਕ ਦਾ। ਬੈਂਕ ਅਟੈਚ ਕਰ ਰਿਹਾ ਕਿ ਲੀਨ ਕ੍ਰੀਏਟ ਕਰ ਰਿਹਾ ਆਪਣਾ? ਇਹ ਅਟੈਚ ਕਰ ਰਿਹਾ ਸਰ। ਕੋਰਟ ਆਰਡਰ ਹੈ, ਹਾਂਜੀ, ਕੋਆਪਰੇਟਿਵ ਸੁਸਾਇਟੀ ਦਾ ਸਬ ਰਜਿਸਟਰਾਰ ਦਾ ਆਰਡਰ ਹੈ। ਅਸੀਂ ਇੱਕ ਵਾਰੀ ਲਿਖ ਕੇ ਭੇਜਾਂਗੇ ਵੀ ਇਹ ਫਰਦਰ ਪਹਿਲੇ ਆਰਡਰ ਦੇ ਰਾਹੀਂ ਅਟੈਚਮੈਂਟ ਹੋਈ ਵੀ ਹੈ, ਅਗਲਾ ਕੀ ਹੁਕਮ ਹੈਗਾ ਜੋ ਸਾਡੇ ਕੋਲੇ ਆਉਂਦਾ ਵੀ ਠੀਕ ਹੈ, ਸਾਡਾ ਵੀ ਜਿਹੜਾ ਅਟੈਚਮੈਂਟ ਦਾ ਆਰਡਰ ਪਾ ਦਿਓ, ਅਸੀਂ ਉਹ ਵੀ ਪਾ ਦਾਂਗੇ। ਜਦੋਂ ਐਸੀਆਂ ਪ੍ਰਾਪਰਟੀਆਂ ਜਦੋਂ ਸੇਲ ਹੁੰਦੀਆਂ ਨੇ ਨਾ, ਤਾਂ ਸਾਰੇ ਵੀ ਕ੍ਰੈਡੀਟਰ ਜਿੰਨੇ ਹੁੰਦੇ ਨੇ ਉਹਨਾਂ ਨੂੰ ਪ੍ਰੋਪੋਰਸ਼ਨਲ ਜਿਹੜਾ ਹੈਗਾ ਪਹਿਲਾਂ ਜਿਹਦਾ ਸਭ ਤੋਂ ਪਹਿਲਾਂ ਲੀਨ ਹੁੰਦਾ ਹੈ, ਪਹਿਲਾਂ ਉਹਦੀ ਪੇਮੈਂਟ ਅਦਾ ਕੀਤੀ ਜਾਂਦੀ ਹੈ, ਫਿਰ ਦੂਜੇ ਵੀ ਲੀਨ ਦੀ ਪੇਮੈਂਟ ਅਦਾ ਕੀਤੀ ਜਾਂਦੀ ਹੈ। ਠੀਕ ਹੈ ਜੀ। 39 ਪੜ੍ਹ ਰਹੇ ਜੀ ਆਪਾਂ, ਇੰਜੈਕਸ਼ਨਸ, ਟੈਂਪਰੇਰੀ ਇੰਜੈਕਸ਼ਨਸ ਐਂਡ ਇੰਟਰਲੋਕਟਰੀ ਆਰਡਰਸ। ਕੇਸਿਸ ਦੇ ਵਿੱਚ ਟੈਂਪਰੇਰੀ ਇੰਜੈਕਸ਼ਨ ਕੀ ਹੁੰਦਾ ਹੈ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਜਾਣਕਾਰੀ ਦੇਵਾਂ ਇਹਦੀ ਟੈਂਪਰੇਰੀ ਇੰਜੈਕਸ਼ਨ ਕੀ ਹੁੰਦਾ ਹੈ। ਜਦੋਂ ਕੋਈ ਪਾਰਟੀ ਹੈਗੀ ਹੈ, ਅਗਰੀਵਡ ਪਾਰਟੀ ਹੈਗੀ ਹੈ, ਕਿਸੇ ਦੀ ਪ੍ਰਾਪਰਟੀ ਦੇ ਉੱਪਰ ਕੋਈ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਾਂ ਕਿਸੇ ਨੇ ਕੋਈ ਐਗਰੀਮੈਂਟ ਕੀਤਾ ਸੀ ਕਿਸੇ ਦੇ ਨਾਲ, ਉਹਨੇ ਰਜਿਸਟਰੀ ਨਹੀਂ ਕਰਵਾਈ ਹੈਗੀ, ਅਜਿਹੇ ਕੇਸਾਂ ਦੇ ਵਿੱਚ ਕੀ ਹੁੰਦਾ, ਪਾਰਟੀ ਸੂਟ ਫਾਈਲ ਕਰਦੀ ਹੈ। ਸਪੈਸੀਫਿਕ ਪਰਫਾਰਮੈਂਸ ਆਫ ਐਗਰੀਮੈਂਟ ਦਾ ਸੂਟ ਵੀ ਹੋ ਸਕਦਾ ਹੈ, ਜਾਂ ਫਿਰ ਕੋਈ ਪਾਰਟੀ ਕਿਸੇ ਦੀ ਪ੍ਰਾਪਰਟੀ ਦੇ ਉੱਪਰ ਕੋਈ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਤਦ ਵੀ ਜਿਹੜਾ ਹੈਗਾ ਇੰਜੈਕਸ਼ਨ ਪਾਰਟੀ ਲੈ ਸਕਦੀ ਹੈ।
ਤਾਂ ਜਦੋਂ ਦਾਵਾ ਦਾਇਰ ਕੀਤਾ ਜਾਂਦਾ, ਦਾਵਾ ਦਾਇਰ ਦੇ ਨਾਲ ਨਾਲ ਜਿਹੜਾ ਹੈਗਾ ਇੱਕ ਇੰਜੈਕਸ਼ਨ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਵੀ ਮੈਨੂੰ ਫਰਦਰ ਟਾਈਮਿੰਗ ਸਟੇ ਦਿੱਤੀ ਜਾਵੇ। ਜਿਹੜਾ ਦਾਵਾ ਡਿਗਰੀ ਹੋਏਗਾ ਬਾਅਦ ਚ ਹੋਏਗਾ, ਪਰ ਫਰਦਰ ਟਾਈਮਿੰਗ ਜਿਹੜੀ ਇੰਜੈਕਸ਼ਨ ਦਿੱਤਾ ਜਾਵੇ, ਟੈਂਪਰੇਰੀ ਇੰਜੈਕਸ਼ਨ ਕਿਹਾ ਜਾਂਦਾ ਇਸ ਨੂੰ, ਜਿਹਨੂੰ ਆਪਾਂ ਸਟੇ ਕਹਿੰਦੇ ਆ। ਇਹ ਡੇ ਟੂ ਡੇ ਜਿਹੜੀ ਹੈਗੀ ਹੈ ਚੇਂਜ ਹੁੰਦੀ ਰਹਿੰਦੀ ਹੈ, ਅਗਲੀ ਪੇਸ਼ੀ ਤੱਕ ਜਿਹੜੀ ਸਟੇ ਟੈਂਪਰੇਰੀ ਇੰਜੈਕਸ਼ਨ ਜਿਹੜਾ ਹੁੰਦਾ ਨਾ, ਇਹਦੇ ਪਰ ਨਾਲ ਲਿਖਦੇ ਅਗਲੀ ਤਰੀਕ ਪੇਸ਼ੀ ਤੱਕ ਜਿਹੜੀ ਸਟੇ ਦਿੱਤੀ ਜਾਂਦੀ ਹੈ, ਫਿਰ ਅੱਗੇ ਵੱਧਦੀ ਰਹਿੰਦੀ ਹੈ। ਇਹ ਉਹ ਸਟੇਆਂ ਹੁੰਦੀਆਂ ਨੇ ਟੈਂਪਰੇਰੀ ਇੰਜੈਕਸ਼ਨਸ। ਕੇਸਿਸ ਇਨ ਵਿੱਚ ਟੈਂਪਰੇਰੀ ਇੰਜੈਕਸ਼ਨਸ ਮੇ ਬੀ ਗ੍ਰਾਂਟਡ, ਕਿਹੜੇ ਕੇਸ ਹੁੰਦੇ ਆ ਇਹ ਜਿਹਦੇ ਵਿੱਚ ਟੈਂਪਰੇਰੀ ਇੰਜੈਕਸ਼ਨ ਗ੍ਰਾਂਟ ਕੀਤਾ ਜਾਂਦਾ ਹੈ? ਵੇਅਰ ਇਨ ਐਨੀ ਸੂਟ ਇਟ ਇਜ਼ ਪ੍ਰੂਵਡ ਬਾय द एफिडेविट ਔਰ ਅਦਰਵਾਈਜ਼, ਜਦੋਂ ਕੋਈ ਪਾਰਟੀ ਪ੍ਰੂਵ ਕਰ ਦਿੰਦੀ ਹੈ, ਹਲਫੇ ਬਿਆਨ ਦਿੰਦੀ ਹੈ, ਕੀ ਕਹਿੰਦੀ ਹੈ? that any property in dispute, ਜਿਹੜੀ ਪ੍ਰਾਪਰਟੀ ਦਾ ਝਗੜਾ ਹੈਗਾ ਇਨ a suit, ਜਿਹੜਾ ਦਾਵਾ ਮੈਂ ਦਾਇਰ ਕੀਤਾ ਹੈ, ਠੀਕ ਹੈ, danger being wasted, ਖਤਰਾ ਹੈ ਉਸਨੂੰ, ਕੋਈ ਵਿਅਕਤੀ ਉਸਨੂੰ ਦੂਜਾ ਬੰਦਾ ਟ੍ਰਾਂਸਫਰ ਕਰ ਸਕਦਾ ਹੈ, ਡੈਮੇਜ ਕਰ ਸਕਦਾ ਹੈ, ਵੇਸਟ ਕਰ ਸਕਦਾ ਹੈ, ਅਲਾਈਨੇਟ ਕਰ ਸਕਦਾ ਹੈ ਬਾਈ ਐਨੀ ਪਾਰਟੀ, ਦੂਜੇ ਵਿਅਕਤੀ ਨੂੰ ਕਿਸੇ ਨੂੰ ਵੇਚ ਸਕਦਾ ਹੈ, ਰੋਂਗਫੁਲੀ ਸੋਲ ਕਰ ਸਕਦਾ ਹੈ, ਸੈਲ ਕਰ ਸਕਦਾ ਹੈ, ਠੀਕ ਹੈ, ਕੋਈ ਡਿਗਰੀ ਕਰ ਸਕਦਾ ਹੈ ਜਾਂ ਕੋਈ ਕਿਸੇ ਹੋਰ ਤਰੀਕੇ ਦੇ ਨਾਲ ਸੈਲ ਕਰ ਸਕਦਾ ਹੈ। ਤਾਂ ਅਜਿਹੇ ਕੇਸਾਂ ਦੇ ਵਿੱਚ ਜਿਹੜੀ ਪਾਰਟੀ ਕਹਿੰਦੀ ਹੈ ਵੀ ਇਹ ਗਲਤ ਸੇਲ ਹੋ ਸਕਦੀ ਹੈ, ਟ੍ਰਾਂਸਫਰ ਗਲਤ ਕਰ ਸਕਦਾ ਹੈ, ਉਹ ਪਾਰਟੀ ਇੰਜੈਕਸ਼ਨ ਦੇ ਲਈ ਐਪਲੀਕੇਸ਼ਨ ਦੇ ਸਕਦਾ ਹੈ ਕੋਰਟ ਦੇ ਵਿੱਚ, ਆਪਦੇ ਦਾਅਵੇ ਦੇ ਨਾਲ ਨਾਲ ਇੰਜੈਕਸ਼ਨ ਦੀ ਅਰਜ਼ੀ ਦਿੱਤੀ ਜਾਂਦੀ ਹੈ। ਜਦ ਦਾ ਡਿਫੈਂਡੈਂਟ ਥ੍ਰੈਟਨਸ ਔਰ ਅਟੈਂਪਟਸ, ਜਿਹੜਾ ਡਿਫੈਂਡੈਂਟ ਹੈ ਉਹ ਮੈਨੂੰ ਥ੍ਰੈਟ ਕਰ ਰਿਹਾ ਹੈ ਪਾਰਟੀ ਨੂੰ ਕਬਜ਼ਾ ਲੈਣ ਦੀ ਖਾਤਰ, ਉਹਦੀ ਮਨਸ਼ਾ ਹੈ ਵੀ ਮੈਨੂੰ ਮੇਰੇ ਤੋਂ ਕਬਜ਼ਾ ਲੈ ਕੇ, ਠੀਕ ਹੈ, ਉਹ ਕਬਜ਼ਾ ਖੋਹ ਸਕਦਾ ਪਾਰਟੀ ਤੋਂ, ਉਸ ਕੇਸ ਦੇ ਵਿੱਚ ਵੀ ਜਿਹੜੀ ਅਰਜ਼ੀ ਹੈਗੀ ਹੈ ਟੈਂਪਰੇਰੀ ਇੰਜੈਕਸ਼ਨ ਦੀ ਦਿੱਤੀ ਜਾ ਸਕਦੀ ਹੈ। ਜਦ ਦਾ ਡਿਫੈਂਡੈਂਟ ਥ੍ਰੈਟਨਸ ਟੂ ਡਿਸਪੋਸੈਸ ਦ ਪਲੈਂਟਿਫ ਔਰ ਅਦਰਵਾਈਜ਼ ਕਾਜ਼ ਇੰਜਰੀ ਟੂ ਦ ਡਿਫੈਂਡੈਂਟ, ਜਿਹੜੇ ਡਿਫੈਂਡੈਂਟ ਹੈਗੇ ਆ ਉਹ ਕਿਸੇ ਵੀ ਤਰੀਕੇ ਦੇ ਨਾਲ ਮੇਰਾ ਨੁਕਸਾਨ ਕਰ ਸਕਦੇ ਆ, ਮੇਰੇ ਤੋਂ ਕਬਜ਼ਾ ਖੋਹ ਸਕਦੇ ਹੈਗੇ ਆ। ਅਜਿਹੇ ਕਿਸਾਂ ਦੇ ਵਿੱਚ ਕੋਈ ਬੰਦਾ ਅਰਜ਼ੀ ਦਿੰਦਾ ਨਾਲ ਹਲਫੇ ਦਿੰਦਾ ਉਹਦਾ, ਠੀਕ ਹੈ, ਸੂਟ ਫਾਈਲ ਕਰਦਾ ਹੈ, ਸੂਟ ਫਾਈਲ ਦੇ ਨਾਲ ਨਾਲ ਵਿੱਚ ਹੀ ਸੂਟ ਦੇ ਨਾਲ ਹੀ ਇਹ ਅਰਜ਼ੀ ਦਿੱਤੀ ਜਾਂਦੀ ਹੈ ਟੈਂਪਰੇਰੀ ਇੰਜੈਕਸ਼ਨ ਦੇ ਲਈ। ਤਾਂ ਫਿਰ ਕੋਰਟ ਕੀ ਕਰਦੀ ਹੈ? ਤਾਂ ਕੋਰਟ ਮੇ ਬਾਈ ਆਰਡਰ grant a temporary injunction to restrain such an act or to make such order for the purpose of staying any and preventing the wasting, damages, alienation of sale, removal or dispossession of the property, dispossession of the plaintiff or otherwise causing injury to the plaintiff। ਤੁਸੀਂ ਆ ਦੋ ਲੈਣਾ ਪੜ੍ਹਦੇ ਹੋ ਅਕਸਰ ਸਜ਼ਾ ਦੇ ਵਿੱਚ। defendant is sustained from alienating the property by way of any means, ਅਕਸਰ ਤੁਸੀਂ ਪੜ੍ਹਦੇ ਹੋ ਸੇਲ ਐਟਸੈਟਰਾ, ਠੀਕ ਹੈ, ਇਹ ਆਰਡਰ ਕੋਰਟ ਕਰ ਸਕਦੀ ਹੈ। ਹੁਣ ਦੇਖੋ ਇਹ ਆਰਡਰ ਵੀ ਦੋ ਤਰੀਕੇ ਦੇ ਹੋ ਸਕਦੇ ਨੇ। ਇੱਕ ਤਾਂ ਜਿਹੜਾ ਆਰਡਰ ਹੈਗਾ ਇਹ ਡਾਇਰੈਕਟਲੀ ਵਿਦਆਊਟ ਕਾਲਿੰਗ ਆਫ ਦਾ ਪਾਰਟੀ, ਆਪੋਜ਼ਿਟ ਪਾਰਟੀ ਨੂੰ ਬੁਲਾਏ ਬਗੈਰ ਸਮਨ ਕੀਤੇ ਉਸਨੂੰ ਬਗੈਰ ਸੁਣੇ ਕੋਰਟ ਦੇ ਕੋਲ ਅਧਿਕਾਰ ਹੈਗਾ ਵੀ ਇਹ ਜਿਹੜਾ ਟੈਂਪਰੇਰੀ ਇੰਜੈਕਸ਼ਨ ਹੈ, ਐਕਸ ਪਾਰਟੀ ਟੈਂਪਰੇਰੀ ਇੰਜੈਕਸ਼ਨ ਹੈ, ਇਹ ਦਿੱਤਾ ਜਾ ਸਕਦਾ ਜਦੋਂ ਕੋਰਟ ਨੂੰ ਲੱਗਦਾ, ਕੋਰਟ ਸੈਟੀਸਫਾਈ ਹੁੰਦੀ ਹੈ ਵੀ ਹਾਂ ਵਾਕਈ ਜੇ ਮੈਂ ਇਸ ਦੂਜੀ ਪਾਰਟੀ ਨੂੰ ਸਮਨ ਕਰਾਂਗੇ, ਸਮਨ ਕਰਨ 'ਚ ਦੇਰੀ ਹੋਏਗੀ, ਦੇਰੀ ਹੋਣ ਦੇ ਨਾਲ ਇਸ ਪਾਰਟੀ ਦਾ ਜਿਹੜਾ ਹੈਗਾ ਨੁਕਸਾਨ ਹੋ ਸਕਦਾ ਹੈ, ਠੀਕ ਹੈ, ਇਸ ਨੂੰ ਡਿਸਪੋਸੈਸ ਕੀਤਾ ਜਾ ਸਕਦਾ ਉਸੇ ਸਮੇਂ ਦੇ ਅੰਦਰ। ਤਾਂ ਜੇ ਕੋਰਟ ਸੈਟੀਸਫਾਈ ਹੁੰਦੀ ਹੈ ਤਾਂ ਦੂਜੀ ਪਾਰਟੀ ਨੂੰ ਕਾਲ ਕਰੇ ਬਗੈਰ, ਦੂਜੀ ਪਾਰਟੀ ਨੂੰ ਸਮਨ ਕਰੇ ਬਗੈਰ ਹੀ ਜਿਹੜਾ ਹੈਗਾ ਟੈਂਪਰੇਰੀ ਇੰਜੈਕਸ਼ਨ ਜਿਹੜਾ ਗ੍ਰਾਂਟ ਕੀਤਾ ਜਾ ਸਕਦਾ ਹੈ ਕੋਰਟ ਵੱਲੋਂ। ਇੰਜੈਕਸ਼ਨ ਟੂ ਰਿਸਟ੍ਰੇਨ ਰਿਪੀਟੀਸ਼ਨ ਔਰ ਕੰਟੀਨਿਊਸ ਆਫ ਬ੍ਰੀਚ, ਕਿਸੇ ਪਾਰਟੀ ਦਾ ਕੋਈ ਐਗਰੀਮੈਂਟ ਹੋਇਆ, ਉਹ ਐਗਰੀਮੈਂਟ ਇੱਕ ਪਾਰਟੀ ਨੇ ਤੋੜ ਦਿੱਤਾ, ਠੀਕ ਹੈ, ਉਸ ਐਗਰੀਮੈਂਟ ਜਦੋਂ ਪਾਰਟੀ ਨੇ ਤੋੜ ਦਿੱਤਾ, ਉਸ ਐਗਰੀਮੈਂਟ ਦੇ ਅਗੇਂਸਟ, ਉਸ ਜਿਹੜਾ ਐਗਰੀਮੈਂਟ ਤੋੜਿਆ, ਕੰਟਰੈਕਟ ਤੋੜਿਆ, ਉਸ ਦੇ ਅਗੇਂਸਟ ਵੀ ਜਿਹੜੀ ਪਾਰਟੀ ਹੈਗੀ ਦਾਅਵਾ ਦਾਇਰ ਕਰ ਸਕਦੀ ਹੈ। In any suit for restraining the defendant from committing a breach of contract or other injury of any kind, whether compensation is claimed in the suit or not, ਜਿਹੜਾ ਦਾਵਾ ਫਾਈਲ ਕੀਤਾ ਗਿਆ ਵੱਖਰੇ ਤੌਰ ਤੇ ਹੈ ਤਾਂ plaintiff may at any time after the commencement of the suit, either before or after judgment, apply to the court for a temporary injunction in between। ਜਦੋਂ ਵਿਅਕਤੀ ਨੂੰ ਲੱਗੇ ਜਿਹੜਾ plaintiff ਹੈਗਾ ਵੀ ਮੇਰਾ ਕੇਸ ਚੱਲਦੇ ਦੌਰਾਨ ਕੋਈ ਨੁਕਸਾਨ ਕਰ ਸਕਦੇ ਪਾਰਟੀ, ਤਾਂ ਕੋਰਟ ਮੇ ਟੈਂਪਰੇਰੀ ਇੰਜੈਕਸ਼ਨ ਟੂ ਰਿਸਟ੍ਰੇਨ ਦਾ ਡਿਫੈਂਡੈਂਟ ਫਰੋਮ ਕਮਿਟਿੰਗ ਦਾ ਬ੍ਰੀਚ, ਤਾਂ ਕੋਰਟ ਹੈਗੀ ਹੈ ਉਹ ਆਰਡਰ ਕਰ ਸਕਦੀ ਹੈ ਡਿਫੈਂਡੈਂਟ ਨੂੰ ਵੀ ਤੁਸੀਂ ਕੋਈ ਇਦਾਂ ਦਾ ਹੈਗਾ ਜਿਹੜੀ ਫਰਦਰ ਜਿਹੜੀ ਹੈਗੀ ਇੰਜਰੀ ਨਹੀਂ ਕਰਨੀ, ਜਿਹੜਾ ਐਕਟ ਕੋਈ ਕਰ ਰਹੀ ਹੈ ਪਾਰਟੀ ਉਹ ਐਕਟ ਨੂੰ ਕਰਨ ਤੋਂ ਰੋਕਿਆ ਜਾ ਸਕਦਾ ਹੈ ਕੋਰਟ ਵੱਲੋਂ। ਕੋਰਟ ਇੰਜੈਕਸ਼ਨ ਦੇ ਸਕਦੀ ਹੈ। ਦੈਨ 2A ਹੈਗਾ ਕੰਸੀਕੁਐਂਸ ਆਫ ਡਿਸਓਬੀਡੀਐਂਸ ਆਫ ਬ੍ਰੀਚ ਆਫ ਇੰਜੈਕਸ਼ਨ। ਜਦੋਂ ਕੋਰਟ ਵੱਲੋਂ ਕੋਈ ਇੰਜੈਕਸ਼ਨ ਦਿੱਤਾ ਜਾਂਦਾ, ਟੈਂਪਰੇਰੀ ਇੰਜੈਕਸ਼ਨ ਇੱਕ ਪਾਰਟੀ ਦੇ ਖਿਲਾਫ ਜਾਰੀ ਕਰ ਦਿੱਤਾ ਜਾਂਦਾ, ਡਿਫੈਂਡੈਂਟ ਦੇ ਖਿਲਾਫ
ਇੰਜੈਕਸ਼ਨ ਜਾਰੀ ਕਰ ਦਿੱਤਾ ਜਾਂਦਾ ਹੈ, ਪਰ ਉਹ ਪਾਰਟੀ ਜਿਹੜੀ ਹੈਗੀ ਹੈ ਮੇ ਆਰਡਰ ਦ ਪ੍ਰੋਪਰਟੀ ਆਫ ਦ ਪਰਸਨ ਗਿਲਟੀ ਆਫ ਸੱਚ ਔਰ ਡਿਸਓਬੀਡੈਂਸ। ਦੂਜੀ ਪਾਰਟੀ ਕਦੇ ਉਹ ਜਿਹੜੀ ਆਰਡਰ ਦੀ ਹੈ ਉਲੰਘਣਾ ਕਰਦੀ ਹੈ, ਉਹਦੀ ਪਰਵਾਹ ਨਹੀਂ ਕਰਦੀ ਹੈਗੀ, ਬ੍ਰੀਚ ਕਰਦੀ ਹੈ, ਹੁਕਮ ਦੀ ਅਦੁੱਲੀ ਕਰਦੀ ਹੈ, ਕੋਰਟ ਦੇ ਆਰਡਰ ਦੀ ਅਦੁੱਲੀ ਕਰਦੀ ਹੈ। ਮੇ ਆਰਡਰ ਦਾ ਪ੍ਰੋਪਰਟੀ ਆਫ ਦਾ ਪਰਸਨ ਗਿਲਟੀ ਆਫ ਸੱਚ ਡਿਸਓਬੀਡੈਂਸ ਔਰ ਬ੍ਰੀਚ ਆਫ ਦਾ ਅਟੈਚਡ, ਉਹਦੀ ਪ੍ਰਾਪਰਟੀ ਨੂੰ ਕੋਰਟ, ਉਸ ਵਿਅਕਤੀ ਦੀ ਪਰਸਨਲ ਪ੍ਰਾਪਰਟੀ ਨੂੰ ਕੋਰਟ ਅਟੈਚ ਕਰ ਸਕਦੀ ਹੈ। ਐਂਡ ਮੇ ਆਲਸੋ ਆਰਡਰ ਸੱਚ ਪਰਸਨ ਟੂ ਬੀ ਡਿਟੇਨਡ ਇਨ ਦਾ ਸਿਵਲ ਪ੍ਰਿਜ਼ਨ, ਉਸ ਵਿਅਕਤੀ ਨੂੰ ਜਿਹਦੇ ਖਿਲਾਫ ਕੋਰਟ ਨੇ ਇੰਜੈਕਸ਼ਨ ਦਿੱਤਾ ਸੀਗਾ, ਟੈਂਪਰੇਰੀ ਇੰਜੈਕਸ਼ਨ ਜਾਰੀ ਕੀਤਾ ਸੀਗਾ, ਪਰ ਉਹ ਟੈਂਪਰੇਰੀ ਇੰਜੈਕਸ਼ਨ ਦੀ ਪਰਵਾਹ ਨਾ ਕਰਦੇ ਹੋਏ ਜਿਹੜਾ ਆਪਣਾ ਐਕਟ ਹੈ, ਲੀਗਲ ਐਕਟ ਹੈ, ਉਹ ਕੋਰਟ ਕਰ ਰਹੀ ਹੈ ਨਾ, ਸੌਰੀ ਵਿਅਕਤੀ ਕਰ ਰਿਹਾ ਹੈ, ਡਿਪੈਂਡੈਂਟ ਕਰ ਰਿਹਾ ਹੈ, ਨਹੀਂ ਰੁਕ ਰਿਹਾ, ਠੀਕ ਹੈ, ਡਿਸਪੋਜੈਸ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਾਂ ਹੋਰ ਵੀ ਜੋ ਜਿਸ ਕੰਮ ਤੋਂ ਕੋਰਟ ਨੇ ਇਹਨੂੰ ਰੋਕਿਆ ਹੋਇਆ ਹੈ ਉਹ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਕਰ ਰਿਹਾ ਹੈ, ਤਾਂ ਜਿਹੜੀ ਅਦਾਲਤ ਹੈਗੀ ਹੈ ਉਹਦੀ ਪ੍ਰਾਪਰਟੀ ਅਟੈਚ ਵੀ ਕਰ ਸਕਦੀ ਹੈ ਤੇ ਉਸ ਨੂੰ 3 ਮਹੀਨੇ ਲਈ ਜੇਲ੍ਹ ਦੇ ਵਿੱਚ ਵੀ ਭੇਜ ਸਕਦੀ ਹੈ। No attachment made under this rule shall remain in force for more than 1 year। ਜੇ ਉਹਦੀ ਕੋਈ ਪ੍ਰਾਪਰਟੀ ਅਟੈਚ ਕੀਤੀ ਗਈ ਹੋਵੇ, ਠੀਕ ਹੈ, ਤਾਂ ਉਹਨੂੰ 1 ਸਾਲ ਤੋਂ ਵੱਧ ਸਮੇਂ ਦੇ ਲਈ ਅਟੈਚ ਨਹੀਂ ਰੱਖਿਆ ਜਾ ਸਕਦਾ। If the disobedience or breach continues, the property attached may be sold। ਜੇ ਕੋਈ ਵਿਅਕਤੀ ਜਿਹੜਾ ਹੈਗਾ ਫਿਰ ਵੀ ਡਿਸਓਬੀਡੈਂਸ ਕਰ ਰਿਹਾ ਹੈ, ਕਾਨੂੰਨ ਦੀ ਉਲੰਘਣਾ ਕਰ ਰਿਹਾ ਹੈ, ਠੀਕ ਹੈ, ਤਾਂ ਜਿਹੜੀ ਉਹ ਪ੍ਰਾਪਰਟੀ ਅਟੈਚ ਕੀਤੀ ਗਈ ਹੈਗਾ ਉਹ 1 ਸਾਲ ਤੋਂ ਬਾਅਦ the property attached may be sold and out of the proceeds the court may award such compensation। ਤਾਂ ਜਿਹੜੀ ਉਹ ਕੰਪਨਸੇਸ਼ਨ ਹੈ, ਕੋਰਟ ਜਿਹੜੀ ਕੋਰਟ ਹੈਗੀ ਉਸ ਵਿਅਕਤੀ ਨੂੰ ਜਿਹਦੇ ਖਿਲਾਫ ਜਿਹੜਾ ਉਹ ਵਿਅਕਤੀ ਚੱਲ ਰਿਹਾ ਹੈਗਾ ਉਸ ਨੂੰ ਕੰਪਨਸੇਸ਼ਨ ਦੇ ਸਕਦੀ ਹੈ ਤੇ ਬਾਕੀ ਜਿਹੜੀ ਅਮਾਉਂਟ ਹੈਗੀ ਹੈ ਉਸ ਪਾਰਟੀ ਨੂੰ ਦਿੱਤੀ ਜਾ ਸਕਦੀ ਹੈ। ਬਿਫੋਰ ਗ੍ਰਾਂਟਿੰਗ ਇੰਜੈਕਸ਼ਨ ਕੋਰਟ ਟੂ ਡਿਟੈਕਟ ਨੋਟਿਸ ਟੂ ਦ ਆਪੋਜ਼ਿਟ ਪਾਰਟੀ। ਦੇਖੋ ਪਹਿਲਾਂ ਆਪਾਂ ਪੜ੍ਹ ਕੇ ਗਏ ਹਾਂ, ਬਿਫੋਰ ਗ੍ਰਾਂਟਿੰਗ ਇੰਜੈਕਸ਼ਨ ਕੋਰਟ ਟੂ ਡਿਟੈਕਟ ਨੋਟਿਸ ਟੂ ਦ ਆਪੋਜ਼ਿਟ ਪਾਰਟੀ, ਬਿਨਾਂ ਨੋਟਿਸ ਜਾਰੀ ਕਰੇ ਵੀ ਜਿਹੜੀ ਕੋਰਟ ਹੈ ਆਰਡਰ ਕਰ ਸਕਦੀ ਹੈ, ਪਰ ਕੋਰਟ ਦੀ ਮਰਜ਼ੀ ਹੈ, ਜੇ ਕੋਰਟ ਨੂੰ ਲੱਗਦਾ ਹੈ ਵੀ ਜਿਹੜੀ ਇਹ ਅਰਜ਼ੀ ਹੈ ਇਹ 'ਚ ਕੋਈ ਜ਼ਿਆਦਾ ਦਮ ਨਹੀਂ ਹੈਗਾ, ਕੋਈ ਡਿਫੈਂਡ ਜਿਹੜਾ ਪਲੈਂਟਿਫ ਹੈ, ਕੋਈ ਪਲੈਂਟਿਫ ਨੂੰ ਕੋਈ ਐਸਾ ਲਾਸ ਹੋਣ ਵਾਲਾ ਨਹੀਂ ਜਾਪਦਾ ਹੈਗਾ ਜਿਸ ਕਰਕੇ ਵੀ ਜਿਹੜਾ ਦੂਜੀ ਪਾਰਟੀ ਨੂੰ ਬੁਲਾਏ ਬਗੈਰ ਸੁਣੇ ਬਗੈਰ ਜਿਹੜਾ ਹੈਗਾ ਇੰਜੈਕਸ਼ਨ ਗ੍ਰਾਂਟ ਕਰ ਦਿੱਤਾ ਜਾਵੇ। ਉਸੇ ਕੇਸ ਦੇ ਵਿੱਚ, ਅਜਿਹੇ ਕੇਸ ਦੇ ਜਿਹੜੀ ਪਾਰਟੀ ਕੋਰਟ ਹੈਗੀ ਹੈ ਦੂਜੀ ਪਾਰਟੀ ਨੂੰ ਜਿਹੜੀ ਨੋਟਿਸ ਦਿੰਦੀ ਹੈ, the court shall in all the cases except where it appears to object, ਦੂਜੇ ਕੇਸਾਂ ਵਿੱਚ where it is proposed to grant an injunction without giving notice, ਜਦੋਂ ਕੋਰਟ ਇਹ ਡਿਸਾਈਡ ਕਰ ਲਵੇ ਵੀ ਨੋਟਿਸ ਦੇਵੇਗਾ ਦੂਜੀ ਪਾਰਟੀ ਨੂੰ ਜਿਹੜਾ ਇੰਜੈਕਸ਼ਨ ਦਿੱਤਾ ਜਾਣਾ ਨਹੀਂ ਬਣਦਾ, ਕੋਰਟ shall record the reasons, ਤਾਂ ਕੋਰਟ ਰਿਕਾਰਡ ਰੀਜ਼ਨ ਕਰੇ ਆਪਦੇ ਕੀ ਕਾਰਨ ਹੈਗੇ ਆ ਉਹ ਰਿਕਾਰਡ ਕਰਕੇ ਜਿਹੜਾ ਹੈਗਾ provided that where it is proposed to grant an injunction, ਪਹਿਲੇ ਪੈਰੇ 'ਚ ਕਿਹਾ ਗਿਆ ਵੀ ਕੋਰਟ ਜਿਹੜੀ ਹੈਗੀ ਹੈ ਨੋਟਿਸ ਦੇ ਕੇ ਵੀ ਦੂਜੀ ਪਾਰਟੀ ਨੂੰ ਬੁਲਾ ਸਕਦੀ ਹੈ, ਪਰ ਦੂਜੇ ਪੈਰੇ 'ਚ ਕਿਹਾ ਗਿਆ ਵੀ ਜੇਕਰ ਕੋਰਟ ਵੱਲੋਂ ਬਿਨਾਂ ਸੁਣੇ ਬਿਨਾਂ ਦੂਜੀ ਪਾਰਟੀ ਨੂੰ ਬੁਲਾਏ ਜਿਹੜਾ ਹੈਗਾ ਇੰਜੈਕਸ਼ਨ ਗ੍ਰਾਂਟ ਕਰ ਦਿੱਤਾ ਜਾਂਦਾ ਹੈ, ਤਾਂ ਫਿਰ ਜਿਹੜਾ ਉਹ ਇੰਜੈਕਸ਼ਨ ਆਰਡਰ ਹੈਗਾ ਕੋਰਟ ਸ਼ੈਲ ਰਿਕਾਰਡ ਦ ਰੀਜ਼ਨਸ, ਇਹ ਐਸਾ ਇੰਜੈਕਸ਼ਨ ਪਾਸ ਕਰਨ ਤੋਂ ਪਹਿਲਾਂ ਕੋਰਟ ਰੀਜ਼ਨ ਰਿਕਾਰਡ ਕਰੇਗੀ ਵੀ ਕਿਉਂ ਮੈਂ ਇਹ ਇੰਜੈਕਸ਼ਨ ਜਾਰੀ ਕਰ ਰਹੀ ਹਾਂ, ਦੂਜੀ ਪਾਰਟੀ ਨੂੰ ਬੁਲਾਉਣ ਦਾ ਜਿਹੜਾ ਹੈਗਾ ਵੀ ਡਿਲੇ ਹੋ ਸਕਦੀ ਹੈ, ਇੰਜੈਕਸ਼ਨ ਦੇਣ ਦੇ ਵਿੱਚ ਡਿਲੇ ਹੋ ਸਕਦੀ ਹੈ, ਪਾਰਟੀ ਦਾ ਨੁਕਸਾਨ ਹੋ ਸਕਦਾ ਹੈ, ਇਸ ਕਰਕੇ ਉਹ ਰੀਜ਼ਨ ਦਿੰਦੇ ਹੋਏ ਜਿਹੜਾ ਗ੍ਰਾਂਟ ਇੰਜੈਕਸ਼ਨ ਹੈ ਗ੍ਰਾਂਟ ਕਰ ਦਿੱਤਾ ਜਾਂਦਾ ਹੈ। ਤੇ ਨਾਲ ਹੀ ਕੀ ਹੈਗਾ ਐਂਡ ਰਿਕੁਆਇਰ ਦਾ ਐਪਲੀਕੈਂਟ, ਜਿਹੜਾ ਐਪਲੀਕੈਂਟ ਹੁੰਦਾ ਹੈ ਉਹਦੇ ਤੋਂ ਕੋਰਟ ਕੀ ਕਰਦੀ ਹੈ, ਕੋਰਟ ਉਸ ਨੂੰ ਆਰਡਰ ਕਰਦੀ ਹੈ ਟੂ ਡਿਲੀਵਰ ਦਾ ਆਪੋਜ਼ਿਟ ਪਾਰਟੀ, ਜਿਹੜਾ ਆਰਡਰ ਹੈ ਇਹ ਇੰਜੈਕਸ਼ਨ ਆਰਡਰ ਹੈ ਵੀ ਆਪੋਜ਼ਿਟ ਪਾਰਟੀ ਨੂੰ ਤੁਸੀਂ ਡਿਲੀਵਰ ਕਰਨਾ ਹੈ, ਐਪਲੀਕੈਂਟ ਨੇ ਟੂ ਡਿਲੀਵਰ ਦਾ ਆਪੋਜ਼ਿਟ ਪਾਰਟੀ ਔਰ ਟੂ ਸੈਂਡ ਹਿਮ ਰਜਿਸਟਰਡ ਪੋਸਟ, ਜਾਂ ਉਹਨੂੰ ਕਿਹਾ ਜਾ ਸਕਦਾ ਵੀ ਇਹ ਰਜਿਸਟਰਡ ਪੋਸਟ ਰਾਹੀਂ ਉਸ ਵਿਅਕਤੀ ਨੂੰ ਪਾਰਟੀ ਨੂੰ ਭੇਜਿਆ ਜਾਵੇ। ਇਮੀਡੀਏਟਲੀ ਆਫਟਰ ਦਾ ਆਰਡਰ ਗ੍ਰਾਂਟਿੰਗ ਦਾ ਇੰਜੈਕਸ਼ਨ ਹੈਜ਼ ਬੀਨ ਮੇਡ, ਜਦੋਂ ਹੀ ਆਰਡਰ ਜਾਰੀ ਕਰ ਦਿੱਤਾ ਜਾਂਦਾ ਹੈ ਨਾਲ ਦੀ ਨਾਲ ਉਹ ਜਿਹੜਾ ਆਰਡਰ ਹੈਗਾ ਉਹਦੀ ਕਾਪੀ ਹੈਗੀ ਹੈ ਉਹ ਦੂਜੀ ਪਾਰਟੀ ਨੂੰ ਭੇਜੀ ਜਾਵੇ। ਇਹ ਕਾਪੀ ਆਫ ਦਾ ਐਫੀਡੇਵਿਟ ਫਾਈਲ ਇਨ ਸਪੋਰਟ ਆਫ ਦਾ ਐਪਲੀਕੇਸ਼ਨ, ਤੇ ਨਾਲ ਹੀ ਜਿਹੜੀ ਹੈਗੀ ਹੈ ਐਪਲੀਕੇਸ਼ਨ ਜਿਹੜੀ ਦਿੱਤੀ ਸੀਗੀ, ਠੀਕ ਹੈ, ਪਲੇਨ ਫਾਈਲ ਕੀਤੀ ਸੀ ਕੋਰਟ ਦੇ ਵਿੱਚ ਉਸ ਪਲੈਂਟਿਫ ਨੇ ਜਿਹਦੇ ਆਧਾਰ ਤੇ ਉਹਨੂੰ ਇੰਜੈਕਸ਼ਨ ਮਿਲਿਆ ਉਹ ਕਾਪੀ ਭੇਜੀ ਜਾਵੇ, ਜਿਹੜਾ ਉਹਨੇ ਹਲਫੇ ਦਿੱਤਾ ਸੀਗਾ ਉਹ ਹਲਫੇ ਵੀ ਭੇਜਿਆ ਜਾਵੇ। ਕਾਪੀ ਆਫ ਦਾ ਡਾਕੂਮੈਂਟ ਔਨ ਵਿਚ ਐਪਲੀਕੈਂਟ ਲਾਈਜ਼, ਜਿਹੜੇ ਉਹ ਡਾਕੂਮੈਂਟ ਨਾਲ ਲਗਾਏ ਸੀਗੇ ਆਪਦੇ ਦਾਅਵੇ ਦੇ ਨਾਲ, ਉਹ ਸਾਰੇ ਜਿਹੜੇ ਡਾਕੂਮੈਂਟ ਹੈਗੇ ਆ ਵਿਦ ਆਰਡਰ, ਇੰਜੈਕਸ਼ਨ ਆਰਡਰ, ਪਲੇਂਟ, ਐਫੀਡੇਵਿਟ ਤੇ ਜਿਹੜੇ ਡਾਕੂਮੈਂਟ ਨਾਲ ਲਗਾਏ ਸੀਗੇ ਉਹ ਸਾਰੇ ਦੇ ਸਾਰੇ ਉਸ ਆਪੋਜ਼ਿਟ ਪਾਰਟੀ ਨੂੰ ਫਾਰਵਰਡ ਕੀਤੇ ਜਾਣ। ਇਹ ਐਪਲੀਕੈਂਟ ਨੂੰ ਕਿਹਾ ਜਾ ਸਕਦਾ ਹੈ ਕੋਰਟ ਵੱਲੋਂ, ਤਾਂ ਕਿ ਜਿਹੜੀ ਕੰਸਰਨਡ ਪਾਰਟੀ ਹੁੰਦੀ ਹੈ ਉਹ ਇਮੀਡੀਏਟਲੀ ਉਸ ਨੂੰ ਐਗਜ਼ੀਕਿਊਟ ਕਰਵਾਏਗੀ ਆਰਡਰ ਨੂੰ। ਟੂ ਫਾਈਲ ਔਨ ਦਾ ਡੇ ਔਨ ਵਿਚ
such injunction is granted or on the day immediately following the day and affidavit stating that ਫਿਰ ਜਿਹੜੀ ਪਾਰਟੀ ਹੁੰਦੀ ਹੈ ਜਿਸ ਪਾਰਟੀ ਨੂੰ ਇਹ ਕਿਹਾ ਗਿਆ ਹੈ ਐਪਲੀਕੈਂਟ ਨੂੰ ਉਹਦੇ ਵੱਲੋਂ ਨੋਟਿਸ ਜਾਰੀ ਕਰਵਾ ਨੋਟਿਸ ਦੇ ਕੇ ਉਸ ਪਾਰਟੀ ਨੂੰ ਆਰਡਰ ਦੀ ਕਾਪੀ ਦੇ ਕੇ ਐਫੀਡੇਵਿਟ ਦੇ ਕੇ ਸਾਰੇ ਡਾਕੂਮੈਂਟ ਦੇ ਕੇ ਫਿਰ ਕੋਰਟ ਦੇ ਵਿੱਚ ਆ ਕੇ ਰਿਪੋਰਟ ਕੀਤੀ ਜਾਂਦੀ ਹੈ ਵੀ ਹਾਂ ਮੇਰੇ ਵੱਲੋਂ ਜਿਹੜਾ ਹੈਗਾ ਇਹ ਜਿਹੜੀ ਕੰਸਰਨ ਪਾਰਟੀ ਨੂੰ ਜਿਹੜਾ ਆਰਡਰ ਹੈਗਾ ਉਹ ਦੇ ਦਿੱਤਾ ਗਿਆ ਹੈ ਨਾਲ ਜੋ ਵੀ ਰਿਕਾਰਡ ਡਾਕੂਮੈਂਟ ਸੀ ਉਹ ਸਾਰੇ ਪੇਸ਼ ਕਰ ਦਿੱਤੇ ਗਏ ਨੇ ਅਗਲੀ ਤਰੀਕ ਪੇਸ਼ੀ ਦੇ ਜਿੰਨਾ ਸਮਾਂ ਕੋਰਟ ਨੇ ਦਿੱਤਾ ਸੀਗਾ ਉਸ ਪੇਸ਼ੀ ਤੇ ਅਗਲੀ ਤੇ ਇਹ ਐਪਲੀਕੈਂਟ ਜਿਹੜਾ ਹੈਗਾ ਉਹਦੇ ਵੱਲੋਂ ਐਫੀਡੇਵਿਟ ਦਿੱਤਾ ਜਾਂਦਾ ਕੋਰਟ ਦੇ ਵਿੱਚ ਜਿਹੜੀ ਇਹ ਟੈਂਪਰੇਰੀ ਇੰਜੈਕਸ਼ਨ ਦੀ ਜਿਹੜੀ ਅਰਜ਼ੀ ਹੈਗੀ ਹੈ ਆਰਡਰ ਨੰਬਰ 3 ਕਿਹਾ ਗਿਆ ਹੈ ਕਿ ਜਿਹੜੀ ਕੋਰਟ ਡਿਸਪੋਜ਼ ਆਫ ਐਪਲੀਕੇਸ਼ਨ ਫਾਰ ਇੰਜੈਕਸ਼ਨ ਵਿਦਿਨ 30 ਡੇਜ਼ ਕੋਰਟ ਨੇ ਜਿਹੜੀ ਇਹ ਇੰਜੈਕਸ਼ਨ ਦੀ ਜਿਹੜੀ ਅਰਜ਼ੀ ਹੈ 30 ਦਿਨ ਦੇ ਅੰਦਰ ਡਿਸਪੋਜ਼ ਕਰਨੀ ਹੁੰਦੀ ਹੈ ਪਰ ਜੇ ਕਿਤੇ ਕੋਈ ਕੋਰਟ ਨੂੰ ਕੋਈ ਅਨਰੀਜ਼ਨੇਬਲ ਜਿਹੜਾ ਹੈਗਾ ਕੋਈ ਰੀਜ਼ਨ ਦੱਸਦੇ ਹੋਏ ਜਿਹੜਾ ਸਮਾਂ ਵੱਧ ਵੀ ਹੋ ਸਕਦਾ ਹੈ ਪਰ ਆਮ ਤੌਰ ਤੇ ਜਿਹੜੀ ਹੈਗੀ ਇਹ ਜਿਹੜਾ ਸਮਾਂ ਹੈਗਾ ਇਹਦਾ 30 ਡੇਜ਼ ਨਿਯੁਕਤ ਕੀਤਾ ਗਿਆ ਲਾਅ ਦੇ ਵਿੱਚ ਵੀ 30 ਦਿਨ ਦੇ ਅੰਦਰ ਟੈਂਪਰੇਰੀ ਇੰਜੈਕਸ਼ਨ ਦਾ ਫੈਸਲਾ ਕਰਨਾ ਹੁੰਦਾ ਕੋਰਟ ਨੇ ਆਰਡਰ ਫਾਰ ਇੰਜੈਕਸ਼ਨ ਮੇ ਬੀ ਡਿਸਚਾਰਜ ਵੇਰੀਡ ਔਰ ਸੈਟ ਸਾਈਡ ਜਦੋਂ ਦੂਜੀ ਪਾਰਟੀ ਕਿਤੇ ਆਂਦੀ ਹੈ ਠੀਕ ਹੈ ਕੋਰਟ ਵੱਲੋਂ ਆਰਡਰ ਜਾਰੀ ਹੋ ਗਿਆ ਇੰਜੈਕਸ਼ਨ ਦਾ ਦੂਜੀ ਪਾਰਟੀ ਆ ਕੇ ਕੋਈ ਕੋਰਟ ਨੂੰ ਸੈਟੀਸਫਾਈ ਕਰਾਉਂਦੀ ਹੈ ਕਿਸੇ ਵੀ ਕਾਰਨ ਤੇ ਤਾਂ ਜਿਹੜਾ ਇਹ ਆਰਡਰ ਹੈਗਾ ਇਹ ਕੋਰਟ ਵੱਲੋਂ ਡਿਸਚਾਰਜ ਵੀ ਕੀਤਾ ਜਾ ਸਕਦਾ ਹੈ ਤਬਦੀਲ ਵੀ ਕੀਤਾ ਜਾ ਸਕਦਾ ਹੈ ਸੈਟ ਸਾਈਡ ਵੀ ਕੀਤਾ ਜਾ ਸਕਦਾ ਹੈ ਜਦੋਂ ਕੋਰਟ ਨੂੰ ਲੱਗੇ ਵੀ ਇਹ ਜਿਹੜਾ ਆਰਡਰ ਲੈ ਗਿਆ ਪਾਰਟੀ ਨੇ ਮਿਸਲੀਡ ਕਰਕੇ ਕੋਰਟ ਤੋਂ ਲੈ ਕੇ ਗਿਆ ਫਾਲਸ ਔਰ ਮਿਸਲੀਡਿੰਗ ਦਾ ਸਟੇਟਮੈਂਟ in relation to the material particulars of the injunction was granted without giving notice to the opposite party, the court shall vacate the injunction. ਕੋਰਟ ਵੱਲੋਂ ਜਿਹੜਾ ਇਹ ਇੰਜੈਕਸ਼ਨ ਹੈ ਵਿਕੇਟ ਕਰ ਦਿੱਤਾ ਜਾਂਦਾ ਹੈ ਰੀਜ਼ਨ ਦੱਸਦੇ ਹੋਏ ਕੀ ਕਾਰਨ ਹੈ ਕਿਉਂ ਵਿਕੇਟ ਕੀਤਾ ਜਾ ਰਿਹਾ ਹੈ ਜਾਂ ਫਿਰ ਦੂਜੀ ਪਾਰਟੀ ਨੂੰ ਸੁਣ ਕੇ ਜਿਹੜਾ ਇਹ ਆਰਡਰ ਹੈਗਾ not to be discharged varied or set aside on the application of the that party ਸੁਣ ਕੇ ਪਾਰਟੀਆਂ ਨੂੰ ਜੇ ਕਿਤੇ ਲੋੜ ਪੈਂਦੀ ਹੈ ਤਾਂ ਉਹਨੂੰ ਅਮੈਂਡ ਕੀਤਾ ਜਾ ਸਕਦਾ ਹੈ ਇੰਟਰਲੋਕਟਰੀ ਆਰਡਰਸ ਪਾਵਰ ਟੂ ਆਰਡਰ ਇੰਟਰਮ ਸੇਲ ਜਿੱਥੇ ਕਿਤੇ ਕੋਈ ਦਾਵਾ ਚੱਲ ਰਿਹਾ ਕੋਰਟ ਦੇ ਵਿੱਚ ਕੋਈ ਦਾਵਾ ਚੱਲ ਰਿਹਾ ਹੈ ਅਜੇ ਕੋਈ ਜੱਜਮੈਂਟ ਨਹੀਂ ਪਹੁੰਚੀ ਜੇ ਕੋਈ ਡਿਗਰੀ ਤੇ ਨਹੀਂ ਪਹੁੰਚਿਆ ਹੈਗਾ ਪਰ ਕਿਸੇ ਪਾਰਟੀ ਨੇ ਕੋਈ ਅਰਜ਼ੀ ਦਿੱਤੀ ਹੈ ਕੋਰਟ ਦੇ ਵਿੱਚ ਵੀ ਉਹਦੀ ਜੇ ਕੋਈ ਪ੍ਰਾਪਰਟੀ ਹੈਗੀ ਆ ਉਹਦੀ ਕੋਈ ਫਸਲ ਬੀਜੀ ਵੀ ਹੈਗੀ ਹੈ ਜਾਂ ਕੋਈ ਇਦਾਂ ਦੀ ਪ੍ਰਾਪਰਟੀ ਹੈਗੀ ਹੈ ਕੋਈ ਫਲ ਹੈ ਫਰੂਟ ਹੈ ਜਿਹਦੇ ਰਿਗਾਰਡਿੰਗ ਕੋਈ ਡਿਸਪਿਊਟ ਹੈਗਾ ਵੀ ਉਹ ਜਲਦੀ ਗਲ ਸਕਦੇ ਨੇ ਸੜ ਸਕਦੇ ਨੇ ਨੈਚੁਰਲ ਡਿਕੇ ਹੋ ਸਕਦੀ ਹੈ ਤਾਂ ਅਜਿਹੇ ਕੇਸ ਦੇ ਵਿੱਚ ਜਿਹੜੀ ਕੋਰਟ ਹੈਗੀ ਹੈ ਇੰਟਰਲੋਕਟਰੀ ਆਰਡਰ ਪਾਸ ਕਰ ਸਕਦੀ ਹੈ ਉਸ ਪ੍ਰਾਪਰਟੀ ਨੂੰ ਕਿਸੇ ਲੋਕਲ ਕਮਿਸ਼ਨ ਨਿਯੁਕਤ ਕਰਕੇ ਉਸ ਪ੍ਰਾਪਰਟੀ ਨੂੰ ਜਿਹੜਾ ਹੈਗਾ ਸੇਲ ਕੀਤਾ ਜਾ ਸਕਦਾ ਤਾਂ ਕਿ ਉਹ ਗਲ ਸੜ ਕੇ ਖਰਾਬ ਨਾ ਹੋ ਜਾਵੇ ਡਿਟੈਂਸ਼ਨ ਪ੍ਰਜ਼ਰਵੇਸ਼ਨ ਇੰਸਪੈਕਸ਼ਨ ਐਟਸੈਟਰਾ ਸਬਜੈਕਟ ਮੈਟਰ ਆਫ ਦਾ ਸੂਟ ਜਦੋਂ ਕੋਈ ਸਬਜੈਕਟ ਮੈਟਰ ਸੂਟ ਦਾ ਐਸਾ ਹੈਗਾ ਕਿਸੇ ਕੋਈ ਪ੍ਰਾਪਰਟੀ ਨਾਲ ਸੰਬੰਧਿਤ ਹੈਗਾ ਕੋਈ ਪ੍ਰਾਪਰਟੀ ਐਸੀ ਹੈ ਜਿਹੜੀ ਗੱਲ ਸੜ ਸਕਦੀ ਹੈ ਠੀਕ ਹੈ ਉਹਨੂੰ ਵੇਚਣਾ ਜ਼ਰੂਰੀ ਹੋ ਜਾਂਦਾ ਤਾਂ ਅਜਿਹੇ ਕੇਸਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਪ੍ਰਾਪਰਟੀ ਨੂੰ ਸੰਭਾਲ ਕੇ ਰੱਖਣਾ ਹੋਰ ਕਰਨਾ ਪ੍ਰਜ਼ਰਵ ਕਰਕੇ ਰੱਖਣਾ ਸੰਭਾਲ ਕੇ ਰੱਖਣਾ ਇੰਸਪੈਕਸ਼ਨ ਕਰਨਾ ਉਹਦੀ ਫਾਰ ਦਾ ਪਰਪਸ ਆਫ ਸੇਲ ਠੀਕ ਹੈ ਜੇ ਕੋਈ ਵਿਅਕਤੀ ਨੂੰ ਕੋਈ ਸੇਲ ਕਰਨੀ ਹੈ ਟ੍ਰਾਂਸਫਰ ਕਰਨੀ ਹੈ ਤਾਂ ਉਹ ਵਿਅਕਤੀ ਨੂੰ ਅਥੋਰਾਈਜ਼ ਹੈ ਉਹ ਪਰਸਨ ਉਹ ਜਗ੍ਹਾ ਤੇ ਜਾ ਕੇ ਉਹਦਾ ਸੈਂਪਲ ਵੀ ਲੈ ਸਕਦਾ ਉਹਨੂੰ ਦੇਖ ਵੀ ਸਕਦਾ ਵੀ ਇਹਦੀ ਵੈਲਿਊ ਕੀ ਹੈਗੀ ਹੈ ਇਹਦੀ ਕਿੱਦਾਂ ਦੀ ਹੈਗੀ ਕੁਆਲਿਟੀ ਕਿੱਦਾਂ ਦੀ ਹੈਗੀ ਉਹਦਾ ਸੈਂਪਲ ਵੀ ਲੈ ਜਾ ਸਕਦਾ ਹੈ ਬੰਦੇ ਨੂੰ ਕੋਰਟ ਦੇ ਆਰਡਰ ਦੇ ਨਾਲ ਅਧਿਕਾਰ ਹੈਗਾ ਉਸ ਪ੍ਰਾਪਰਟੀ ਦੇ ਜਾ ਕੇ ਚੈੱਕ ਕਰਨ ਦਾ ਜੀ ਇਹ ਜਿਹੜਾ ਪ੍ਰੋਵੀਜ਼ਨ ਹੈਗੀਆਂ ਨੇ ਇਦਾਂ ਦੇ ਕੇਸਾਂ 'ਚ ਜਿਹੜੀਆਂ ਪ੍ਰੋਵੀਜ਼ਨ ਕਿਹੜੀਆਂ ਲਾਗੂ ਹੋਣਗੀਆਂ ਉਹੀ ਮੋਟਾਂਡੀਸ ਜਿਹੜੀਆਂ ਪ੍ਰੋਵੀਜ਼ਨ ਐਜ਼ ਇਟ ਇਜ਼ ਲਾਗੂ ਹੋਣਗੀਆਂ ਜਿਹੜੀਆਂ ਕਿ ਜਦੋਂ ਅਸੀਂ ਕੋਈ ਕੇਸ ਦੀ ਐਗਜ਼ੀਕਿਊਸ਼ਨ ਕੋਈ ਡਿਗਰੀ ਐਗਜ਼ੀਕਿਊਟ ਕਰਦੇ ਹਾਂ ਜਦੋਂ ਜਿਹੜੀਆਂ ਪ੍ਰੋਵੀਜ਼ਨ ਉੱਥੇ ਲਾਗੂ ਹੁੰਦੀਆਂ ਨੇ ਉਹੀ ਇੱਥੇ ਲਾਗੂ ਹੁੰਦੀਆਂ ਨੇ Next ਹੈਗਾ 41 ਆਰਡਰ 41 ਅਪੀਲ ਫਰੋਮ ਦਾ ਓਰੀਜਨਲ ਡਿਗਰੀਜ਼ ਦੇਖੋ ਇਹ ਤੋਂ ਪਹਿਲਾਂ ਅਸੀਂ ਪੜ੍ਹ ਕੇ ਗਏ ਹਾਂ ਟ੍ਰਾਇਲ ਜਿਹੜੇ ਟ੍ਰਾਇਲ ਚੱਲਦੇ ਆ ਕੋਰਟਾਂ ਦੇ ਵਿੱਚ ਠੀਕ ਹੈ ਹੁਣ ਆਰਡਰ 41 ਕੀ ਹੈਗਾ ਆਰਡਰ 41 'ਚ ਸਿਰਫ ਅਪੀਲਾਂ ਹੈਗੀਆਂ ਨੇ ਜਦੋਂ ਕੋਈ ਆਰਡਰ ਹੋ ਜਾਂਦਾ ਕੋਈ ਡਿਗਰੀ ਪਾਸ ਹੋ ਜਾਂਦੀ ਹੈ ਕੋਈ ਆਰਡਰ ਪਾਸ ਹੋ ਜਾਂਦਾ ਹੈ ਉਹਦੀ ਜਿਹੜੀ ਡਿਗਰੀ ਉਹਦੀ ਜਿਹੜੀ ਅਪੀਲ ਫਾਈਲ ਹੁੰਦੀ ਹੈ ਉਹ ਆਰਡਰ 41 ਦੇ ਵਿੱਚ ਆਉਂਦੀ ਹੈਗੀ ਹੈ ਤੁਹਾਡੇ ਕੋਲ ਬਹੁਤ ਸਾਰੇ ਜਿਹੜੀਆਂ ਕੋਰਟਾਂ ਦੇ ਫੈਸਲੇ ਆਉਂਦੇ ਨੇ ਉਹ ਆਰਡਰ 41 ਦੇ ਤਹਿਤ ਆਉਂਦੇ ਆ ਜਦੋਂ ਕੋਈ ਪਾਰਟੀ ਅਪੀਲ 'ਚ ਜਾਂਦੀ ਹੈ ਅਪੀਲੈਂਟ ਕੋਰਟ ਨੇ ਕੀ ਫੈਸਲਾ ਕੀਤਾ ਹੈਗਾ ਉਹ ਆਰਡਰ 41 ਦੇ ਵਿੱਚ ਆਉਂਦਾ ਹੈਗਾ ਤੁਹਾਡੇ ਕੋਲੇ ਦੇਖੋਗੇ ਤੁਸੀਂ ਜਦੋਂ ਕੋਈ ਡਿਗਰੀਆਂ ਆਉਂਦੀਆਂ ਤੁਹਾਡੇ ਕੋਲ ਜਜਮੈਂਟਸ ਆਉਂਦੀਆਂ ਨੇ ਠੀਕ ਹੈ ਜਦੋਂ ਅਪੀਲ 'ਚ ਹੋ ਕੇ ਪਾਸ ਅਪੀਲੈਂਟ ਕੋਰਟ ਜਿਹੜੀ ਹੈਗੀ ਹੈ
ਆਰਡਰ ਕਰਦੀ ਹੈ, ਠੀਕ ਹੈ, ਫਸਟ ਅਪੀਲੈਂਟ ਕੋਰਟ ਉਹ ਆਰਡਰ 41 ਦੇ ਵਿੱਚ ਜਿਹੜੀ ਆਰਡਰ ਕੀਤੇ ਜਾਂਦੇ ਆ, ਡਿਗਰੀ ਪਾਸ ਕੀਤੀ ਜਾਂਦੀ ਹੈ ਅਪੀਲੈਂਟ ਕੋਰਟ ਵੱਲੋਂ। ਫਾਰਮ ਆਫ ਦਾ ਅਪੀਲ ਕੀ ਹੁੰਦਾ ਹੈ? ਵਟ ਟੂ ਕੰਪਨੀ ਮੈਮੋਰੈਂਡਮ ਆਫ ਅਪੀਲ, ਜਿਹੜੀ ਅਪੀਲ ਫਾਈਲ ਕੀਤੀ ਜਾਂਦੀ ਹੈ ਉਹ ਕੀ ਹੁੰਦਾ? ਪ੍ਰਸਕ੍ਰਾਈਬ ਪਰਫਾਰਮ ਹੈਗਾ, ਉਹਦੇ ਮੁਤਾਬਕ ਹੀ ਜਿਹੜੀਆਂ ਹੈਗੀਆਂ ਨੇ ਅਪੀਲ ਫਾਈਲ ਕੀਤੀ ਜਾਂਦੀ ਹੈ, ਪਾਰਟੀ ਦੇ ਸਾਈਨ ਕੀਤੇ ਜਾਂਦੇ ਆ, ਵਕੀਲਾਂ ਦੇ ਸਾਈਨ ਕੀਤੇ ਜਾਂਦੇ ਨੇ, ਤੇ ਨਾਲ ਜੱਜਮੈਂਟ ਦੀ ਕਾਪੀ ਜਿਹੜੀ ਲਗਾਈ ਜਾਂਦੀ ਹੈ। ਜਿਸ ਜੱਜਮੈਂਟ ਦੇ ਅਗੇਂਸਟ ਅਸੀਂ ਅਪੀਲ ਫਾਈਲ ਕਰ ਰਹੇ ਹਾਂ ਉਹ ਜੱਜਮੈਂਟ ਦੀ ਕਾਪੀ ਜਿਹੜੀ ਅਪੀਲ ਹੈ ਉਹਦੇ ਨਾਲ ਲਗਾਈ ਜਾਂਦੀ ਹੈ। ਇਹ ਤਾਂ ਸਿੰਪਲ ਜੀ ਗੱਲ ਹੈਗੀ ਆ। ਜੇ ਕਿਤੇ ਇੱਕ ਹੀ ਫੈਸਲੇ ਦੇ ਵਿੱਚ 2 ਜਾਂ 3 ਆਰਡਰ ਕੇਸ ਹੋਣ, 2-3 ਮੁਕੱਦਮੇ ਹੋਣ, ਠੀਕ ਹੈ, ਉਹਨਾਂ ਦਾ ਇੱਕੋ ਹੀ ਫੈਸਲਾ ਕਰ ਦਿੱਤਾ ਗਿਆ ਹੋਵੇ ਤੇ ਉਹਦੀ ਜਿਹੜੀ ਕਾਪੀ ਹੈਗੀ ਹੈ ਉਹ ਸਾਰੇ ਮੁਕੱਦਮਿਆਂ ਦੇ ਨਾਲ ਲੱਗ ਜਾਂਦੀ ਹੈ। ਇਸੇ ਤਰੀਕੇ ਨਾਲ ਜੇ ਕੋਈ ਅਪੀਲ ਫਾਈਲ ਕਰਨੀ ਹੈ ਤਾਂ ਸਾਨੂੰ ਉਨੀਆਂ ਹੀ ਅਪੀਲਾਂ ਫਾਈਲਾਂ ਕਰਨੀਆਂ ਪੈਣਗੀਆਂ ਜਿੰਨੇ ਮੁਕੱਦਮੇ ਹੈਗੇ ਨੇ। ਤੁਸੀਂ ਇੱਕ ਮੁਕੱਦਮੇ ਦੇ ਖਿਲਾਫ ਅਪੀਲ ਫਾਈਲ ਕਰਨਾ ਚਾਹੁੰਦੇ ਆ ਤਾਂ ਇੱਕ ਅਪੀਲ ਫਾਈਲ ਹੋਏਗੀ। ਜੇਕਰ 2 ਜਾਂ 3 ਮੁਕੱਦਮੇ ਫੈਸਲਾ ਹੋਏ ਨੇ ਇੱਕ ਆਰਡਰ ਦੇ ਵਿੱਚ ਤਾਂ ਅਸੀਂ ਸਾਰਿਆਂ ਦੇ ਖਿਲਾਫ ਅਪੀਲ ਫਾਈਲ ਕਰਨਾ ਚਾਹੁੰਦੇ ਆ ਤਾਂ 2 ਜਾਂ 3 ਅਪੀਲਾਂ ਜਿੰਨੀਆਂ ਵੀ ਆਰਡਰ ਹੈਗੇ ਆ, ਜਿੰਨੇ ਵੀ ਸੂਟ ਹੈਗੇ ਆ, ਉਨੀਆਂ ਹੀ ਅਪੀਲ ਫਾਈਲ ਕੀਤੀਆਂ ਜਾਂਦੀਆਂ ਨੇ। ਕੰਟੈਂਟਸ ਕੀ ਹੁੰਦੇ ਆ ਅਪੀਲ ਦੇ? ਅਪੀਲ ਦੇ ਕੰਟੈਂਟਸ ਕੀ ਹੁੰਦੇ ਨੇ? ਬੜੇ ਸ਼ਾਰਟ ਦੇ ਵਿੱਚ ਹੁੰਦੇ ਆ, ਕੰਸਾਈਜ਼ਲੀ ਹੁੰਦੇ ਆ। ਜਿਹੜੀ ਅਪੀਲ ਫਾਈਲ ਕੀਤੀ ਜਾਂਦੀ ਹੈ ਉਹਦੇ ਗਰਾਊਂਡਸ, ਆਬਜੈਕਸ਼ਨਸ, ਕਿਹੜੇ ਗਰਾਊਂਡ ਦੇ ਵਿੱਚ ਕਿਹੜੇ ਆਬਜੈਕਸ਼ਨ ਸੀ ਲਏ ਹੈਗੇ ਆ ਉਹ ਦੱਸੇ ਜਾਂਦੇ ਨੇ। ਅਪੀਲ ਇਜ਼ ਅਗੇਂਸਟ ਡਿਗਰੀ ਫਾਰ ਦਾ ਪੇਮੈਂਟ ਆਫ ਮਨੀ। ਜਿੱਥੇ ਪੇਮੈਂਟ ਆਫ ਮਨੀ ਦੀ ਗੱਲ ਹੈਗੀ ਆ, ਉਹਦੀ ਡਿਗਰੀ ਦੀ ਜਿਹੜੀ ਉਹਦੇ ਅਗੇਂਸਟ ਅਸੀਂ ਅਪੀਲ ਫਾਈਲ ਕਰ ਰਹੇ ਹਾਂ, ਤਾਂ ਉਸ ਤੋਂ ਪਹਿਲਾਂ ਜੇ ਅਪੀਲ ਫਾਈਲ ਕਰ ਰਹੇ ਹਾਂ ਤਾਂ ਡਿਪੋਜ਼ਿਟ ਦਾ ਅਮਾਊਂਟ ਡਿਸਪਿਊਟਡ ਇਨ ਦਾ ਅਪੀਲ, ਤਾਂ ਸਾਨੂੰ ਜਿਹੜੀ ਅਮਾਊਂਟ ਹੈ ਜਿੰਨੇ ਪੈਸੇ ਦੀ ਡਿਗਰੀ ਪਾਸ ਹੋਈ ਵੀ ਹੈ ਪਹਿਲਾਂ ਉਨੀ ਅਮਾਊਂਟ ਕੋਰਟ 'ਚ ਡਿਪੋਜ਼ਿਟ ਕਰਾਉਣੀ ਪਏਗੀ ਤਾਂ ਜਿਹੜੀ ਸਾਡੀ ਜਿਹੜੀ ਅਪੀਲ ਹੈ ਉਹ ਸੁਣਨਯੋਗ ਹੁੰਦੀ ਹੈ। ਜਾਂ ਅਮਾਊਂਟ ਡਿਪੋਜ਼ਿਟ ਕਰਾਉਣੀ ਪਏਗੀ ਜਾਂ ਫਿਰ ਸਾਨੂੰ ਸਿਕਿਉਰਿਟੀ ਦੇਣੀ ਪਏਗੀ, ਕੋਈ ਬੈਂਕ ਸਿਕਿਉਰਿਟੀ ਦਿੱਤੀ ਜਾਏਗੀ ਜਾਂ ਕਿਸੇ ਬੰਦੇ ਦੀ ਸਿਕਿਉਰਿਟੀ ਦਿੱਤੀ ਜਾਵੇਗੀ ਜਾਂ ਕਿਸੇ ਪ੍ਰਾਪਰਟੀ ਦੀ ਸਿਕਿਉਰਿਟੀ ਦਿੱਤੀ ਜਾਵੇਗੀ ਵੀ ਜੇਕਰ ਇਨ ਫਿਊਚਰ ਮੈਂ ਜਿਹੜੀ ਅਪੀਲ ਹਾਰ ਜਾਣਾ ਤਾਂ ਜਿਹੜੀ ਪੇਮੈਂਟ ਹੈ ਮੇਰੀ ਇੱਥੋਂ ਵਸੂਲ ਕੀਤੀ ਜਾਵੇ, ਜਾਂ ਕੈਸ਼ 'ਚ ਸਿਕਿਉਰਿਟੀ ਪੇਸ਼ ਕੀਤੀ ਜਾਵੇਗੀ ਕੋਰਟ ਦੇ ਵਿੱਚ ਜਾਂ ਫਿਰ ਕੋਈ ਸਿਕਿਉਰਿਟੀ ਦਿੱਤੀ ਜਾਵੇਗੀ ਅਦਰਵਾਈਜ਼। ਗਰਾਊਂਡਸ ਵਿੱਚ ਮੇ ਬੀ ਟੇਕਨ ਇਨ ਅਪੀਲ 'ਚ ਕਿਹੜੀਆਂ ਗਰਾਊਂਡਾਂ ਲਈਆਂ ਜਾ ਸਕਦੀਆਂ ਨੇ? ਦਾ ਅਪੀਲੈਂਟ shall not accept by the leave of the court, urge or be heard in support of any ground of objection not set forth in the memorandum। ਜਿਹੜੀ ਕੋਈ ਗਰਾਊਂਡ ਤੁਸੀਂ ਆਪਦੀ ਅਪੀਲ ਦੇ ਵਿੱਚ ਨਹੀਂ ਲਈ, ਮੈਮੋਰੈਂਡਮ ਆਫ ਅਪੀਲ ਦੇ ਵਿੱਚ ਨਹੀਂ ਲਈ, ਉਸ ਗਰਾਊਂਡ ਦੇ ਬਿਹਾਫ ਤੇ ਤੁਹਾਨੂੰ ਉਸ ਤੋਂ ਇਲਾਵਾ ਬਾਹਰ ਜਾ ਕੇ ਜਿਹੜੀ ਕੋਈ ਤੁਹਾਡੀ ਸੁਣਵਾਈ ਨਹੀਂ ਹੋਏਗੀ। ਪਰ ਜੇਕਰ ਕੋਰਟ ਸੈਟੀਸਫਾਈ ਹੁੰਦੀ ਹੈ, ਤੁਹਾਨੂੰ ਇਜਾਜ਼ਤ ਦਿੰਦੀ ਹੈ, ਤਦ ਹੀ ਤੁਸੀਂ ਆਪਦੀ ਜਿਹੜੀ ਮੈਮੋਰੈਂਡਮ ਆਫ ਅਪੀਲ ਤੋਂ ਬਾਹਰ ਜਾ ਕੇ ਕਿਸੇ ਕੋਈ ਗੱਲ ਕਰ ਸਕਦੇ ਹੋ, ਅਦਰਵਾਈਜ਼ ਨਹੀਂ ਕਰ ਸਕਦੇ। ਅਦਰਵਾਈਜ਼ ਜੋ ਤੁਸੀਂ ਆਪਦੀ ਅਪੀਲੈਂਟ ਦੇ ਆਪਦੀ ਜਿਹੜੀ ਅਪੀਲ ਦੀ ਜਿਹੜੀ ਮੈਮੋਰੈਂਡਮ ਬਣਾਇਆ ਤੁਸੀਂ ਉਹਦੇ ਵਿੱਚ ਜੋ ਤੁਸੀਂ ਲਿਖਿਆ, ਜੋ ਤੁਸੀਂ ਗਰਾਊਂਡ ਵਿੱਚ ਲਈਆਂ ਨੇ, ਤੁਸੀਂ ਉਹੀ ਗਰਾਊਂਡ ਦੇ ਬੇਸਿਸ ਤੇ ਤੁਸੀਂ ਜਿਹੜੀ ਤੁਹਾਡੀ ਹੀਅਰਿੰਗ ਹੋ ਸਕਦੀ ਹੈ। ਬਟ ਦਾ ਅਪੀਲੈਂਟ ਕੋਰਟ ਇਨ ਡਿਸਾਈਡਿੰਗ ਦਾ ਅਪੀਲ ਸ਼ੈਲ ਨਾਟ ਬੀ ਕਨਫਾਈਨਡ ਟੂ ਦਾ ਗਰਾਊਂਡਸ ਆਫ ਦਾ ਆਬਜੈਕਸ਼ਨਸ। ਇੱਥੇ ਕਰਕੇ ਇਹ ਵੀ ਗੱਲ ਕਹੀ ਗਈ ਹੈ ਵੀ ਜੇਕਰ ਜਿਹੜੀ ਅਪੀਲੈਂਟ ਕੋਰਟ ਹੈਗੀ ਆ ਉਹ ਬਾਉਂਡ ਨਹੀਂ ਹੈਗੀ ਵੀ ਜਿਹੜੀਆਂ ਤੁਸੀਂ ਅਪੀਲੈਂਟ ਤੁਹਾਡੀ ਮੈਮੋਰੈਂਡਮ ਆਫ ਅਪੀਲ ਦੇ ਵਿੱਚ ਜਿਹੜੇ ਤੁਸੀਂ ਆਬਜੈਕਸ਼ਨ ਲਏ ਹੋਏ ਹੈ ਸਿਰਫ ਉਹਨਾਂ ਤੱਕ ਹੀ ਬਾਉਂਡ ਰਹੇ। ਕੋਰਟ ਜਿਹੜੀ ਸੈਟ ਫੋਰਥ ਇਨ ਦਾ ਮੈਮੋਰੈਂਡਮ ਦਾ ਅਪੀਲ ਟੇਕਨ ਬਾਈ ਦਾ ਲੀਵ ਆਫ ਦਾ ਕੋਰਟ ਅੰਡਰ ਦਿਸ ਰੂਲ। ਜਿਹੜੀ ਕੋਰਟ ਹੈਗੀ ਆ ਉਹਦੀ ਜਿਹੜੇ ਵੀ ਤੁਸੀਂ ਮੈਮੋਰੈਂਡਮ ਆਫ ਅਪੀਲ ਦੇ ਵਿੱਚ ਗਰਾਊਂਡ ਲਈਆਂ ਵੀ ਕੋਰਟ ਸਿਰਫ ਉੱਥੇ ਤੱਕ ਬਾਉਂਡ ਹੈ, ਕੋਰਟ ਤੱਕ ਬਾਉਂਡ ਨਹੀਂ ਹੈਗੀ। ਕੋਰਟ ਨੂੰ ਜੋ ਠੀਕ ਲੱਗਦਾ ਕੋਰਟ ਕਰ ਸਕਦੀ ਹੈ। Provided that the court shall not rest its decision on any other ground unless the party who may be affected thereby has had a sufficient opportunity। ਜੇ ਕਿਤੇ ਬਾਹਰ ਜਾ ਕੇ ਕੋਰਟ ਕੋਈ ਫੈਸਲਾ ਕਰਨਾ ਚਾਹੁੰਦੀ ਹੈ ਤਾਂ ਦੂਜੀ ਪਾਰਟੀ ਨੂੰ ਜਿਹੜਾ ਹੈਗਾ ਮੌਕਾ ਸੁਣਨ ਦਾ ਜ਼ਰੂਰ ਦਿੱਤਾ ਜਾਣਾ ਬਣਦਾ ਹੈ। ਰਿਜੈਕਸ਼ਨ ਔਰ ਅਮੈਂਡਮੈਂਟ ਆਫ ਦਾ ਮੈਮੋਰੈਂਡਮ, ਜਿਹੜਾ ਮੈਮੋਰੈਂਡਮ ਆਫ ਅਪੀਲ ਫਾਈਲ ਕੀਤਾ ਜਾਂਦਾ ਪਾਰਟੀਆਂ ਵੱਲੋਂ, ਠੀਕ ਹੈ, ਜੇਕਰ ਉਹ ਨਿਯਮਾਂ ਦੇ ਮੁਤਾਬਕ ਸਹੀ ਨਹੀਂ ਹੈਗਾ ਤਾਂ ਉਹਨੂੰ ਰਿਜੈਕਟ ਵੀ ਕੀਤਾ ਜਾ ਸਕਦਾ ਹੈ ਜਾਂ ਫਿਰ ਵਾਪਸ ਕੀਤਾ ਜਾ ਸਕਦਾ ਹੈ ਅਪੀਲੈਂਟ ਨੂੰ ਵੀ ਇਹਨੂੰ ਅਮੈਂਡਮੈਂਟ ਕਰਕੇ ਪ੍ਰੋਪਰ ਠੀਕ ਕਰਕੇ ਦੁਬਾਰਾ ਪੇਸ਼ ਕੀਤਾ ਜਾਵੇ। ਵੇਅਰ ਦਾ ਕੋਰਟ ਰਿਜੈਕਟਸ ਐਨੀ ਮੈਮੋਰੈਂਡਮ ਇਟ ਸ਼ੈਲ ਰਿਕਾਰਡ ਦਾ ਰੀਜ਼ਨ। ਜਦੋਂ ਕੋਰਟ ਵੱਲੋਂ ਕੋਈ ਇੱਦਾਂ ਦਾ ਜਿਹੜਾ ਮੈਮੋਰੈਂਡਮ ਆਫ ਅਪੀਲ ਰਿਜੈਕਟ ਕੀਤਾ ਜਾਵੇ ਤਾਂ ਰੀਜ਼ਨ ਦਿੱਤੇ ਜਾਂਦੇ ਵੀ ਕਿਉਂ ਅਸੀਂ ਇਸ ਨੂੰ ਰਿਜੈਕਟ ਕਰ ਰਹੇ ਹਾਂ। ਵੇਅਰ ਦਾ ਮੈਮੋਰੈਂਡਮ ਆਫ ਅਪੀਲ ਇਜ਼ ਅਮੈਂਡਡ ਦਾ ਜੱਜ ਔਰ ਸੱਚ ਆਫਿਸਰ he appoints in this behalf shall sign or initial the amendment। ਜਿੱਥੇ ਵੀ ਇਹਦੇ ਅਮੈਂਡਮੈਂਟ ਹੋਈ ਹੈ ਤਾਂ ਉੱਥੇ ਜੱਜ ਵੱਲੋਂ ਸਾਈਨ ਕੀਤੇ ਜਾਂਦੇ ਆ। ਐਪਲੀਕੇਸ਼ਨ ਫਾਰ ਦਾ ਕੰਡੋਨੇਸ਼ਨ ਆਫ ਡਿਲੇ, ਜਦੋਂ ਕੋਈ ਪਾਰਟੀ ਅਪੀਲ ਫਾਈਲ ਕਰਦੀ ਹੈ
ਜੇ ਵਿਦਨ ਟਾਈਮ ਅਪੀਲ ਫਾਈਲ ਨਾ ਕੀਤੀ ਗਈ ਹੋਵੇ, ਸੌਰੀ, ਜੇ ਵਿਦਨ ਟਾਈਮ ਜੋ ਲਿਮਿਟੇਸ਼ਨ ਪੀਰੀਅਡ ਹੈਗਾ ਅਪੀਲ ਫਾਈਲ ਕਰਨ ਦਾ, ਜੇ ਉਹਦੇ ਉਸ ਸਮੇਂ ਦੇ ਵਿੱਚ ਜਿਹੜੀ ਅਪੀਲ ਫਾਈਲ ਨਾ ਕੀਤੀ ਗਈ ਹੋਵੇ ਤਾਂ ਰੀਜ਼ਨ ਦਿੰਦੇ ਹੋਏ ਜਿਹੜਾ ਲਿਮਿਟੇਸ਼ਨ ਦੇ ਨੂੰ ਓਬਜ਼ਰਵ ਕਰਾਉਣ ਦੀ ਖਾਤਰ ਹਲਫੇ ਬਿਆਨ ਦਿੱਤਾ ਜਾਵੇਗਾ। ਜੇ ਕੋਈ ਸਫੀਸ਼ੀਐਂਟ ਕਾਜ਼ ਹੈਗਾ ਤਾਂ ਜਿਹੜੀ ਕੋਰਟ ਹੈਗੀ ਆ ਉਸ ਨੂੰ ਅਲਾਉ ਕਰ ਸਕਦੀ ਹੈ ਅਪੀਲ ਨੂੰ। If the court sees no reason to reject the application, ਜਿੱਥੇ ਕਿਤੇ ਕੋਰਟ ਨੂੰ ਲੱਗਦਾ ਵੀ ਇਸ ਜਿਹੜੀ ਐਪਲੀਕੇਸ਼ਨ ਠੀਕ ਹੈ, ਇਹਨੂੰ ਰਿਜੈਕਟ ਕਰਨ ਦਾ ਕੋਈ ਰੀਜ਼ਨ ਨਹੀਂ ਹੈਗਾ, ਤਾਂ ਰਿਸਪੋਂਡੈਂਟ ਨੋਟਿਸ ਦੂਜੀਆਂ ਪਾਰਟੀਆਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। Where the application has been made under sub-rule 1, the court shall not make or order for the stay of the execution. ਜੇ ਕਿਤੇ ਦਾਵਾ ਦਾਇਰ ਹੋ ਗਿਆ, ਠੀਕ ਹੈ, ਤਾਂ ਐਗਜ਼ੀਕਿਊਸ਼ਨ ਦੀ ਸਟੇ ਨਹੀਂ ਕੀਤੀ ਗਈ ਕੋਰਟ ਵੱਲੋਂ। Where an application has been made under sub-rule 1, ਸਬ ਰੂਲ 1 ਚ ਰਿਜੈਕਟ ਹੋ ਜਾਂਦੀ ਅਰਜੀ, ਤਾਂ ਜਿਹੜੀ ਸਟੇ ਐਪਲੀਕੇਸ਼ਨ ਤਾਂ ਜਿਹੜੀ ਐਗਜ਼ੀਕਿਊਸ਼ਨ ਉਹਨੂੰ ਸਟੇ ਨਹੀਂ ਕੀਤਾ ਜਾਵੇਗਾ। ਰੂਲ ਨੰਬਰ 4 ਕੀ ਹੈ, one several plaintiff or defendant may obtain reversal or hold decree where it proceeds on the grounds of common to all। ਜਿਹੜੀ ਡਿਗਰੀ ਪਾਸ ਹੋਈ ਵੀ ਹੈ, ਕੋਈ ਜ਼ਰੂਰੀ ਨਹੀਂ ਹੈਗਾ ਵੀ ਪਲੈਂਟਿਫ ਹੀ ਡਿਗਰੀ ਉਹਦੀ ਅਪੀਲ ਫਾਈਲ ਕਰੇ। ਜੇਕਰ ਡਿਫੈਂਡੈਂਟ ਵੀ ਕਿਸੇ ਕੇਸ ਉਸ ਦੇ ਵਿੱਚ ਕਿਸੇ ਗਰਾਊਂਡ ਤੋਂ ਅਫੈਕਟਡ ਹੈਗਾ, ਇੱਕ ਡਿਫੈਂਡੈਂਟ ਜਾਂ ਦੋ ਡਿਫੈਂਡੈਂਟ ਜਾਂ ਸਾਰੇ ਡਿਫੈਂਡੈਂਟ, ਤਾਂ ਉਹ ਵੀ ਅਪੀਲ ਫਾਈਲ ਕਰ ਸਕਦੇ ਹੈ। ਡਿਫੈਂਡੈਂਟ ਵੀ ਅਪੀਲ ਫਾਈਲ ਕਰ ਸਕਦੇ ਹੈ। ਸਟੇ ਆਫ ਪ੍ਰੋਸੀਡਿੰਗਸ ਐਂਡ ਐਗਜ਼ੀਕਿਊਸ਼ਨ। ਹੁਣ ਮੰਨ ਲਓ ਜਿਹੜੀ ਅਪੀਲ ਕਿਸੇ ਕੇਸ ਦੀ ਫੈਸਲਾ ਹੋ ਗਿਆ, ਕੋਈ ਜੱਜਮੈਂਟ ਹੋ ਗਈ, ਉਸ ਜੱਜਮੈਂਟ ਦੇ ਅਗੇਂਸਟ ਕੋਰਟ ਦੇ ਵਿੱਚ ਪਲੈਂਟਿਫ ਨੇ ਅਪੀਲ ਫਾਈਲ ਕਰ ਦਿੱਤੀ, ਤਾਂ ਫਿਰ ਕੋਰਟ ਕੀ ਕਰਦੀ ਹੈ ਅੱਗੇ ਫਰਦਰ? ਸਟੇ ਬਾਈ ਅਪੀਲੈਂਟ ਕੋਰਟ, ਜਿਹੜੀ ਅਪੀਲੈਂਟ ਕੋਰਟ ਹੈ ਸਟੇ ਵੀ ਜਾਰੀ ਕਰ ਸਕਦੀ ਹੈ। ਐਨ ਅਪੀਲ ਸ਼ੈਲ ਨਾਟ ਆਪਰੇਟ ਐਜ a stay for the proceedings under a decree or order appealed from the except so far as appellant court may order। ਇਹ ਕਿਹਾ ਗਿਆ ਵੀ ਜਿਹੜੀ ਅਪੀਲ ਹੈਗੀ ਹੈ ਜੇ ਫਾਈਲ ਹੋ ਗਈ, ਜਦੋਂ ਤੱਕ ਕੋਰਟ ਸਟੇ ਆਰਡਰ ਜਾਰੀ ਨਹੀਂ ਕਰ ਦਿੰਦੀ, ਉਦੋਂ ਤੱਕ ਜਿਹੜਾ ਆਰਡਰ ਹੈਗਾ ਜੋ ਇਨੀਸ਼ੀਅਲ ਕੋਰਟ ਨੇ ਕੀਤਾ ਸੀਗਾ ਉਹ ਜਾਰੀ ਰਹੇਗਾ, ਉਹਦੇ ਉੱਪਰ ਸਟੇ ਪ੍ਰਜ਼ੂਮ ਨਹੀਂ ਕੀਤੀ ਜਾਵੇਗੀ। ਪਰ ਜੇ ਕੋਰਟ ਨੇ ਸਟੇ ਆਰਡਰ ਜਾਰੀ ਕਰ ਦਿੱਤਾ ਤਾਂ ਫਿਰ ਜਿਹੜੀ ਡਿਗਰੀ ਥੱਲੇ ਕੋਰਟ ਨੇ ਕੀਤੀ ਹੈਗੀ ਹੈ ਉਹਦੀ ਐਗਜ਼ੀਕਿਊਸ਼ਨ ਬੰਦ ਹੋ ਜਾਏਗੀ ਉਨੀ ਦੇਰ ਦੀ। ਐਕਸਪਲੇਨੇਸ਼ਨ ਕਿਹਾ ਗਿਆ ਹੈ, ਐਨ ਆਰਡਰ ਬਾਈ ਦਾ ਅਪੀਲੈਂਟ ਕੋਰਟ ਫਾਰ ਦਾ ਸਟੇ ਆਫ ਐਗਜ਼ੀਕਿਊਸ਼ਨ। ਜਿਹੜਾ ਆਰਡਰ ਹੈ ਕੋਰਟ ਨੇ ਜਾਰੀ ਕੀਤਾ ਹੈ, ਅਪੀਲੈਂਟ ਕੋਰਟ ਨੇ ਵੀ ਜਿਹੜੀ ਐਗਜ਼ੀਕਿਊਸ਼ਨ ਹੈ ਦੀ ਸਟੇ ਕੀਤੀ ਜਾਂਦੀ ਹੈ। ਜਿਹੜੀ ਡਿਗਰੀ ਇਨੀਸ਼ੀਅਲ ਕੋਰਟ ਨੇ ਪਾਸ ਕੀਤੀ ਸੀ ਉਹਨੂੰ ਫਿਲਹਾਲ ਰੋਕਿਆ ਜਾਂਦਾ ਹੈ। The degree shall be effective from the date of the communication of such order to the court of first instance। ਇਹਦੀ ਜਿਹੜੀ ਕਾਪੀ ਹੈਗੀ ਹੈ, ਇਹ ਆਰਡਰ ਦੀ ਜਿਹੜੀ ਕਾਪੀ ਹੈ ਜਿਹੜੀ ਨਿਚਲੀ ਅਦਾਲਤ ਹੈ, ਜਿਸ ਅਦਾਲਤ ਨੇ ਇਹ ਫੈਸਲਾ ਕੀਤਾ ਸੀਗਾ, ਉਸ ਕੋਰਟ 'ਚ ਭੇਜੀ ਜਾਵੇਗੀ। ਜਦੋਂ ਕੋਰਟ ਕੋਲੇ ਉਹ ਆਰਡਰ ਪਹੁੰਚ ਗਿਆ ਤੇ ਉਦੋਂ ਲਾਗੂ ਉਸੇ ਡੇਟ ਤੋਂ ਲਾਗੂ ਹੋਏਗੀ। ਬਟ ਐਨ ਐਫੀਡੈਵਿਟ ਸਵੋਰਨ ਬਾਈ ਦਾ ਅਪੀਲੈਂਟ based on his personal knowledge stating that an order for the stay of execution made by the appellant court shall pending the receipt। ਪਰ ਜੇਕਰ ਜਿਹੜਾ ਅਪੀਲੈਂਟ ਪਾਰਟੀ ਹੈਗੀ ਹੈ ਉਹ ਓਰੀਜਨਲ ਕੋਰਟ ਦੇ ਵਿੱਚ ਹਲਫੇ ਜਾ ਕੇ ਦੇ ਦੇਵੇ ਵੀ ਇਸ ਕੇਸ ਦੇ ਵਿੱਚ ਜੀ ਸਟੇ ਹੋ ਚੁੱਕੀ ਆਲਰੇਡੀ ਇੰਨੀ ਤਰੀਕ ਨੂੰ, ਤਦ ਵੀ ਉੱਥੋਂ ਉਹ ਲਾਗੂ ਹੋ ਜਾਂਦੀ ਹੈ। ਜਿਹੜੀ ਸਟੇ ਹੈ, ਸਟੇ ਆਰਡਰ ਜਾਰੀ ਲਾਗੂ ਹੋ ਜਾਂਦਾ ਹੈ। ਸਟੇ ਬਾਈ ਦਾ ਕੋਰਟ ਵਿੱਚ ਪਾਸ ਦਾ ਡਿਗਰੀ, ਜਿਹੜੀ ਕੋਰਟ ਨੇ ਡਿਗਰੀ ਪਾਸ ਕੀਤੀ ਸੀ ਉਹਦੇ ਕੋਲ ਵੀ ਅਧਿਕਾਰ ਹੈਗਾ ਸਟੇ ਦੇਣ ਦਾ। ਇੱਕ ਤਾਂ ਅਪੀਲੈਂਟ ਕੋਰਟ ਸਟੇ ਜਾਰੀ ਕਰਦੀ ਹੈ, ਦੂਜੇ ਨੰਬਰ ਤੇ ਜਿਸ ਕੋਰਟ ਨੇ ਡਿਗਰੀ ਪਾਸ ਕੀਤੀ ਸੀ ਜਿਹਦੇ ਅਗੇਂਸਟ ਅਪੀਲ ਫਾਈਲ ਹੋਈ ਹੈ, ਇਸ ਕੋਰਟ ਕੋਲ ਵੀ ਸਟੇ ਜਾਰੀ ਕਰਨ ਦਾ ਅਧਿਕਾਰ ਹੈ। ਜਿਹੜਾ ਕੋਰਟ ਆਰਡਰ ਮੈਨੇ ਪਾਸ ਕੀਤਾ ਹੈ ਉਸ ਨੂੰ ਫਿਲਹਾਲ ਇੰਪਲੀਮੈਂਟ ਕਰਨ ਤੋਂ ਰੋਕਿਆ ਜਾਵੇ। ਵੇਅਰ ਐਨ ਐਪਲੀਕੇਸ਼ਨ ਇਜ਼ ਵੇਟ ਫਾਰ ਦਾ ਸਟੇ ਆਫ ਐਗਜ਼ੀਕਿਊਸ਼ਨ। ਜਦੋਂ ਕੋਈ ਪਾਰਟੀ ਇਸ ਕੋਰਟ ਦੀ ਜਾ ਕੇ ਅਰਜੀ ਦਿੰਦੀ ਹੈ, ਕੰਸਰਨ ਪਾਰਟੀ ਜਿਹਨੇ ਅਪੀਲ ਫਾਈਲ ਕੀਤੀ ਹੁੰਦੀ ਹੈ ਉਹ ਅਰਜੀ ਦਿੰਦੀ ਹੈ, ਵੇਅਰ ਐਨ ਐਪਲੀਕੇਸ਼ਨ ਇਜ਼ ਮੇਡ ਬਾਈ ਦਾ ਫਾਰ ਦਾ ਸਟੇ ਆਫ ਐਗਜ਼ੀਕਿਊਸ਼ਨ
ऑफ एन अपीलेबल डिग्री, भी डिग्री ਦੀ ਅਪੀਲ ਚੱਲ ਰਹੀ ਹੈ, ਪਾਰਟੀ ਜਾ ਕੇ ਇਸ ਕੋਰਟ ਦੇ ਵਿੱਚ ਜਿਸ ਨੇ ਡਿਗਰੀ ਪਾਸ ਕੀਤੀ ਉੱਥੇ ਅਰਜੀ ਦੇ ਸਕਦੀ ਹੈ ਬਿਫੋਰ ਦਾ ਐਕਸਪਾਇਰੇਸ਼ਨ ਆਫ ਦਾ ਟਾਈਮ ਅਲਾਉਡ ਫਾਰ ਦਾ ਅਪੀਲਿੰਗ देयर ਫਰੋਮ। ਅਪੀਲ ਦਾ ਜਿਹੜਾ ਸਮਾਂ ਹੈ ਉਹ ਪੂਰਾ ਹੋਣ ਤੋਂ ਪਹਿਲਾਂ ਠੀਕ ਹੈ, ਤਾਂ ਕੋਰਟ ਵਿੱਚ ਪਾਸ ਦਾ ਡਿਗਰੀ ਮੇ ਔਨ ਸਫੀਸ਼ੀਐਂਟ ਕਾਜ਼, ਜਿਹੜੀ ਕੋਰਟ ਹੈ ਜਿਹਨੇ ਡਿਗਰੀ ਪਾਸ ਕੀਤੀ ਹੁੰਦੀ ਹੈ, ਜੇ ਉਹਨੂੰ ਲੱਗੇ ਸੈਟੀਸਫਾਈ ਹੋਵੇ ਵੀ ਹਾਂ ਠੀਕ ਹੈ ਇਹ ਜਿਹੜੀ ਸਟੇ ਹੈਗੀ ਹੈ ਜਿਹਦੀ ਐਗਜ਼ੀਕਿਊਸ਼ਨ ਹੈ ਅਜੇ ਨਹੀਂ ਕੀਤੀ ਜਾਣੀ ਬਣਦੀ, ਤਾਂ ਉਸ ਆਰਡਰ ਨੂੰ ਆਰਡਰ ਕਰ ਸਕਦੀ ਹੈ, ਐਗਜ਼ੀਕਿਊਸ਼ਨ ਨੂੰ ਸਟੇ ਕੀਤਾ ਜਾ ਸਕਦਾ ਹੈ ਆਪਣੇ ਪਾਸ ਕੀਤੇ ਗਏ ਆਰਡਰ ਨੂੰ ਫਾਰ ਦਾ ਟਾਈਮਿੰਗ। ਜੇ ਉਹਦੀ ਅਪੀਲ ਹੋ ਜਾਂਦੀ ਹੈ ਤਾਂ ਜਿਹੜੀ ਕੋਰਟ ਹੈ ਇਹ ਸਟੇ ਕਰ ਸਕਦੀ ਹੈ। ਨੋ ਆਰਡਰ ਫਾਰ ਸਟੇ ਆਫ ਦਾ ਐਗਜ਼ੀਕਿਊਸ਼ਨ ਸ਼ੈਲ ਬੀ ਮੇਡ। ਸਬ ਰੂਲ 1 ਤੇ 2 ਦੇ ਵਿੱਚ ਕਹਿੰਦੇ ਵੀ ਆਰਡਰ ਜਿਹੜਾ ਸਟੇ ਦਾ ਨਹੀਂ ਜਾਰੀ ਕੀਤਾ ਜਾ ਸਕਦਾ ਜੇਕਰ ਕੋਰਟ ਸੈਟੀਸਫਾਈ ਨਾ ਹੋਵੇ ਕਿਸੇ ਗੱਲ ਤੋਂ, that the substantial loss may result to the party applying for the stay of execution। ਜੋ ਤੱਕ ਪਾਰਟੀ ਨੂੰ ਜੇ ਕੋਰਟ ਇਸ ਗੱਲ ਤੋਂ ਸੈਟੀਸਫਾਈ ਨਾ ਹੋ ਜਾਵੇ ਵੀ ਜੇ ਇਹ ਅਸੀਂ no order for stay of execution shall be made under sub rule 1 and 2 unless the court make it satisfied। ਜੇਕਰ ਕੋਰਟ ਸੈਟੀਸਫਾਈ ਹੋ ਜਾਂਦੀ ਹੈ ਵੀ ਹਾਂ ਜੇ ਅਸੀਂ ਐਗਜ਼ੀਕਿਊਸ਼ਨ ਕਰਵਾ ਦਿੰਦੇ ਹਾਂ ਤਾਂ ਇਸ ਦਾ ਬਹੁਤ ਵੱਡੇ ਪੱਧਰ ਤੇ ਜਿਹੜੀ ਪਾਰਟੀ ਆ ਉਹਦਾ ਲਾਸ ਹੋ ਸਕਦਾ ਹੈ, ਤਦ ਹੀ ਜਿਹੜਾ ਸਟੇ ਆਰਡਰ ਜਾਰੀ ਕੀਤਾ ਜਾ ਸਕਦਾ ਹੈ। ਜਾਂ ਫਿਰ ਵੀ ਇਹ ਕੋਈ ਅਨਰੀਜ਼ਨੇਬਲ ਡਿਲੇ ਨਹੀਂ ਹੈਗੀ, ਬਿਨਾਂ ਮਤਲਬ ਤੋਂ ਜਿਹੜੀ ਡਿਲੇ ਕਰਨ ਦੇ ਮਕਸਦ ਲਈ ਅਰਜ਼ੀ ਨਹੀਂ ਦਿੱਤੀ ਗਈ ਪਾਰਟੀ ਵੱਲੋਂ, ਬਿਨਾਂ ਕਿਸੇ ਮਕਸਦ ਤੋਂ ਪਾਰਟੀ ਵੱਲੋਂ ਡਿਲੇ ਨਹੀਂ ਕੀਤਾ ਜਾ ਰਿਹਾ ਇਹ ਅਰਜ਼ੀ ਦੇ ਕੇ, ਤਦ ਵੀ ਜਿਹੜੀ ਕੋਰਟ ਹੈਗੀ ਹੈ ਸਟੇ ਆਰਡਰ ਜਾਰੀ ਕਰ ਸਕਦੀ ਹੈ। Court may make an ex parte order for stay of execution pending the hearing of the application। Court may make an ex parte order for the stay of execution। Court ex parte order भी कर सकती है stay दे execution pending the hearing of the application। ਉਹਦੇ ਕੋਲ ਕੋਈ ਜਿਹੜਾ ਕੇਸ ਹੈਗਾ ਪੈਂਡਿੰਗ ਪਿਆ ਹੈਗਾ ਹੀਅਰਿੰਗ ਦੇ ਲਈ ਤਾਂ ਐਕਸ ਪਾਰਟੀ ਆਰਡਰ ਕੀਤਾ ਜਾ ਸਕਦਾ ਹੈ। ਨਾਟ ਸਰ ਕੋਰਟ ਆਪਣੇ ਆਰਡਰ ਨੂੰ ਸਟੇ ਕਰ ਸਕਦੀ ਹੈ? ਜੀ ਕਰ ਸਕਦੀ ਹੈ। ਆਹੀ ਤਾਂ ਪੜ੍ਹ ਰਹੇ ਆਪਾਂ ਆਰਡਰ ਨੰਬਰ 5 ਰੂਲ ਨੰਬਰ 5। notwithstanding anything contained in the foregoing sub rule where their appellant fails। ਜੇਕਰ appellant ਹੈ ਫੇਲ ਹੋ ਜਾਂਦਾ ਹੈ, ਸਿਕਿਉਰਿਟੀ ਨਹੀਂ ਜਾਰੀ ਕਰਦਾ, ਸਿਕਿਉਰਿਟੀ ਡਿਪੋਜ਼ਿਟ ਨਹੀਂ ਕਰਾਉਂਦਾ। ਦੇਖੋ ਅਪੀਲ ਦਾ ਸਭ ਤੋਂ ਵੱਡਾ ਪਹਿਲਾ ਫਾਰਮੂਲਾ ਇਹ ਹੈਗਾ ਵੀ ਜਦੋਂ ਕਿਸੇ ਕੋਈ ਮਨੀ ਡਿਗਰੀ ਜੇ ਕੋਈ ਹੋਵੇ ਤਾਂ ਕੋਈ ਪਾਰਟੀ ਅਪੀਲ ਜਾਂਦੀ ਹੈ ਤਾਂ ਜਿੰਨੇ ਪੈਸੇ ਦੀ ਡਿਗਰੀ ਪਹਿਲਾਂ ਪਾਸ ਹੋਈ ਉਹਨੇ ਪੇਮੈਂਟ ਉਹਨੂੰ ਕੋਰਟ ਜਮ੍ਹਾਂ ਕਰਾਉਣੀ ਪਏਗੀ ਅਪੀਲੈਂਟ ਕੋਰਟ ਦੇ ਵਿੱਚ, ਜਾਂ ਪੇਮੈਂਟ ਜਮ੍ਹਾਂ ਕਰਾਉਣੀ ਪਏਗੀ ਜਾਂ ਫਿਰ ਸਿਕਿਉਰਿਟੀ ਦੇਣੀ ਪਏਗੀ, ਤਦ ਹੀ ਜਿਹੜੀ ਅਪੀਲ ਤੁਸੀਂ ਫਾਈਲ ਕਰ ਸਕਦੇ ਹੋ, ਅਦਰਵਾਈਜ਼ ਨਹੀਂ ਕਰ ਸਕਦੇ। ਜਦੋਂ notwithstanding anything contained appellant fails to make the deposit of furnished security, ਜਦੋਂ ਕਿਤੇ ਜਿਹੜਾ appellant ਹੈਗਾ ਉਹ ਪੇਮੈਂਟ ਜਮ੍ਹਾਂ ਨਹੀਂ ਕਰਾਉਂਦਾ ਕੋਰਟ ਦੇ ਵਿੱਚ, ਨਾ ਹੀ ਸਿਕਿਉਰਿਟੀ ਦਿੰਦਾ ਹੈ, ਕੋਰਟ ਸ਼ੈਲ ਨਾਟ ਮੇਕ ਐਨ ਆਰਡਰ ਫਾਰ ਸਟੇਇੰਗ ਦ ਐਗਜ਼ੀਕਿਊਸ਼ਨ। ਤਾਂ ਜਿਹੜੀ ਕੋਰਟ ਹੈਗੀ ਹੈ ਉਹ ਐਗਜ਼ੀਕਿਊਸ਼ਨ ਸਟੇ ਕਦੀ ਨਹੀਂ ਕਰੇਗੀ। ਸਿਕਿਉਰਿਟੀ ਇਨ ਕੇਸ of order for the execution of decree appealed from। ਇਹ 'ਚ ਵੀ ਸਿਕਿਉਰਿਟੀ ਦੀ ਗੱਲ ਕੀਤੀ, ਕੋਈ ਆਰਡਰ ਕੋਈ ਇੰਟਰਮ ਆਰਡਰ ਪਾਸ ਕੀਤਾ ਕੋਰਟ ਨੇ ਉਹਦੇ ਅਪੀਲ ਦੇ ਵਿੱਚ ਅਸੀਂ ਗਏ ਹਾਂ, ਐਸੀ ਜਜਮੈਂਟ ਨਹੀਂ ਪਾਸ ਕੀਤੀ ਗਈ। ਐਗਜ਼ੀਕਿਊਸ਼ਨ ਆਫ ਡਿਕਰੀ ਅਪੀਲਡ ਫਰੋਮ ਸਿਕਿਉਰਿਟੀ ਇਨ ਕੇਸ ਆਫ ਆਰਡਰ, ਕੋਈ ਆਰਡਰ ਪਾਸ ਕੀਤਾ ਹੈ ਐਗਜ਼ੀਕਿਊਸ਼ਨ ਦਾ ਕੋਈ ਆਰਡਰ ਹੈ, ਐਗਜ਼ੀਕਿਊਸ਼ਨ ਕੋਰਟ ਹੈ ਉਹਦੇ ਵੱਲੋਂ ਕੋਈ ਆਰਡਰ ਪਾਸ ਕੀਤਾ ਗਿਆ, ਉਹਦੀ ਕੋਈ ਅਪੀਲ ਫਾਈਲ ਕਰਦਾ ਹੈ ਤਦ ਵੀ ਉਹਨੂੰ ਸਿਕਿਉਰਿਟੀ ਜਮ੍ਹਾਂ ਕਰਨੀ ਪਏਗੀ ਕੋਰਟ ਦੇ ਵਿੱਚ। exercise of powers in appeal from order made in execution of decree। A exercise of powers in appeal from the order made in execution of the decree। ਜੇ ਕੋਈ ਪਾਰਟੀ ਵੱਲੋਂ ਕਿਸੇ ਆਫਿਸਰ ਵੱਲੋਂ ਜਿਹੜੀ ਡਿਗਰੀ ਆ ਉਹਦੀ ਐਗਜ਼ੀਕਿਊਸ਼ਨ ਕੀਤੀ ਜਾ ਰਹੀ ਹੈ ਤਾਂ ਵੀ ਜਿਹੜੀ ਇਹ ਪਾਵਰ ਹੈ ਐਕਸਰਸਾਈਜ਼ ਕੀਤੀ ਜਾ ਸਕਦੀ ਹੈ ਅਪੀਲ ਦੀ, ਉਸ ਆਰਡਰ ਦੇ ਅਗੇਂਸਟ ਵੀ ਜਿਹੜੀ ਹੈਗੀ ਆ ਕਿਸੇ ਪਾਰਟੀ ਕੋਲੇ ਐਗਜ਼ੀਕਿਊਸ਼ਨ ਕੋਰਟ ਦੇ ਅਗੇਂਸਟ ਵੀ ਕੋਈ ਪਾਰਟੀ ਅਪੀਲ ਫਾਈਲ ਕਰ ਸਕਦੀ ਹੈ। ਰਜਿਸਟਰੀ ਆਫ ਮੈਮੋਰੈਂਡਮ ਆਫ ਦਾ ਅਪੀਲ, ਜਦੋਂ ਕੋਈ ਅਪੀਲ
ਕੋਰਟ ਦੇ ਵਿੱਚ ਆ ਜਾਂਦੀ ਹੈ, ਉਹਦੇ ਕੋਈ ਜਿਹੜੀ ਅਮੈਂਡਮੈਂਟ ਹੈ ਉਹ ਵੀ ਹੋ ਜਾਂਦੀ ਹੈ। ਠੀਕ ਹੈ, ਉਸ ਤੋਂ ਬਾਅਦ ਤਾਂ ਜਿਹੜੀ ਕੋਰਟ ਵੱਲੋਂ ਜਿਹੜਾ ਹੈਗਾ ਇੰਟਰਟੇਨ ਕਰ ਲਿਆ ਜਾਂਦਾ ਉਸ ਨੂੰ, ਮੈਮੋਰੈਂਡਮ ਆਫ ਅਪੀਲ ਨੂੰ, ਉਹਦੇ ਤੇ ਨੰਬਰਿੰਗ ਲੱਗ ਜਾਂਦੀ ਹੈ, ਐਡੋਸਮੈਂਟ ਹੋ ਜਾਂਦੀ ਹੈ ਕਿਹੜੀ ਤਰੀਕ ਨੂੰ ਇਹ ਡਿਗਰੀ ਜਿਹੜੀ ਅਪੀਲ ਫਾਈਲ ਕੀਤੀ ਗਈ ਹੈ, ਰਜਿਸਟਰ 'ਚ ਐਂਟਰੀ ਪੈ ਜਾਂਦੀ ਹੈ, ਰਜਿਸਟਰ ਬੁੱਕ ਹੁੰਦੀ ਹੈ ਇੱਕ ਲੱਗੀ ਵੀ ਅਪੀਲ ਐਂਡ ਬੁੱਕ, ਉਹਨੂੰ ਕਹਿੰਦੇ ਰਜਿਸਟਰ ਆਫ ਅਪੀਲ ਲੱਗ ਜਾਂਦਾ ਹੈ। ਤਾਂ ਕੋਰਟ ਦੇ ਵਿੱਚ ਜਿਹੜੀ ਅਪੀਲ ਹੈ ਉਹ ਰਜਿਸਟਰ ਹੋ ਜਾਂਦੀ ਹੈ, ਰਜਿਸਟਰ ਆਫ ਅਪੀਲ 'ਚ ਐਂਟਰੀ ਪੈ ਜਾਂਦੀ ਹੈ ਜਦੋਂ ਕੋਈ ਜਿਹੜੀ ਮੈਮੋਰੈਂਡਮ ਆਫ ਅਪੀਲ ਹੈ ਕੋਰਟ ਦੇ ਵਿੱਚ ਆ ਜਾਂਦਾ ਹੈ, ਸਾਰੀਆਂ ਅਮੈਂਡਮੈਂਟ ਵਗੈਰਾ ਕਰਨ ਤੋਂ ਬਾਅਦ ਤਾਂ ਉਹ ਰਜਿਸਟਰ 'ਚ ਐਂਟਰ ਹੋ ਜਾਂਦਾ ਹੈ। Appellant court may require appellant to furnish security for the cost. ਕੋਸਟਾਂ ਦੇ ਲਈ ਵੀ ਜਿਹੜੀ ਕੋਰਟ ਦੀ ਮਰਜ਼ੀ ਹੈਗੀ, ਡਿਸਕ੍ਰਿਸ਼ਨ ਹੈਗੀ ਹੈ ਵੀ ਜੇ ਕੋਈ ਕੋਰਟ ਵੀ ਕੱਲ ਨੂੰ ਇਹ ਜਿਹੜੀ ਅਪੀਲੈਂਟ ਪਾਰਟੀ ਹੈਗੀ ਹੈ ਇਹ ਕੋਸਟ ਪਰ ਦੇਵੇਗੀ ਜਾਂ ਨਹੀਂ ਦੇਵੇਗੀ, ਠੀਕ ਹੈ, ਉਹਦੇ ਲਈ ਵੀ ਸਿਕਿਉਰਿਟੀ ਮੰਗੀ ਜਾ ਸਕਦੀ ਹੈ। ਜਦੋਂ ਕੋਈ ਪਾਰਟੀ ਇੰਡੀਆ ਤੋਂ ਬਾਹਰ ਰਹਿੰਦੀ ਹੋਵੇ ਤਾਂ ਦੀ ਜਿਹੜੀ ਕੋਰਟ ਹੈਗੀ ਹੈ, ਕੋਰਟ ਸ਼ੈਲ ਡਿਮਾਂਡ such security in all the cases. Next है power to dismiss appeal without sending notice to the lower court. ਜਦੋਂ ਕਿਸੇ ਕੋਰਟ ਕੋਲੇ ਕੋਈ ਅਪੀਲ ਫਾਈਲ ਹੁੰਦੀ ਹੈ ਤਾਂ ਅਪੀਲੈਂਟ ਕੋਰਟ ਆਫਟਰ ਫਿਕਸਿੰਗ ਅ ਡੇ ਫਾਰ ਹੀਅਰਿੰਗ ਦਾ ਅਪੀਲੈਂਟ, ਪਾਰਟੀਆਂ ਨੂੰ ਫਿਕਸ ਮਤਲਬ ਕਿ ਸਮਾਂ ਅਗਲੀ ਤਰੀਕ ਪੇਸ਼ੀ ਨਿਯੁਕਤ ਕਰਕੇ ਪਾਰਟੀਆਂ ਨੂੰ ਸੁਣ ਕੇ ਔਰ ਉਹਨਾਂ ਵਕੀਲਾਂ ਨੂੰ ਸੁਣ ਕੇ ਜਾਂ ਪਾਰਟੀਆਂ ਨੂੰ ਸੁਣ ਕੇ ਜਿਹੜਾ ਹੈਗਾ ਜਿਹੜਾ ਅਪੀਲ ਹੈਗੀ ਹੈ, ਜੇ ਉਹਨੂੰ ਲੱਗਦਾ ਵੀ ਅਪੀਲ 'ਚ ਕੋਈ ਦਮ ਨਹੀਂ ਹੈਗਾ ਤਾਂ ਅਪੀਲ ਨੂੰ ਡਿਸਮਿਸ ਕੀਤਾ ਜਾ ਸਕਦਾ ਹੈ। ਇਫ ਔਨ ਡੇ ਫਿਕਸਡ ਔਰ ਐਨੀ ਡੇ ਅਦਰ ਡੇ ਵਿਚ ਦਾ ਹੀਅਰਿੰਗ ਮੇ ਬੀ ਅਡਜਰਨ ਦਾ ਅਪੀਲੈਂਟ ਡਜ਼ ਨਾਟ ਅਪੀਅਰ, ਜੇ ਕੋਈ ਅਪੀਲੈਂਟ ਜਿਹੜਾ ਹੈਗਾ ਉਹ ਆਪ ਹੀ ਨਹੀਂ ਕੋਰਟ 'ਚ ਹਾਜ਼ਰ ਹੁੰਦਾ ਹੈਗਾ, ਠੀਕ ਹੈ, when the appeal is called on hearing the court may make an order to dismiss the appeal. ਜੇ ਅਪੀਲ ਫਾਈਲ ਕਰਕੇ ਪਾਰਟੀ ਖੁਦ ਹਾਜ਼ਰ ਨਹੀਂ ਜਾਂਦੀ ਕੋਰਟ ਦੇ ਵਿੱਚ ਜਾਂ ਉਹਦਾ ਕੋਈ ਵਕੀਲ ਹੀ ਹਾਜ਼ਰ ਨਹੀਂ ਜਾਂਦਾ ਤਾਂ ਜਿਹੜੀ ਅਪੀਲ ਹੈ ਉਹ ਡਿਸਮਿਸ ਕੀਤੀ ਜਾ ਸਕਦੀ ਹੈ। ਜਦੋਂ ਕੋਈ ਅਪੀਲ ਇੱਦਾਂ ਦੀ ਡਿਸਮਿਸ ਹੋ ਜਾਂਦੀ ਹੈ ਤਾਂ ਉਹਦੀ ਇਨਫੋਰਮੇਸ਼ਨ ਹੈਗੀ ਹੈ ਤਾਂ ਕੰਸਰਨਡ ਕੋਰਟ ਜਿਸਨੇ ਉਹ ਡਿਗਰੀ ਪਾਸ ਕੀਤੀ ਗਈ ਸੀ, ਜਿਸ ਡਿਗਰੀ ਦੇ ਖਿਲਾਫ ਜਿਹੜੀ ਅਪੀਲ ਫਾਈਲ ਹੋਈ ਹੈ, ਉਸ ਕੋਰਟ ਨੂੰ ਵੀ ਇਹਦੀ ਇਨਫੋਰਮੇਸ਼ਨ ਇੱਕ ਕਾਪੀ ਭੇਜੀ ਜਾਂਦੀ ਹੈ। When an appellant court, not being the high court, dismisses an appeal, ਜਦੋਂ ਕਿਸੇ ਕੋਰਟ ਵੱਲੋਂ ਜਿਹੜੀ ਅਪੀਲ ਡਿਸਮਿਸ ਕੀਤੀ ਜਾਂਦੀ ਹੈ, it shall deliver a judgment according in brief, ਤਾਂ ਜੇ ਜਜਮੈਂਟ ਜਿਹੜੀ ਇਹਦੀ ਪਾਸ ਕੀਤੀ ਜਾਂਦੀ ਹੈ ਸ਼ਾਰਟ ਦੇ ਵਿੱਚ, ਜਿਹੜੀ ਡਿਗਰੀ ਹੈ ਜਿਹੜੀ ਇਹ ਅਪੀਲ ਹੈ ਇਹ ਡਿਸਮਿਸ ਕੀਤੀ ਜਾਂਦੀ ਹੈ, ਉਹਦੀ ਛੋਟੀ ਜਿਹੀ ਜਜਮੈਂਟ ਵੀ ਪਾਸ ਕੀਤੀ ਜਾਂਦੀ ਹੈ ਤਾਂ ਕਿ ਜਿਹੜੀ ਦੂਜੀ ਪਾਰਟੀ ਹੈ ਉਹ ਫਰਦਰ ਵੀ ਅਪੀਲ ਜਾ ਸਕਦੀ ਹੋਵੇ। ਟਾਈਮ ਵਿਦਿਨ ਵਿੱਚ ਹੀਅਰਿੰਗ ਅੰਡਰ ਰੂਲ 11 ਸ਼ੁੱਡ ਬੀ ਕੰਡਕਟਡ, ਜਿਹੜੀ ਅਪੀਲ ਦਾ ਸਮਾਂ ਹੈਗਾ ਵੀ ਕਿੰਨੀ ਦੇਰ ਦੇ ਵਿੱਚ ਇਹ ਜਿਹੜੀ ਹੈਗੀ ਹੈ ਐਕਸਪੀਡੀਟਲੀ ਜਿਹੜਾ ਇਹਦਾ ਡਿਸੀਜਨ ਕਰਨਾ ਬਣਦਾ, ਕੋਸ਼ਿਸ਼ ਕੀਤੀ ਜਾਂਦੀ ਹੈ, ਇੰਡੇਵਰ ਕੀਤਾ ਜਾਂਦਾ, ਕੋਸ਼ਿਸ਼ ਕੀਤੀ ਜਾਂਦੀ ਹੈ ਵੀ 60 ਦਿਨ ਦੇ ਅੰਦਰ ਅੰਦਰ ਜਿਹੜਾ ਇਹਦਾ ਫੈਸਲਾ ਹੈਗਾ ਅਪੀਲ ਦਾ ਕਰ ਦਿੱਤਾ ਜਾਵੇ। ਇਹ ਕੋਰਟ ਦੀ ਇੱਕ ਸਮਾਂ ਲਾਅ ਨਿਸ਼ਚਿਤ ਕੀਤਾ ਗਿਆ ਲਾਅ ਦੇ ਵਿੱਚ। ਡੇ ਫਾਰ ਹੀਅਰਿੰਗ ਅਪੀਲ, ਜਦੋਂ ਅਪੀਲ ਕੋਈ ਫਾਈਲ ਹੁੰਦੀ ਹੈ ਤਾਂ ਸਮਾਂ ਨਿਸ਼ਚਿਤ ਕੀਤਾ ਜਾਂਦਾ ਹੈ। ਇਟ ਸ਼ੈਲ ਫਿਕਸ ਏ ਡੇ ਫਾਰ ਹੀਅਰਿੰਗ ਅਪੀਲ, ਪਾਰਟੀ ਨੂੰ ਸੁਣਿਆ ਜਾਂਦਾ ਹੈ। ਪਬਲਿਕੇਸ਼ਨ and service of notice of day for hearing appeal, ਜਦੋਂ ਕੋਈ ਅਪੀਲ ਫਾਈਲ ਹੋ ਗਈ ਤਾਂ ਉਹਦੀ ਜਿਹੜੀ ਨੋਟਿਸ ਹੈ ਕੰਸਰਨਡ ਪਾਰਟੀਆਂ ਨੂੰ ਨੋਟਿਸ ਭੇਜਿਆ ਜਾਂਦਾ ਹੈ ਐਂਡ ਸ਼ੈਲ ਬੀ ਸੈਂਟ ਬਾਈ ਦਾ ਅਪੀਲੈਂਟ ਕੋਰਟ ਟੂ ਦਾ ਕੋਰਟ ਫਰੋਮ ਹੂਜ਼ ਡਿਗਰੀ, ਜਿਹੜੀ ਕੋਰਟ ਨੇ ਇਹ ਆਰਡਰ ਪਾਸ ਕੀਤਾ ਸੀਗਾ ਇੱਕ ਕਾਪੀ ਉਹਨੂੰ ਵੀ ਭੇਜੀ ਜਾਂਦੀ ਹੈ ਤਾਂ ਕਿ ਕੋਰਟ ਨੂੰ ਪਤਾ ਲੱਗੇ ਵੀ ਜਿਹੜਾ ਇਹ ਆਰਡਰ ਹੈਗਾ ਇਹ ਅੰਡਰ ਅਪੀਲ ਹੈਗਾ। ਜਿਹੜਾ ਨੋਟਿਸ ਹੈਗਾ ਇਹ ਜਿਹੜੀ ਅਪੀਲੈਂਟ ਕੋਰਟ ਹੈ ਉਸਨੇ ਭੇਜਣਾ ਹੁੰਦਾ ਦੂਜੀਆਂ ਪਾਰਟੀਆਂ ਨੂੰ, ਕੰਸਰਨਡ ਪਾਰਟੀਆਂ ਨੂੰ। ਜਿਹੜੀ ਪਾਰਟੀ ਨੇ ਕੇਸ ਫੈਸਲਾ ਕੀਤਾ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਹੈ ਵੀ ਕੰਸਰਨਡ ਪਾਰਟੀਆਂ ਨੂੰ ਨੋਟਿਸ ਭੇਜਣ ਦੀ, ਅਪੀਲੈਂਟ ਕੋਰਟ ਹੀ ਜਿਹੜੀਆਂ ਕੰਸਰਨਡ ਪਾਰਟੀਆਂ ਨੇ ਉਸ ਨੂੰ ਨੋਟਿਸ ਭੇਜੇਗੀ ਤੇ ਨਾਲ ਹੀ ਉਹਦੇ ਨਾਲ ਜਿਹੜੀ ਅਪੀਲ ਦੀ ਕਾਪੀ ਹੈ ਹਰ ਨੋਟਿਸ ਦੇ ਨਾਲ ਲਗਾਈ ਜਾਂਦੀ ਹੈ। ਰਾਈਟ ਟੂ ਬਿਗਿਨ, ਤਾਂ ਜਿਹੜੀ ਅਪੀਲ ਦੀ ਹੀਅਰਿੰਗ ਕਦੋਂ ਸਟਾਰਟ ਹੁੰਦੀ ਹੈ, ਜਿਹੜੀ ਪਾਰਟੀ ਨੇ ਪਹਿਲਾਂ ਅਪੀਲ ਜਿਹੜੀ ਪਾਰਟੀ ਨੇ ਅਪੀਲ ਫਾਈਲ ਕੀਤੀ ਹੈ ਉਹ ਪਾਰਟੀ ਹੈ ਜਿਹੜੀ ਅਪੀਲੈਂਟ ਪਾਰਟੀ ਹੈ
ਉਹਦਾ ਜਿਹੜਾ ਵਕੀਲ ਹੈ ਸਭ ਤੋਂ ਪਹਿਲਾਂ ਉਹਨੂੰ ਮੌਕਾ ਦਿੱਤਾ ਜਾਂਦਾ ਹੈ ਆਪਦੇ ਜਿਹੜੇ ਫੈਕਟਸ ਨੇ, ਆਪਦੀ ਜਿਹੜੀ ਅਪੀਲ ਹੈ, ਆਪਦੀ ਜਿਹੜੀਆਂ ਗਰਾਊਂਡਸ ਨੇ ਹੈਗੀਆਂ ਨੇ, ਉਹ ਕੋਰਟ ਦੇ ਵਿੱਚ ਪੜ੍ਹ ਕੇ ਸੁਣਾਏਗਾ। ਫਿਰ ਉਸ ਤੋਂ ਬਾਅਦ ਸਬ ਰੂਲ 2 ਦੇ ਵਿੱਚ ਕਿਹਾ ਗਿਆ ਦੈਨ ਜਦੋਂ ਉਹਦੀ ਸੁਣਵਾਈ ਹੋ ਗਈ ਪਹਿਲੀ ਪਾਰਟੀ ਦੀ, ਅਪੀਲੈਂਟ ਪੜ੍ਹਦੇ ਆ, ਰਿਸਪੋਂਡੈਂਟ ਪਾਰਟੀ ਫਿਰ ਉਹ ਆਪਦੇ ਵੱਲੋਂ ਜਿਹੜੇ ਜਵਾਬ ਹੈਗੇ ਆ ਉਹਦਾ ਜਵਾਬ ਪੜ੍ਹ ਕੇ ਸੁਣਾਉਂਦੀ ਹੈ। ਜਿੱਥੇ ਕਿਤੇ ਡਿਸਮਿਸਲ ਫਾਰ ਦਾ ਅਪੀਲੈਂਟਸ ਫਾਲਟ ਡਿਫਾਲਟ, ਜਿੱਥੇ ਕਿਤੇ ਜਿਹੜਾ ਡਿਫਾਲਟ ਕਰਦਾ ਹੈ ਅਪੀਲੈਂਟ ਡਸ ਨਾਟ ਅਪੀਅਰ, ਆਪ ਹਾਜ਼ਰ ਨਹੀਂ ਹੁੰਦਾ, ਠੀਕ ਹੈ, ਤਾਂ ਜਿਹੜੀ ਅਪੀਲੈਂਟ ਹੈਗੀ ਆ, ਅਪੀਲ ਹੈਗੀ ਹੈ, ਇਹ ਕੋਰਟ ਵੱਲੋਂ ਡਿਸਮਿਸ ਕਰ ਦਿੱਤੀ ਜਾਂਦੀ ਹੈ। ਹੀਅਰਿੰਗ ਅਪੀਲ ਐਕਸ ਪਾਰਟੀ where the appellant appears and the respondent does not appear, appellant ਤਾਂ ਹਾਜ਼ਰ ਆਂਦਾ ਹੋਵੇ ਤਾਂ ਜਿਹੜਾ ਰਿਸਪੋਂਡੈਂਟ ਹੈ ਉਹ ਹਾਜ਼ਰ ਨਾ ਹੋਵੇ ਤਾਂ ਐਕਸ ਪਾਰਟੀ ਹੀਅਰਿੰਗ ਵੀ ਹੋ ਜਾਂਦੀ ਹੈ। ਰੀਐਡਮਿਸ਼ਨ ਆਫ ਅਪੀਲ ਡਿਸਮਿਸਡ ਫਾਰ ਡਿਫਾਲਟ, ਜੇ ਡਿਸਮਿਸ ਫਾਰ ਡਿਫਾਲਟ ਹੋ ਜੇ ਜਿਹੜੀ ਅਪੀਲ ਹੈਗੀ ਤਾਂ ਇਹਦੀ ਇਹ ਰੀਐਡਮਿਸ਼ਨ ਵੀ ਹੋ ਜਾਂਦੀ ਹੈ। ਪਾਰਟੀ ਸੈਟੀਸਫਾਈ ਕਰੇ, ਅਰਜੀ ਦੇਵੇ ਨਿਯਤ ਸਮੇਂ ਦੇ ਅੰਦਰ ਕੋਰਟ ਦੇ ਵਿੱਚ, ਆਪਦਾ ਕਾਰਨ ਦੱਸੇ ਵੀ ਮੈਂ ਕਿਉਂ ਨਹੀਂ ਹਾਜ਼ਰ ਆ ਸਕਿਆ, ਤਾਂ ਜਿਹੜੀ ਇਹਦੀ ਦੁਬਾਰਾ ਸੁਣਵਾਈ ਵੀ ਹੋ ਸਕਦੀ ਹੈ। Power to adjourn hearing and direct persons appearing interested to be made respondent, ਜੋ ਕੋਈ ਪਾਰਟੀਆਂ ਕਿਸੇ ਤਰੀਕ ਪੇਸ਼ੀ ਦੇ ਉੱਪਰ ਹਾਜ਼ਰ ਆਉਂਦੀਆਂ ਨੇ, ਉਹ ਕਹਿੰਦੀਆਂ ਵੀ ਸਾਡਾ ਵੀ ਇੰਟਰਸਟ ਵਿੱਚ ਹੈਗਾ ਸੀਗਾ। ਪਾਵਰ ਟੂ adjourn hearing and direct persons appearing interested to be made respondents, ਵੀ ਸਾਨੂੰ ਵੀ ਇਸ ਵਿੱਚ ਪਾਰਟੀ ਬਣਾਇਆ ਜਾਵੇ, ਤਾਂ ਕੋਰਟ ਹੈਗਾ ਆਰਡਰ ਕਰ ਸਕਦੀ ਹੈ ਤੇ ਕੇਸ ਦੀ ਜਿਹੜੀ ਸੁਣਵਾਈ ਹੈ ਉਸ ਵੇਲੇ adjourn ਕਰਕੇ ਅਗਲੀ ਤਰੀਕ ਪੇਸ਼ੀ ਨਿਸ਼ਚਿਤ ਕੀਤੀ ਜਾਂਦੀ ਹੈ ਤੇ ਜਿਹੜੇ ਪਾਰਟੀਆਂ ਹੈਗੀਆਂ ਕੰਸਰਨਡ ਉਹਨਾਂ ਨੂੰ ਵੀ ਪਾਰਟੀ ਬਣਾਇਆ ਜਾ ਸਕਦਾ ਹੈ, ਰਿਸਪੋਂਡੈਂਟ ਬਣਾਇਆ ਜਾ ਸਕਦਾ ਹੈ। ਪਰ ਜਦੋਂ ਜਿਹੜੀ ਲਿਮਿਟੇਸ਼ਨ ਹੁੰਦੀ ਹੈ ਅਪੀਲ ਦੀ, no respondent shall be added under this rule after the expiry of the period of limitation for the appeal, ਜਿਵੇਂ ਲਿਮਿਟੇਸ਼ਨ ਦੀ ਜਿਹੜੀ ਅਪੀਲ ਦੀ ਲਿਮਿਟੇਸ਼ਨ ਜਦੋਂ ਕ੍ਰਾਸ ਕਰ ਜਾਵੇ ਤਾਂ ਉਸ ਤੋਂ ਬਾਅਦ ਕਿਸੇ ਕੋਈ ਰਿਸਪੋਂਡੈਂਟ ਆ ਕੇ ਕਹੇ ਵੀ ਮੈਨੂੰ ਪਾਰਟੀ ਬਣਾ ਲਓ, ਫਿਰ ਉਸ ਨੂੰ ਪਾਰਟੀ ਨਹੀਂ ਬਣਾਇਆ ਜਾ ਸਕਦਾ। ਰੂਲ 21 ਚ ਹੈਗਾ ਰੀਹੀਅਰਿੰਗ ਔਨ ਐਪਲੀਕੇਸ਼ਨ ਆਫ ਦਾ ਰਿਸਪੋਂਡੈਂਟ ਅਗੇਂਸਟ ਹੋਮ ਐਕਸ ਪਾਰਟੀ ਡਿਗਰੀ ਮੇਡ, ਜਦੋਂ ਕਿਤੇ ਕੋਈ ਜਿਹੜਾ ਰਿਸਪੋਂਡੈਂਟ ਹੈਗਾ ਉਹਦੇ ਖਿਲਾਫ ਐਕਸ ਪਾਰਟੀ ਹੀਅਰਿੰਗ ਹੋ ਜਾਂਦੀ ਹੈ ਤਾਂ ਨਿਸ਼ਚਿਤ ਸਮੇਂ ਦੇ ਅੰਦਰ ਜੇਕਰ ਕੋਰਟ ਨੂੰ ਉਹ ਅੱਗੇ ਸੈਟੀਸਫਾਈ ਕਰਾਉਂਦਾ, ਅਰਜੀ ਦਿੰਦਾ ਹੈਗਾ ਵੀ ਮੈਨੂੰ ਕਿਸੇ ਕਾਰਨ ਮੈਨੂੰ ਨੋਟਿਸ ਨਹੀਂ ਸੀ ਮਿਲਿਆ ਜਾਂ ਕੋਈ ਵੀ ਕਾਰਨ ਸੀਗਾ, ਉਹ ਕੋਰਟ ਨੂੰ ਸੈਟੀਸਫਾਈ ਕਰਦਾ ਹੈ ਕਿ the court satisfies the court that the notice was not duly served, that he was prevented by sufficient cause, ਜਾਂ ਕਿਸੇ ਕਾਰਨ ਕਿ ਉਹ ਕੋਰਟ 'ਚ ਹਾਜ਼ਰ ਨਹੀਂ ਹੋ ਸਕਿਆ ਤਾਂ ਕੋਰਟ ਉਹਦੀ ਦੁਆਰਾ ਰੀਹੀਅਰਿੰਗ ਕਰ ਸਕਦੀ ਹੈ। Upon hearing, respondent may object to decree, hearing ਦੇ ਦੌਰਾਨ respondent may object to decree as if he had preferred a separate appeal, ਜੋ ਡਿਕਰੀ ਹੈਗੀ ਹੈ ਉਸ ਨੂੰ ਜਿਹੜਾ ਰਿਸਪੋਂਡੈਂਟ ਹੈਗਾ ਜਿਵੇਂ ਕਿ ਉਸਨੇ ਅਪੀਲ ਫਾਈਲ ਕੀਤੀ ਹੈ, ਇਸੇ ਤਰੀਕੇ ਉਹ ਆਬਜੈਕਸ਼ਨ ਨਵਾਂ ਆਬਜੈਕਸ਼ਨ ਵੀ ਲੈ ਸਕਦਾ ਹੈ। ਜਿੱਥੇ ਕਿਤੇ ਕੋਰਟ ਨੂੰ ਲੱਗਦਾ ਹੈ ਵੀ ਇਸ ਕੇਸ ਵਿੱਚ ਪ੍ਰੋਪਰ ਤਰੀਕੇ ਨਾਲ ਸੁਣਵਾਈ ਨਹੀਂ ਹੋਈ ਹੈਗੀ, ਰਿਮਾਂਡ 23 ਰਿਮਾਂਡ ਆਫ ਦਾ ਕੇਸ ਅਕਸਰ ਤੁਸੀਂ ਦੇਖਦੇ ਹੋ ਤੁਹਾਡੇ ਕੋਲ ਜਦੋਂ ਪਾਰਟੀਸ਼ਨ ਤੁਸੀਂ ਕਰੋਗੇ, ਪਾਰਟੀਸ਼ਨ ਦੇ ਕੇਸਾਂ ਦੇ ਵਿੱਚ ਵੀ ਅਕਸਰ ਜਿਹੜੇ ਸਾਡੇ ਕੋਲੇ 90% ਕੇਸ ਹੁੰਦੇ ਆ ਜਿਹੜੇ ਖੁੱਲ੍ਹੀਆਂ ਕੋਰਟਾਂ 'ਚੋਂ ਵਾਪਸ ਆਉਂਦੇ ਨੇ, ਉਹ 90% ਜਿਹੜੇ ਕੇਸਿਸ ਹੁੰਦੇ ਨੇ ਉਹ ਰਿਮਾਂਡ ਹੋ ਕੇ ਆਉਂਦੇ ਆ ਜ਼ਿਆਦਾਤਰ। ਕੁਝ ਕਾਰਨ ਕੀ ਹੁੰਦਾ ਹੈ, ਜ਼ਿਆਦਾਤਰ ਕਾਰਨ ਇਹੀ ਹੁੰਦਾ ਵੀ ਪ੍ਰੋਪਰ ਪਾਰਟੀ ਨੂੰ ਜਿਹੜਾ ਸਮਨਿੰਗ ਨਹੀਂ ਹੋ ਪਾਈ, ਪਾਰਟੀ ਨੂੰ ਸੁਣਿਆ ਨਹੀਂ ਗਿਆ, ਠੀਕ ਹੈ, ਇਹੋ ਜਿਹੇ ਕੇਸ ਇਹੋ ਜਿਹੇ ਕਾਰਨ ਹੁੰਦੇ ਆ। ਰਿਮਾਂਡ ਉਹਨਾਂ ਕੇਸਾਂ ਜਿਹੜੀ ਕੋਰਟਾਂ ਹੈਗੀਆਂ ਰਿਮਾਂਡ ਕਰ ਦਿੰਦੀਆਂ ਨੇ ਕੇਸ ਨੂੰ। ਅਪੀਲੈਂਟ ਕੋਰਟ ਨੂੰ ਡਿਸਪੋਜ਼ ਸੂਟ ਅਪੋਨ ਦਾ ਪ੍ਰੀਲਿਮਿਨਰੀ, ਜਿੱਥੇ ਕਿਤੇ ਜਿਹੜੀ ਇਨੀਸ਼ੀਅਲ ਸਟੇਜ ਤੇ ਹੀ ਓਰੀਜਨਲ ਕੋਰਟ ਵੱਲੋਂ ਕੇਸ ਨੂੰ ਫੈਸਲਾ ਕੀਤਾ ਗਿਆ ਹੋਵੇ, ਇਨੀਸ਼ੀਅਲ ਸਟੇਜ ਦੇ ਪ੍ਰੀਲਿਮਿਨਰੀ ਪੁਆਇੰਟਾਂ ਤੇ ਫੈਸਲਾ ਕੀਤਾ ਗਿਆ ਹੋਵੇ, ਐਂਡ ਦਾ ਡਿਗਰੀ ਇਜ਼ ਰਿਵਰਸਡ ਇਨ ਅਪੀਲ, ਉਹ ਜਿਹੜੀ ਡਿਗਰੀ ਹੈ ਰਿਵਰਸ ਕਰ ਦਿੱਤੀ ਗਈ ਹੋਵੇ ਕੋਰਟ ਵੱਲੋਂ ਅਪੀਲ ਦੇ ਵਿੱਚ, ਤਾਂ ਕੋਰਟ ਫੈਸਲਾ ਕਰ ਸਕਦੀ ਹੈ, ਅਪੀਲੈਂਟ ਕੋਰਟ ਆਰਡਰ ਕਰ ਸਕਦੀ ਹੈ ਵੀ ਜਿਵੇਂ ਉਹਨੂੰ ਠੀਕ ਲੱਗਦਾ ਵੀ ਇਹ ਜਿਹੜਾ ਕੇਸ ਹੈਗਾ ਇਹ ਨਵੇਂ ਸਿਰੇ ਤੋਂ ਟਰਾਈ ਕੀਤਾ ਜਾਵੇ, ਉਹਨੇ ਪਾਰਟੀਆਂ ਨੂੰ ਸੁਣ ਕੇ ਪ੍ਰੋਪਰ ਇਸ ਨੂੰ ਮਾਨ ਕਰ ਸਕਦੀ ਹੈ ਵੀ ਨਵੇਂ ਸਿਰੇ ਤੋਂ ਸੁਣਵਾਈ ਕਰਕੇ ਜਿਹੜਾ ਕੇਸ ਦਾ ਫੈਸਲਾ ਕੀਤਾ ਜਾਵੇ। 23 ਰਿਮਾਂਡ ਇਨ ਅਦਰ ਕੇਸਿਸ, ਕੋਈ ਹੋਰ ਵੀ ਕਾਰਨ ਹੋ ਸਕਦੇ ਨੇ ਜਿਹਦੇ ਵਿੱਚ ਤੇ ਕੇਸ ਨੂੰ ਰਿਮਾਂਡ ਕੀਤਾ ਜਾ ਸਕਦਾ ਹੈ। ਵੇਅਰ ਐਵੀਡੈਂਸ ਔਨ ਰਿਕਾਰਡ ਸਫੀਸ਼ੀਐਂਟ ਅਪੀਲੈਂਟ ਕੋਰਟ ਮੇ ਡਿਟਰਮਾਈਨ ਦਾ ਕੇਸ, where evidence on record sufficient appellate court may determine the case, ਜਦੋਂ ਕੋਈ ਸਾਰੀਆਂ ਐਵੀਡੈਂਸਸ ਵਗੈਰਾ ਕੋਰਟ ਦੀਆਂ ਅਪੀਲ ਦੇ ਵਿੱਚ ਆ ਗਈਆਂ ਤਾਂ ਫਿਰ ਕੋਰਟ ਨੇ ਫੈਸਲਾ ਕਰਨਾ ਹੁੰਦਾ, ਡਿਟਰਮਿਨ ਕਰਨਾ ਹੁੰਦਾ ਫਾਈਨਲੀ
डिसीजन कोर्ट ने करना होंदा है, डिग्री पास करनी है या रिवर्स करनी है ਜਾਂ कोई अमेंडमेंट करनी है। जिथे किते कोई इशू फ्रेम करने की गल रह जाती है, मान लो ओरिजिनल कोर्ट ਦੇ ਵਿੱਚ कोई इशू फ्रेम नहीं होया, ਜਿਹੜਾ कि इशू फ्रेम होना जरूरी ਸੀਗਾ, ਜਿਹਦੇ ਆਧਾਰ ਤੇ ਪ੍ਰੋਪਰ ਫੈਸਲਾ नहीं हो सकिया, इस करके ओमिट हो गया कोई फ्रेम इशू होना। omitted to frame or try any issue or to determine any question of fact, ਜਾਂ ਕੋਈ question of fact ਸੀਗਾ ਉਹ determine नहीं हो सकिया which appeals to the appellant court, ਜਦੋਂ ਕੋਰਟ ਨੂੰ ਲੱਗਦਾ appellant court ਨੂੰ ਵੀ ਇਹ ਜ਼ਰੂਰੀ ਸੀਗਾ, ਇਹ ਵਾਲਾ ਇਸ਼ੂ ਫਰੇਮ ਕਰਨਾ ਜ਼ਰੂਰੀ ਸੀਗਾ, ਇਹ ਇਸ਼ੂ ਦੇ ਬੇਸ ਤੇ ਜਿਹੜਾ ਕੇਸ ਹੈ ਇਹ ਫਰੇਮ ਨਾ ਕਰਨ ਕਰਕੇ ਜਿਹੜਾ ਕੇਸ ਦਾ ਫੈਸਲਾ ਸਹੀ ਨਹੀਂ ਹੋਇਆ, ਰਾਈਟ ਡਿਸੀਜਨ ਨਹੀਂ ਹੋਇਆ, ਤਾਂ ਕੋਰਟ ਕੀ ਕਰ ਸਕਦੀ ਹੈ, ਉਹ ਇਸ਼ੂ ਨੂੰ ਫਰੇਮ ਕਰਕੇ ਕੋਰਟ ਦੁਬਾਰਾ ਕੇਸ ਨੂੰ ਜਿਹੜਾ ਹੈਗਾ ਉਹਨੂੰ ਕੋਰਟ ਨੂੰ ਭੇਜ ਸਕਦੀ ਹੈ। ਐਂਡ ਸੱਚ ਕੋਰਟ ਸ਼ੈਲ ਪ੍ਰੋਸੀਡ ਟੂ ਟਰਾਈ ਸੱਚ ਇਸ਼ੂ ਐਂਡ ਸ਼ੈਲ ਰਿਟਰਨ ਦ ਐਵੀਡੈਂਸ ਟੂ ਦ ਅਪੀਲੈਂਟ ਕੋਰਟ। ਤਾਂ ਫਿਰ ਕੋਰਟ ਜਿਹੜੀ ਹੈਗੀ ਹੈ suit upon the merits, appellant court may if necessary frame issue and refer the same for the trial। ਦੁਬਾਰਾ ਟ੍ਰਾਇਲ ਵਾਸਤੇ ਕੀ ਜਿਹੜਾ ਕੇਸ ਹੈਗਾ ਉਹ ਓਰੀਜਨਲ ਕੋਰਟ 'ਚ ਭੇਜਿਆ ਜਾ ਸਕਦਾ ਹੈ। ਫਿਰ ਉਸ ਇਸ਼ੂ ਦੇ ਉੱਪਰ ਜਿਹੜਾ ਫੈਸਲਾ ਕਰਕੇ ਜਿਹੜੀ ਕੋਰਟ ਟ੍ਰਾਇਲ ਕੋਰਟ ਹੈਗੀ ਹੈ ਦੁਬਾਰਾ ਅਪੀਲੈਂਟ ਕੋਰਟ 'ਚ ਕੇਸ ਭੇਜੇਗੀ। ਫਾਈਂਡਿੰਗ ਐਂਡ ਐਵੀਡੈਂਸ ਟੂ ਬੀ ਪੁੱਟ ਔਨ ਰਿਕਾਰਡ, ਆਬਜੈਕਸ਼ਨਸ ਟੂ ਬੀ ਫਾਈਂਡਿੰਗ, जो भी finding such evidence and findings shall form part of the record in the suit। जो कोई finding हैगी है वो ਜਿਹੜਾ सूट ਦਾ ਹੈਗਾ ਰਿਕਾਰਡ ਬਣ ਜਾਂਦੀ ਹੈ। and either party may within a time to be fixed by the appellant court present a memorandum of objections to any finding। ਕੋਈ finding ਦਿੱਤੀ ਹੈ ਕਿਸੇ ਕੋਰਟ ਨੇ, ਲੋਅਰ ਕੋਰਟ ਨੇ ਕੋਈ finding ਦਿੱਤੀ ਹੈ, ਉਹਦੇ ਫਿਰ ਉਹਦੇ ਸੰਬੰਧ ਵਿੱਚ ਨਵੀਂ objections ਵੀ ਜਿਹੜੀ ਪਾਰਟੀ ਹੈਗੀ ਕੰਸਰਨ ਪਾਰਟੀ ਹੈ ਉਹ ਦੇ ਸਕਦੀ ਹੈ। डिटर्मिनेशन ऑफ अपील जो अपीलेट कोर्ट के वालों डिटरमिन किए जाएंगे। ऑर्डर फॉर रिमांड टू मैंशन डेट एंड नैक्सट हीयरिंग, कोर्ट वालों जो केस हैगा और रिमांड करके नैक्सट हीयरिंग के लिए पेश भेजा जा सकता है। प्रोडक्शन ऑफ एडिशनल एविडेंस, देखो जी एविडेंस की गल हैगी है, एडिशनल एविडेंस आमतौर पर जी है अपीलेट कोर्टां में नहीं होर होंगी। एविडेंस की एविडेंस जिथे तक गल हैगी है जी ओरिजिनल कोर्ट होंगी, जी कोर्ट ट्रायल चलता है उत्थे ही एविडेंस दी जाती है, ठीक है। पर द पार्टीज टू एन अपील शैल नॉट बी इंटाइटल्ड टू प्रोड्यूस एडिशनल एविडेंस वैदर ओरल और डॉक्यूमेंटरी इन द अपीलेंट कोर्ट। लॉ तो यही हैगा भी अपीलेंट कोर्ट के कोई जी एविडेंस है वो नहीं दी जाती किसी भी पार्टी वालों। बट इफ फिर भी कहते कोर्ट को अधिकार है, बट इफ द कोर्ट from whose decree the appeal is preferred has refused to emit the evidence, ਜਿੱਥੇ ਕਿਤੇ ਇਹ ਸਾਬਤ ਹੋ ਜਾਵੇ ਵੀ ਜਿਹੜੀ ਓਰੀਜਨਲ ਕੋਰਟ ਸੀਗੀ ਉਹਨੇ ਇਹ ਐਵੀਡੈਂਸ ਲੈਣ ਤੋਂ ਇਨਕਾਰ ਕਰਤਾ ਸੀਗਾ, ਇਹ ਐਵੀਡੈਂਸ ਪਾਰਟੀ ਨੇ ਪ੍ਰੈਜ਼ੈਂਟ ਕੀਤੀ ਸੀਗੀ ਓਰੀਜਨਲ ਕੋਰਟ ਦੇ ਵਿੱਚ, ਪਰ ਕੋਰਟ ਨੇ ਇਹ ਆਰਡਰ ਕਰਕੇ ਇਹ ਐਵੀਡੈਂਸ ਲੈਣ ਤੋਂ ਇਨਕਾਰ ਕਰ ਦਿੱਤਾ ਸੀਗਾ। ਅਜਿਹੇ ਕੇਸਾਂ ਦੇ ਵਿੱਚ ਪਾਰਟੀ ਸੀਕਿੰਗ ਟੂ ਪ੍ਰੋਡਿਊਸ ਐਡੀਸ਼ਨਲ ਐਵੀਡੈਂਸ, ਅਜਿਹੇ ਕੇਸਾਂ ਦੇ ਵਿੱਚ ਜਿਹੜੀ ਹੈਗੀ ਹੈ एडिशनल एविडेंस जी ली जा सकती है दोबारा कोर्ट वालों। अपीलेंट कोर्ट रिक्वायर्स एनी डॉक्यूमेंट टू बी प्रोड्यूस्ड और एनी विटनेस टू बी एग्जामिन्ड टू इनेबल टू प्रोनाउंस द जजमेंट। जी कोर्ट ने जजमेंट करनी है, द अपीलेंट कोर्ट में अलाउ सच एविडेंस। रेयर केस होंगे हैं जिन्होंने केसा जी कोर्ट हैगी है वो एविडेंस के लिए अलाउ कर सकती है, या डॉक्यूमेंट जो पहला कभी प्रोड्यूस किया हो ओरिजिनल कोर्ट के तो कोर्ट ने उस डॉक्यूमेंट ना लिया हो किसी कारण, जी कोर्ट हैगी अपीलेंट कोर्ट हैगी है वो डॉक्यूमेंट लैने भी अलाउ कर सकती है तो उस एविडेंस भी दोबारा ली जा सकती है, एडिशनल एविडेंस ली जा सकती है। whenever additional evidence is allowed to be produced by an appellant court, the court shall record the reasons for its admission। जो अपीलेंट कोर्ट है वो कहती है भी एडिशनल एविडेंस ली जाए तो नाल कोर्ट को दस्या जाएगा भी की कारण हैगा ये एडिशनल एविडेंस लैन के लिए क्यों ऑर्डर किया गया है और रीजन दसते हुए जी कोर्ट वालों ऑर्डर किया जाएगा। मोड ऑफ टेकिंग एडिशनल एविडेंस लैन का की तरीका हैगा। whenever additional evidence is allowed to be produced, the appellant court may either take such evidence, जी अपीलेंट कोर्ट है वो आप ले सकती है,
ਔਰ ਡਾਇਰੈਕਟ ਦਾ ਕੋਰਟ ਫਰੋਮ ਹੂਜ਼ ਡਿਗਰੀ, ਜਾਂ ਫਿਰ ਜਿਹੜੀ ਕੋਰਟ ਹੈਗੀ ਹੈ ਇਸ ਕੋਰਟ ਦੇ ਖਿਲਾਫ ਜਿਹੜੀ ਇਹ ਅਪੀਲ ਫਾਈਲ ਹੋਈ ਹੈ ਆਰਡਰ ਦੇ ਖਿਲਾਫ, ਤਾਂ ਉਸ ਕੋਰਟ ਨੂੰ ਵੀ ਡਾਇਰੈਕਸ਼ਨ ਦੇ ਸਕਦੀ ਹੈ ਵੀ ਜਿਹੜੀ ਐਵੀਡੈਂਸ ਹੈ ਤੁਸੀਂ ਲੈ ਕੇ ਭੇਜੋ, ਜਾਂ ਆਪ ਵੀ ਲੈ ਸਕਦੀ ਹੈ। ਪੁਆਇੰਟਸ ਟੂ ਬੀ ਡਿਫਾਈਨਡ ਐਂਡ ਰਿਕਾਰਡਡ where the additional evidence is directed or allowed to be taken, the appellant court shall specify the points to be which the evidence is to be confined। ਕਿਹੜੇ ਪੁਆਇੰਟਾਂ ਦੀ ਜਿਹੜੀ ਐਵੀਡੈਂਸ ਲਈ ਜਾਣੀ ਹੈ ਉਹ ਜਿਹੜੇ ਦੱਸੇ ਜਾਣਗੇ, ਐਂਡ ਰਿਕਾਰਡ ਔਨ ਇਟਸ ਪ੍ਰੋਸੀਡਿੰਗਸ ਦਾ ਪੁਆਇੰਟਸ ਸੋ ਸਪੈਸੀਫਾਈਡ, ਆਪਦੀ ਪ੍ਰੋਸੀਡਿੰਗ ਦੇ ਵਿੱਚ ਦੱਸਿਆ ਜਾਏਗਾ ਵੀ ਕਿਹੜੇ ਪੁਆਇੰਟਾਂ ਦੀ ਜਿਹੜੀ ਐਡੀਸ਼ਨਲ ਐਵੀਡੈਂਸ ਲਈ ਜਾਣੀ ਹੈ। ਦੈਨ ਜਜਮੈਂਟ ਐਂਡ ਅਪੀਲ, ਮੰਨ ਲਓ ਸਾਰੀ ਕਾਰਵਾਈ ਉੱਪਰਲੀ ਹੋ ਗਈ, ਐਡੀਸ਼ਨਲ ਐਵੀਡੈਂਸ ਵੀ ਹੋ ਗਈ, ਠੀਕ ਹੈ, ਐਵੀਡੈਂਸ ਹੋ ਕੇ ਕੋਰਟ ਕੋਲ ਦੁਬਾਰਾ ਆ ਗਈ, ਕੋਈ ਫਰੇਮ ਇਸ਼ੂ ਨਹੀਂ ਸੀ ਹੋਇਆ, ਉਹ ਇਸ਼ੂ ਫਰੇਮ ਹੋ ਕੇ ਫਿਰ ਦੁਬਾਰਾ ਟ੍ਰਾਇਲ ਕੋਰਟ ਨੇ ਇਸ਼ੂ ਫਰੇਮ ਕਰਕੇ ਉਹਦੇ ਉੱਤੇ ਕੋਈ ਪੁਆਇੰਟਸ ਜਿਹੜਾ ਦੇਣਾ ਸੀ ਉਹਦੀ ਆਪਦਾ ਜਿਹੜਾ ਡਿਸੀਜਨ ਹੈ ਉਹ ਵੀ ਦਿੱਤਾ। ਇਹ ਸਾਰਾ ਕੋਰਟ ਨੇ ਕਰਾ ਕੇ ਨਹੀਂ ਚੱਲੀ, ਕੋਰਟ ਨੇ ਅਪੀਲੈਂਟ ਕੋਰਟ ਦੇ ਵਿੱਚ ਜਿਹੜਾ ਕੇਸ ਹੈਗਾ, ਅਪੀਲੈਂਟ ਕੋਰਟ ਦਾ ਕੇਸ ਪਹਿਲਾਂ ਤੋਂ ਹੀ ਚੱਲ ਰਿਹਾ ਹੈ ਅਪੀਲ ਦੇ ਵਿੱਚ। ਅਪੀਲੈਂਟ ਕੋਰਟ ਨੇ ਕੋਈ ਕਿਸੇ ਵਿਸ਼ੇ ਦੇ ਕਿਸੇ ਸਬਜੈਕਟ ਮੈਟਰ ਤੇ ਲੋਅਰ ਕੋਰਟ ਨੂੰ ਕੋਈ ਡਾਇਰੈਕਸ਼ਨ ਦੇ ਕੇ ਭੇਜਿਆ ਹੈਗਾ, ਉਹ ਲੋਅਰ ਕੋਰਟ ਨੇ ਉਹਦੇ ਆਰਡਰ ਦੇ ਮੁਤਾਬਕ ਸਾਰੀ ਕਾਰਵਾਈ ਮੁਕੰਮਲ ਕਰਕੇ ਫਿਰ ਉਹ ਅਪੀਲੈਂਟ ਕੋਰਟ ਕੋਲੇ ਜਿਹੜਾ ਹੈਗਾ ਉਹ ਕਾਰਵਾਈ ਆ ਜਾਂਦੀ ਹੈ। ਉਸ ਤੋਂ ਬਾਅਦ ਅਪੀਲੈਂਟ ਕੋਰਟ ਨੇ ਫੈਸਲਾ ਕਰਨਾ ਹੁੰਦਾ ਹੈ। ਜੱਜਮੈਂਟ ਦਿੱਤੀ ਜਾਂਦੀ ਹੁੰਦੀ ਹੈ, ਰੂਲ 30 ਚ ਕਿਹਾ ਗਿਆ ਜੱਜਮੈਂਟ ਵੈਨ ਵੇਅਰ ਪ੍ਰੋਨਾਉਂਸਡ, ਕੋਰਟ ਵੱਲੋਂ ਸਾਰੇ ਕੇਸ ਦੀ ਸੁਣਵਾਈ ਹੋ ਗਈ, ਹੀਅਰਿੰਗ ਹੋ ਗਈ, ਜਿਹੜੇ ਕੋਈ ਪੁਆਇੰਟਸ ਰਹਿੰਦੇ ਸੀ ਉਹ ਵੀ ਪੂਰੇ ਹੋ ਗਏ, ਠੀਕ ਹੈ, ਫਿਰ ਕੋਰਟ ਵੱਲੋਂ ਜਿਹੜੀ ਜੱਜਮੈਂਟ ਸੁਣਾਈ ਜਾਏਗੀ। ਜੱਜਮੈਂਟ ਸੁਣਾਉਣ ਦੇ ਲਈ ਕੀ ਹੈਗਾ, ਇੱਕ ਸਮਾਂ ਨਿਸ਼ਚਿਤ ਕੀਤਾ ਜਾਵੇਗਾ, ਪਾਰਟੀ ਨੂੰ ਤਲਾਹ ਦਿੱਤੀ ਜਾਵੇਗੀ, ਪਾਰਟੀਆਂ ਹਾਜ਼ਰ ਹੋਣਗੀਆਂ ਜਾਂ ਉਹਨਾਂ ਦੇ ਜਿਹੜੇ ਪਲੀਡਰ ਨੇ ਉਹ ਹਾਜ਼ਰ ਹੋਣਗੇ। ਅਪੀਲੈਂਟ ਕੋਰਟ ਆਫਟਰ ਹੀਅਰਿੰਗ ਦਾ ਪਾਰਟੀਜ਼ ਔਰ देयर ਪਲੀਡਰਸ ਐਂਡ ਰੈਫਰਿੰਗ to any part of the proceedings whether on appeal or in the court from whose decree the appeal is preferred, to which such reference may be considered necessary, shall pronounce the judgment in open court। appealant court ਵੱਲੋਂ ਜਿਹੜੀ ਆਪਣੀ ਜੱਜਮੈਂਟ ਹੈਗੀ ਆ ਉਹ ਓਪਨ ਕੋਰਟ ਵਿੱਚ ਪ੍ਰੋਨਾਂਸ ਕੀਤੀ ਜਾਵੇਗੀ, either at once or for some future days, immediately hearing ਤੋਂ ਬਾਅਦ ਕੇਸ ਦੀ ਪੈਰਵਾਈ ਮੁਕੰਮਲ ਹੋ ਜਾਵੇ ਉਸ ਤੋਂ ਬਾਅਦ, ਜਾਂ ਫਿਰ ਕੁਝ ਕਿਸੇ ਨੈਕਸਟ ਡੇਟ ਦੇ ਉੱਪਰ, ਫਿਊਚਰ ਡੇ ਆਫ ਵਿਚ ਨੋਟਿਸ ਸ਼ੈਲ ਬੀ ਗਿਵਨ ਟੂ ਦਾ ਪਾਰਟੀਜ਼ ਔਰ देयर ਪਲੀਡਰਸ। ਪਰ ਦੂਜੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਸਾਰੀਆਂ ਜਾਂ ਉਹਨਾਂ ਨੂੰ ਜਾਂ ਉਹਨਾਂ ਦੇ ਪਲੀਡਰਸ ਨੂੰ ਜਿਹੜਾ ਹੈਗਾ ਸਮਾਂ ਦਿੱਤਾ ਜਾਵੇਗਾ, ਡੇਟ ਫਿਕਸ ਕੀਤੀ ਜਾਵੇਗੀ, ਵੇਅਰ ਰਿਟਨ ਜਜਮੈਂਟ ਇਜ਼ ਟੂ ਬੀ ਪ੍ਰੋਨਾਉਂਸਡ, ਜਿੱਥੇ ਰਿਟਨ ਜਜਮੈਂਟ ਪ੍ਰੋਨਾਉਂਸ ਕੀਤੀ ਜਾਣੀ ਹੈ। ਇਟ ਸ਼ੈਲ ਬੀ ਸਫੀਸ਼ੀਐਂਟ ਇਫ ਦਾ ਪੁਆਇੰਟਸ ਫॉर the determination, the decision thereon and the final order passed in the appeal are read out, and it shall not be necessary for the court to read out the whole judgment। ਜਿਹੜਾ ਲਾਸਟ ਆਰਡਰ ਹੋਏਗਾ, ਫਾਈਨਲ ਆਰਡਰ ਹੋਏਗਾ 2-4 ਲਾਈਨਾਂ ਦੇ ਵਿੱਚ, ਉਹ ਜੱਜਮੈਂਟ ਕੋਰਟ ਵੱਲੋਂ ਜਿਹੜਾ ਹੈਗਾ ਅਨਾਉਂਸ ਕਰ ਦਿੱਤਾ ਜਾਵੇਗਾ, ਪੂਰੀ ਜੱਜਮੈਂਟ ਪੜ੍ਹਨ ਦੀ ਕੋਈ ਲੋੜ ਨਹੀਂ ਹੁੰਦੀ। ਬਟ a copy of the whole judgment shall be made available to the perusal by the parties। ਪਾਰਟੀਆਂ ਨੂੰ ਜਿਹੜੀ ਕਾਪੀ ਹੈਗੀ ਜੱਜਮੈਂਟ ਦੀ ਦਿੱਤੀ ਜਾਵੇਗੀ, ਔਰ देयर ਪਲੀਡਰਸ ਇਮੀਡੀਏਟਲੀ ਆਫਟਰ ਦ ਜੱਜਮੈਂਟ ਇਜ਼ ਪ੍ਰੋਨਾਉਂਸਡ, ਜੋ ਹੀ ਜੱਜਮੈਂਟ ਸੁਣਾਈ ਜਾਂਦੀ ਹੈ ਉਹਦੀ ਜਿਹੜੀ ਕਾਪੀ ਹੈ ਕੰਸਰਨ ਪਾਰਟੀ ਨੂੰ ਦਿੱਤੀ ਜਾਂਦੀ ਹੈ। ਕੰਟੈਂਟਸ ਕੀ ਹੁੰਦੇ ਆ, ਡੇਟ ਐਂਡ ਸਿਗਨੇਚਰ ਆਫ ਦਾ ਜਜਮੈਂਟ, ਦਾ ਜਜਮੈਂਟ ਆਫ ਦਾ ਅਪੀਲੈਂਟ ਕੋਰਟ ਸ਼ੈਲ ਇਨ ਰਾਈਟਿੰਗ ਦੇ ਵਿੱਚ ਹੋਏਗੀ, ਇਹ 'ਚ ਕਿਹੜੇ ਪੁਆਇੰਟ ਹੋਣਗੇ, ਪੁਆਇੰਟਸ ਟੂ ਬੀ ਡਿਟਰਮਿਨੇਸ਼ਨ, ਕਿਹੜੇ ਪੁਆਇੰਟਾਂ ਤੇ ਫੈਸਲਾ ਕੀਤਾ ਗਿਆ, ਡਿਸੀਜਨ ਕੀ ਹੈਗਾ, ਰੀਜ਼ਨਸ ਫਾਰ ਦਾ ਡਿਸੀਜਨ, ਜਿਹੜਾ ਡਿਸੀਜਨ ਹੈ ਉਹਦਾ ਉਹ ਦੇਣ ਦਾ ਕਾਰਨ ਕੀ ਹੈਗਾ, ਵੇਅਰ ਦਾ ਡਿਕਰੀ ਅਪੀਲਡ ਫਰੋਮ ਇਜ਼ ਰਿਵਰਸਡ, ਜੇ ਡਿਗਰੀ ਜਿਹੜੀ ਹੈਗੀ ਹੈ ਉਹ ਰਿਵਰਸ ਕੀਤੀ ਗਈ ਹੈ ਜਾਂ ਫਿਰ ਵੈਰੀ ਕੀਤੀ ਗਈ ਹੈ, ਚੇਂਜ ਕੀਤੀ ਗਈ ਹੈ, ਦਾ ਰਿਲੀਫ ਟੂ ਵਿਚ ਦਾ ਅਪੀਲੈਂਟ ਇਜ਼ ਇੰਟਾਈਟਲਡ ਐਂਡ ਸ਼ੈਲ ਐਟ ਦਾ ਟਾਈਮ ਇਟ ਇਜ਼ ਪ੍ਰੋਨਾਉਂਸਡ ਬੀ ਸਾਈਨਡ ਐਂਡ ਡੇਟਡ, ਜਦੋਂ ਇਹ ਪ੍ਰੋਨਾਉਂਸ ਹੋਣੀ ਹੈ ਉਦੋਂ ਸਾਈਨ ਕੀਤੇ ਜਾਣਗੇ ਜੱਜ ਵੱਲੋਂ ਤੇ ਡੇਟ ਪਾਈ ਜਾਏਗੀ, ਔਰ ਬਾਏ ਦਾ ਜੱਜ, ਜਿਹੜਾ ਵੀ ਉਹਦੀ ਬਿਹਾਫ ਤੇ ਕੋਈ ਹੋਰ ਜੱਜ ਬਾਅਦ ਚ ਆ ਗਿਆ ਹੋਵੇ। ਅੱਜ ਜੇ ਵਟ ਜੱਜਮੈਂਟ ਮੇ ਡਾਇਰੈਕਟ, ਜੱਜਮੈਂਟ 'ਚ ਕੀ ਡਾਇਰੈਕਸ਼ਨ ਦਿੱਤੀ ਜਾ ਸਕਦੀ ਹੈ, ਦਾ ਜੱਜਮੈਂਟ ਮੇ ਬੀ ਫਾਰ ਕਨਫਰਮ ਵੀ ਕੀਤੀ ਜਾ ਸਕਦੀ ਹੈ, ਜਾਂ ਵੈਰੀ ਕੀਤੀ ਜਾ ਸਕਦੀ ਹੈ, ਟ੍ਰਾਂਸਫਰ ਕੀਤੀ ਜਾ, ਕੋਈ ਤਬਦੀਲੀ ਕੀਤੀ ਜਾ ਸਕਦੀ ਹੈ, ਜਾਂ ਫਿਰ ਰਿਵਰਸ ਵੀ ਕੀਤੀ ਜਾ ਸਕਦੀ ਡਿਗਰੀ ਜਿਹੜੀ ਕੋਰਟ ਨੇ ਪਹਿਲਾਂ ਪਾਸ ਕੀਤੀ ਗਈ ਹੋਵੇ। ਪਾਵਰ ਆਫ ਕੋਰਟ ਆਫ ਅਪੀਲ, the appellate court shall have power to pass any decree and may make an order which ought to have been passed or made
to pass or make such further or other decree or order as the case may require, and this power may be exercised by the court of notwithstanding that appeal is as to part only of the decree and may be exercised in favor of all। ਇਹ ਡਿਗਰੀ ਜਿਹੜੀ ਪਾਸ ਕੀਤੀ ਜਾਂਦੀ ਹੈ, ਅਪੀਲ ਪਾਸ ਕੀਤੀ ਜਾਂਦੀ ਹੈ ਵੀ ਕਿਹੜੀ ਕਿਹੜੀ ਪਾਰਟੀਆਂ ਦੇ ਖਿਲਾਫ ਹੋਈ ਹੈ, ਕਿਹੜੇ ਕਿਹੜੇ ਰਿਸਪੋਂਡੈਂਟਾਂ ਦੇ ਖਿਲਾਫ ਹੋਈ ਹੈ, ਇਹ ਵਿੱਚ ਸਪੈਸੀਫਾਈ ਕੀਤਾ ਜਾਵੇਗਾ ਕਿਹੜੇ ਕਿਹੜੇ ਅਪੀਲ ਲੈਣ ਦੇ ਹੱਕ 'ਚ ਹੋਈ ਹੈ, ਕਿਹੜੇ ਕਿਹੜੇ ਰਿਸਪੋਂਡੈਂਟ ਦੇ ਖਿਲਾਫ ਹੋਈ ਹੈ। 34 ਚ ਹੈਗਾ ਡੀਸੈਂਟ ਟੂ ਬੀ ਰਿਕਾਰਡਡ, ਜਿੱਥੇ ਕਿਤੇ ਕੋਈ ਮਤਭੇਦ ਹੁੰਦੇ ਆ, ਜੇਕਰ ਜਿਹੜੀ ਅਪੀਲ ਹੈ ਇੱਥੇ 2 ਜਾਂ 3 ਜੱਜ ਹੁੰਦੇ ਆ, ਠੀਕ ਹੈ, ਉਹਨਾਂ ਵੱਲੋਂ ਕੋਈ ਪਾਸ ਕੀਤੀ ਜਾਂਦੀ ਹੈ ਡਿਗਰੀ, ਅਪੀਲ ਪਾਸ ਕੀਤੀ ਜਾਂਦੀ ਹੈ, ਜਿੱਥੇ ਕਿਤੇ ਜੱਜਾਂ 'ਚ ਆਪਸੀ ਕੋਈ ਮਤਭੇਦ ਆ ਜਾਂਦੇ ਆ ਉਹ ਵਿੱਚ ਸਪੈਸੀਫਾਈ ਕੀਤੇ ਜਾਣਗੇ। ਡੇਟ ਐਂਡ ਕੰਟੈਂਟਸ ਆਫ ਦਾ ਡਿਗਰੀ ਆਫ ਦਾ ਅਪੀਲ ਐਂਡ ਕੋਰਟ ਸ਼ੈਲ ਬੀ, ਡਿਗਰੀ ਦੀ ਡੇਟ ਹੁੰਦੀ ਆ, ਪਤੀ ਆਪਾਂ ਨੂੰ ਡੇਟ ਪਾਈ ਜਾਂਦੀ ਹੈ, ਜਜਮੈਂਟ ਤਰੀਕ ਪਾਈ ਜਾਂਦਾ, ਫੈਸਲਾ ਕਦੋਂ ਇੰਸਟੀਚਿਊਟ ਹੋਈ ਸੀ, ਕਦੋਂ ਫੈਸਲਾ ਹੋਇਆ ਸੀਗਾ, ਠੀਕ ਹੈ, ਕਦੋਂ ਇਹ ਪ੍ਰੋਨਾਂਸ ਕੀਤੀ ਗਈ ਹੈ। ਡਿਗਰੀ ਸ਼ੈਲ ਕੰਟੇਨ ਦਾ ਨੰਬਰ, ਅਪੀਲ, ਨੇਮ, ਪਾਰਟੀਆਂ ਦੇ ਨਾਮ, ਠੀਕ ਹੈ ਜੀ, ਮੋਹਰ ਕੋਰਟ ਦੀ ਵਗੈਰਾ ਸਾਰਾ ਕੁਝ ਇਹਦੇ 'ਚ ਜਿਹੜਾ ਦਰਜ ਕੀਤਾ ਜਾਂਦਾ ਹੈ, ਠੀਕ ਹੈ ਜੀ। ਇਹਦੇ ਨਾਲ ਜਿਹੜੀ ਤੁਹਾਡੀ ਹੈਗੀ ਹੈ ਇਹ ਸਰਟੀਫਾਈ ਕਾਪੀ ਆਫ ਦਾ ਡਿਗਰੀ ਟੂ ਬੀ ਸੈਂਟ ਟੂ ਦਾ ਕੋਰਟ, ਜਿਹੜੀ ਕੋਰਟ ਨੇ ਇਹ ਜਿਹੜਾ ਫੈਸਲਾ ਕੀਤਾ ਸੀ ਪਹਿਲਾਂ, ਉਸ ਕੋਰਟ ਨੂੰ ਵੀ ਤੇ ਕੰਸਰਨ ਪਾਰਟੀ ਨੂੰ ਵੀ ਡਿਗਰੀ ਦੀ ਇੱਕ ਕਾਪੀ ਦਿੱਤੀ ਜਾਂਦੀ ਹੈ, ਉੱਥੇ ਵੀ ਕਾਪੀ ਭੇਜੀ ਜਾਂਦੀ ਹੈ ਜਿਹੜੀ ਕੋਰਟ ਨੇ ਫੈਸਲਾ ਕੀਤਾ ਸੀਗਾ। ਜੇ ਕੋਈ ਜੱਜ ਇਸ ਡਿਗਰੀ ਦੇ ਖਿਲਾਫ ਹੁੰਦਾ ਹੈ, ਮੰਨ ਲਓ ਜਿਹੜਾ 3 ਜੱਜਾਂ ਨੇ ਕੋਈ ਡਿਗਰੀ ਕੀਤੀ ਹੈ, ਉਹਦੇ ਵਿੱਚ ਜਿਹੜਾ ਜੱਜ ਹੈਗਾ ਜਿਹੜਾ ਐਗਰੀ ਨਹੀਂ ਹੈਗਾ ਤਾਂ ਉਹ ਸਾਈਨ ਨਹੀਂ ਕਰਦਾ ਹੈਗਾ ਇਸ ਅਪੀਲ ਦੇ ਉੱਪਰ। ਇਹਦੇ ਨਾਲ ਜਿਹੜਾ ਤੁਹਾਡਾ ਹੈਗਾ ਇਹ ਜਿਹੜੀ CPC ਹੈ ਇਹ ਖਤਮ ਹੋ ਜਾਂਦੀ ਹੈ। ਇਹਦਾ ਤੁਹਾਡੇ ਕੋਲ ਹੁਣ ਆਪਣਾ ਰਹਿ ਗਿਆ ਇਸ ਚੈਪਟਰ ਪੇਪਰ ਨੰਬਰ 6 ਦਾ ਇੱਕ ਪਾਰਟ ਰਹਿ ਗਿਆ ਆਪਣਾ ਐਵੀਡੈਂਸ ਐਕਟ, ਠੀਕ ਹੈ। ਇਸ ਤੋਂ ਬਾਅਦ ਜਿਹੜਾ ਆਪਾਂ ਜਦੋਂ ਪੇਪਰ ਨੰਬਰ 6 ਪੜਾਂਗੇ ਤਾਂ ਐਵੀਡੈਂਸ ਐਕਟ ਪੜਾਂਗੇ। ਅੱਜ ਦਾ ਜਿਹੜਾ ਲੈਕਚਰ ਖਤਮ ਹੋਣ ਤੋਂ ਪਹਿਲਾਂ ਕੋਈ ਕੁਐਸਚਨ ਕਰ ਸਕਦਾ ਹੈ ਜੀ? ਕੱਲ ਮੰਡੇ ਸਾਡਾ ਜਿਹੜਾ ਪੇਪਰ ਹੈਗਾ ਪੇਪਰ ਨੰਬਰ 5, ਕੱਲ ਅਸੀਂ ਇਸੇ ਟਾਈਮ ਜਿਹੜਾ ਪੇਪਰ ਨੰਬਰ 5 ਪੜਾਂਗੇ ਜੀ। ਸਰ ਜਿਹੜਾ ਰਹਿਣ ਫੱਕ ਕੀਤਾ ਜਾਂਦਾ STM ਰਾਈ, ਯਾਰ ਇਹਦੇ ਨਾਲ ਕੀ ਰੈਲੀਵੈਂਟ ਹੈ? ਰਹਿਣ ਫਾਕੀ ਦਾ ਸੂਟ ਫਾਰ ਰਿਡੈਂਪਸ਼ਨ ਫਾਈਲ ਕੀਤਾ ਜਾਂਦਾ ਹੈ, ਸੂਟ ਫਾਰ ਰਿਡੈਂਪਸ਼ਨ। ਸਰ ਜਿਹੜਾ ਜਿਵੇਂ ਕਿ ਜਦੋਂ ਕੋਈ ਰਹਿਣ ਦੇ ਜਦੋਂ ਕੋਈ ਬੰਦਾ ਪੇਮੈਂਟ ਸਰ ਉਹ ਕਿਹੜੇ ਆਰਡਰ 'ਚ ਆਉਂਦਾ? ਉਹ ਕਿਹੜੇ ਆਰਡਰ 'ਚ ਆਉਂਦਾ? ਉਹ ਕਿਹੜੇ ਆਰਡਰ 'ਚ ਆਉਂਦਾ? ਰਿਡੈਂਪਸ਼ਨ ਇਹ ਜਿਹੜੇ ਪੈਸੇ ਜਮ੍ਹਾਂ ਕਰਵਾ ਕੇ ਫੱਕ ਕਰਦੇ ਆ ਜੀ, ਉਹ CPC 'ਚ ਨਹੀਂ ਆਉਂਦਾ, ਉਹ ਤਾਂ ਰੈਵਨਿਊ ਕੋਰਟ 'ਚ ਆਉਂਦਾ ਹੈ, ਲੈਂਡ ਰੈਵਨਿਊ ਐਕਟ 'ਚ ਆਉਂਦਾ ਸ਼ਾਇਦ, ਜਾਂ ਫਿਰ ਉਹ ਆਪਣਾ ਟੈਨੈਂਸੀ ਐਕਟ 'ਚ ਆ ਜਾਂਦਾ ਹੈ, ਟੈਨੈਂਸੀ ਐਕਟ 'ਚ ਆਉਂਦਾ ਹੈ ਰਿਡੈਂਪਸ਼ਨ, ਸੂਟ ਫਾਈਲ ਫਾਰ ਦਾ ਰਿਡੈਂਪਸ਼ਨ। ਜਦੋਂ ਕੋਈ ਬੰਦਾ ਗਹਿਣੇ ਦੀ ਜਿਹੜੀ ਪੇਮੈਂਟ ਹੈ ਨਹੀਂ ਲੈਂਦਾ ਹੈਗਾ ਜਾਂ ਬੰਦਾ ਨਹੀਂ ਮਿਲਦਾ ਹੈਗਾ ਵੀ ਪੇਮੈਂਟ ਕਿਹਨੂੰ ਦਿੱਤੀ ਜਾਵੇ ਗਹਿਣੇ ਦੀ, ਤਾਂ ਸੂਟ ਫਾਰ ਰਿਡੈਂਪਸ਼ਨ ਫਾਈਲ ਕੀਤਾ ਜਾਂਦਾ ਕੋਰਟ ਦੇ ਵਿੱਚ। ਆਪਾਂ ਪੜ੍ਹਾਇਆ ਸੀਗਾ, ਉਹ CPC 'ਚ ਨਹੀਂ ਆਉਂਦਾ, ਉਹ ਰੈਵਨਿਊ ਕੋਰਟ 'ਚ ਜਾਂਦਾ ਹੈ। SDM ਕੋਲ ਅਥਾਰਟੀ ਹੁੰਦੀ ਹੈ ਸੂਟ ਫਾਰ ਰਿਡੈਂਪਸ਼ਨ ਫਾਈਲ ਕਰਨ ਦੀ। ਪਰ ਸਰ ਉਹਦੇ ਆਰਡਰਾਂ ਉੱਤੇ ਦੀਵਾਨੀ ਕੇਸ ਲਿਖਿਆ ਹੁੰਦਾ ਜੀ। ਕਿੱਥੇ ਲਿਖਿਆ ਹੁੰਦਾ ਦੀਵਾਨੀ ਕੇਸ? ਜਿਹੜੇ SDM ਵੱਲੋਂ ਆਏ ਹੁੰਦੇ ਆਰਡਰ ਜੀ। ਨਹੀਂ, ਕੀ SDM ਵੱਲੋਂ ਆਰਡਰ ਹੈ? SDM ਦੀ ਕੋਰਟ ਦਾ ਆਰਡਰ ਹੁੰਦਾ ਹੋਣਾ, ਫਿਰ ਦੀਵਾਨੀ ਕੇਸ ਕਿਵੇਂ ਹੋ ਗਿਆ? ਜੋ SDM ਨੇ ਆਰਡਰ ਸੁਣਾਇਆ ਤਾਂ ਰੈਵਨਿਊ ਕੋਰਟ ਨੇ ਆਰਡਰ ਸੁਣਾਇਆ, ਦੀਵਾਨੀ ਕਿਵੇਂ ਹੋਇਆ? ਸਰ ਜਿਸ ਤਰ੍ਹਾਂ ਜਿਹੜਾ ਫੱਕ ਦਾ ਆ ਜੀ, ਕੋਈ ਪੈਸੇ ਦਾ ਲੈਣ ਦੇਣ ਨਹੀਂ ਕਰਦਾ ਫੱਕ ਨੂੰ ਰਹਿਣ ਦਾ। ਹਾਂ ਠੀਕ ਹੈ, ਮੈਂ ਸਮਝਿਆ ਤੁਹਾਡੀ ਗੱਲ। ਇਸ ਨੂੰ ਸੂਟ ਫਾਰ ਰਿਡੈਂਪਸ਼ਨ ਕਹਿੰਦੇ ਆ, ਸੂਟ ਫਾਰ ਰਿਡੈਂਪਸ਼ਨ ਕਹਿੰਦੇ ਆ। ਮੈਂ ਪੜ੍ਹਾਇਆ ਵੀ ਸੀਗਾ, ਇਹ ਲੈਂਡ ਰੈਵਨਿਊ ਐਕਟ ਵਿੱਚ ਵੀ ਆਉਂਦਾ ਹੈ ਤੇ ਇਹ ਆਪਣਾ ਟੈਨੈਂਸੀ ਐਕਟ ਦੇ ਵਿੱਚ ਵੀ ਆਉਂਦਾ ਹੈ। ਜਦੋਂ ਕੋਈ ਗਹਿਣੇ ਦੀ ਰਕਮ ਨਾ ਲਵੇ, ਵਿਅਕਤੀ ਜਿਹੜਾ ਮੁਰਤਨ ਹੁੰਦਾ ਹੈ ਜਾਂ ਰਾਹਨ ਜਿਹੜਾ ਹੁੰਦਾ ਹੈ, ਜਦੋਂ ਰਾਹਨ ਪੇਮੈਂਟ ਅਦਾ ਕਰਨੀ ਚਾਹੁੰਦਾ ਹੋਵੇ ਮੁਰਤਨ ਨੂੰ, ਪਰ ਮੁਰਤਨ ਪੈਸੇ ਨਾ ਲਵੇ, ਜਾਂ ਮੁਰਤਨ ਲੱਭੇ ਨਾ ਕਿਤੇ ਵੀ ਮੁਰਤਨ ਹੈ ਕਿੱਥੇ ਹੈ, ਕੌਣ ਹੈ ਮੁਰਤਨ, ਕਿੱਥੇ ਹੈ ਕਿੱਥੇ ਨਹੀਂ, ਤਾਂ ਜਿਹੜਾ ਇਹ ਦਾਅਵਾ ਦਾਇਰ ਕੀਤਾ ਜਾਂਦਾ ਹੈ SDM ਦੀ ਕੋਰਟ 'ਚ ਦਾਇਰ ਕੀਤਾ ਜਾਂਦਾ ਹੈ। ਸੂਟ ਫਾਰ ਰਿਡੈਂਪਸ਼ਨ ਕਹਿੰਦੇ ਆ ਇਸ ਨੂੰ ਆਪਾਂ, ਪੱਕ ਕਰਾਉਣ ਦੇ ਲਈ ਜ਼ਮੀਨ। ਸਿਵਲ ਕੋਰਟ 'ਚ ਨਹੀਂ ਜਾਂਦਾ, ਇਹ ਰੈਵਨਿਊ ਕੋਰਟ 'ਚ ਜਾਂਦਾ ਹੈ। ਠੀਕ ਹੈ ਜੀ। ਹਾਂ। ਸਰ ਜੀ ਪੈਸੇ ਵੀ ਉਹ ਕਰ ਹਾਂਜੀ
ਹਾਂਜੀ ਗਰਾਣਾ ਸਾਹਿਬ ਬੋਲੋ ਪਹਿਲਾਂ ਤੁਸੀਂ। ਇਹ ਤੁਸੀਂ ਬੋਲੋ। ਮੈਂ ਕਿਹਾ ਵੈਸੇ ਵੀ ਜਿਹੜੀ ਰੈਵਨਿਊ ਕੋਰਟ ਫੈਸਲਾ ਕਰਦੀ ਨਾ ਕੁਐਸੀ ਜੁਡੀਸ਼ੀਅਲ ਹੁੰਦਾ ਇੰਤਕਾਲ ਦੇ ਸੰਬੰਧ ਵਿੱਚ, ਇਦਾਂ ਦਾ ਕੋਈ ਜੁਡੀਸ਼ੀਅਲ ਸ਼ਬਦ ਲਿਖਿਆ ਹੋਣਾ, ਰੈਫਰੈਂਸ ਨਹੀਂ ਪਾਇਆ ਹੋਣਾ ਸੀਪੀਸੀ ਦਾ ਕੋਈ ਵੀ। ਸੀਪੀਸੀ 'ਚ ਇਦਾਂ ਦੀ ਕੋਈ ਗੱਲ ਨਹੀਂ। ਆਰਡਰ ਦੀ ਕਾਪੀ ਤੁਹਾਡੇ ਕੋਲ ਹੈਗੀ ਹੈ, ਸੈਂਡ ਕਰ ਦਿਓ, ਦੇਖ ਲਾਂਗੇ ਕੀ ਗੱਲ ਹੈ। ਤੁਹਾਡੇ ਸਰ ਕੋਲ ਜੇ ਜੇ ਆਰਡਰ ਦੀ ਕਾਪੀ ਹੈਗੀ ਹੈ ਨਾ ਜੀ, ਉਹ ਸੈਂਡ ਕਰ ਦਿਓ। ਜਿਹੜਾ ਰਕਬਾ ਫੱਕ ਹੋਇਆ ਤੇ ਉਹਦੇ ਮਾਲਕਾਂ ਦਾ ਸਾਂਝਾ ਹੋਵੇ ਤੇ ਇਕੱਲੇ ਬੰਦੇ ਨੂੰ ਦਖਲ ਦਿੱਤਾ ਜਾ ਸਕਦਾ। ਕਿਵੇਂ ਕਿਵੇਂ? ਸਰ ਜਿਹੜਾ ਰਕਬਾ ਐਸਡੀਐਮ ਵੱਲੋਂ ਬਹੁਤੇ ਮਾਲਕਾਂ ਦਾ ਫੱਕ ਹੋਇਆ ਹੋਵੇ, ਸਾਂਝੇ ਮਾਲਕ ਹੋਣ ਜੀ, ਤੇ ਕੇਸ ਇੱਕ ਬੰਦੇ ਨੇ ਫਾਈਲ ਕੀਤਾ ਹੋਵੇ ਤੇ ਉਹ ਸਾਰੇ ਕਬਜ਼ੇ ਜੇ ਕੋਈ ਆਰਡਰ ਨੂੰ ਐਗਜ਼ੀਕਿਊਟ ਕਰੋਗੇ ਤਾਂ ਫਿਰ ਤਾਂ ਆਰਡਰ ਦਾ ਇਕੱਠੇ ਹੀ ਐਗਜ਼ੀਕਿਊਸ਼ਨ ਹੋਏਗੀ ਨਾ ਆਰਡਰ ਦੀ। ਹਾਂ, ਇਕੱਲੇ ਨੂੰ ਤਾਂ ਨਹੀਂ ਨਾ ਕਬਜ਼ਾ ਦਿੱਤਾ ਇਕੱਲੇ ਨੂੰ ਕਿਵੇਂ ਕਰੋਗੇ ਤੁਸੀਂ ਆਰਡਰ ਦੀ ਐਗਜ਼ੀਕਿਊਸ਼ਨ ਦਾ? ਪੂਰੇ ਆਰਡਰ ਕਿੰਨੀ ਵਾਰੀ ਐਗਜ਼ੀਕਿਊਸ਼ਨ ਕਰ ਦੋਗੇ ਆਰਡਰ ਦੀ ਕਿਸੇ ਦੀ? ਰਿਡੈਂਪਸ਼ਨ ਤਾਂ ਯਾਰ ਫੁੱਲ ਹੋਣੀ ਆ ਗ੍ਰਾਂਟ ਸਾਹਿਬ, ਜਿੰਨੇ ਪੈਸੇ ਲਏ ਉਹਨੇ ਜਮ੍ਹਾਂ ਹੋਣੇ, ਚਾਹੇ ਆਪਣੇ ਰਸੀਦ ਲੈ ਲੈ ਬੰਦਾ, ਚਾਹੇ ਐਸਡੀਐਮ ਦੀ ਕੋਰਟ ਜਮ੍ਹਾਂ, ਖਜ਼ਾਨੇ 'ਚ ਪੂਰੇ ਪੈਸੇ ਜਮ੍ਹਾਂ ਹੋਣ। ਸਰ ਪੈਸੇ ਤੇ ਜਮ੍ਹਾਂ ਹੋ ਗਏ, ਮੈਂ ਗੱਲ ਕਰ ਰਿਹਾ ਵੀ ਜੇ ਜੁਆਇੰਟ ਉਹਨਾਂ ਦੇ ਪਾਰਸ਼ਲੀ ਤੁਸੀਂ ਬੇਨਤੀ ਕੀਤੀ ਆ ਵੀ ਜੇ ਪੈਸੇ ਪੂਰੇ ਜਮ੍ਹਾਂ ਹੋ ਗਏ ਤਾਂ ਫਿਰ ਐਕਸ਼ਨ ਵੀ ਪੂਰੇ ਤੇ ਹੋਣਾ, ਐਗਜ਼ੀਕਿਊਸ਼ਨ ਵੀ ਪੂਰੀ ਹੋਣੀ। ਨਹੀਂ, ਪਰ ਇਕੱਲੇ ਨੂੰ ਤਾਂ ਨਹੀਂ ਨਾ ਪੋਜੀਸ਼ਨ ਦਿੱਤਾ ਜਾ ਸਕਦਾ ਜੀ। ਨਹੀਂ, ਕੇਸ ਇਕੱਲੇ ਬੰਦੇ ਵੱਲੋਂ ਫਾਈਲ ਹੋਇਆ ਜੁਆਇੰਟ ਜੇ ਇਕੱਲੇ ਬੰਦੇ ਵੱਲੋਂ ਪਾਸ ਹੋਇਆ ਕੇਸ, ਇਕੱਲੇ ਬੰਦੇ ਵੱਲੋਂ ਫਾਈਲ ਹੋਇਆ, ਫਿਰ ਦੇ ਸਕਦੇ ਹਾਂ ਅਸੀਂ ਇਕੱਲੇ ਬੰਦੇ ਨੂੰ। ਜੇ ਸੁਣਦੇ ਇਕੱਲੇ ਬੰਦੇ ਨੇ ਫਾਈਲ ਕੀਤਾ ਹੈ। ਸਰ ਕੋਚ ਯਾਰ ਲਿਆਓ, ਕਬਜ਼ਾ ਨਹੀਂ ਸਰ ਮਿਲਣਾ ਇਕੱਲੇ, ਕਬਜ਼ਾ ਤਾਂ ਸਾਰਿਆਂ ਦਾ ਸਾਰਿਆਂ ਦਾ ਨਾ ਕਰਨਾ। ਨਹੀਂ, ਤੁਸੀਂ ਉਹਦੇ ਵਿੱਚ ਉਹ ਕਰ ਦੋ ਨਾ, ਫਿਰ ਤੁਸੀਂ ਜਿਹੜਾ ਦੂਜਾ ਦਾਵਾ ਆਪਣਾ ਕਬਜ਼ਾ ਹੁੰਦਾ ਹੈ। ਸਰ ਕੋਚ ਯਾਰ ਦੇ ਹੱਕ ਜੀ ਫੱਕ ਹੋਣਾ ਮੇਰੇ ਦੇ ਮੁਤਾਬਕ। ਕਬਜ਼ਾ ਕਿਹਦੇ ਕੋਲੇ ਹੈ? ਕਬਜ਼ਾ ਸਾਂਝਾ ਹੈ ਜੀ ਉੱਥੇ। ਨਹੀਂ, ਮੁਰਤਨ ਦਾ ਕਬਜ਼ਾ ਹੈ। ਨਹੀਂ ਜੀ, ਨਹੀਂ ਮੁਰਤਨ ਦਾ ਨਹੀਂ, ਜਿਹੜੇ ਮਾਲਕ ਆ ਉਹ ਵਿੱਚ ਹੀ ਮੁਰਤਨ ਆ, ਦੇ ਵਿੱਚ ਹੀ ਮਾਲਕ ਨੇ। ਓਕੇ, ਉਹ ਸਾਂਝਾ ਹੀ ਹੈ ਜੀ ਉਹਨਾਂ ਦਾ। ਉਹ ਤੁਸੀਂ ਆਰਡਰ ਦੀ ਕਾਪੀ ਦਿਖਾ ਦਿਓ ਜੀ, ਫਿਰ ਦੇਖ ਲਾਂਗੇ ਕੀ ਹੋ ਸਕਦਾ ਹੈ। ਕੇਸ ਟੂ ਕੇਸ ਵੇਰੀ ਕਰਦੇ ਹਰ ਚੀਜ਼, ਕੇਸ ਟੂ ਕੇਸ ਵੇਰੀ ਕਰਦਾ ਹੈ ਹਰ ਆਰਡਰ। ਸਰ ਕਬਜ਼ਾ ਦਾ ਸਾਰਿਆਂ ਨੂੰ ਆਰਡਰ ਦੇ ਵਿੱਚ ਤਾਂ ਸਾਰਿਆਂ ਨੂੰ ਦਿੱਤਾ ਜਾਊਗਾ, ਜਿੰਨੇ ਵੀ ਕੋਸ਼ਰ। ਐਕਚੁਅਲੀ ਹੁਣ ਕਿੰਨੀ ਵਾਰੀ ਤੁਸੀਂ ਕਿਸੇ ਆਰਡਰ ਨੂੰ ਕਿੰਨੇ ਵਾਰੀ ਐਗਜ਼ੀਕਿਊਟ ਕਰੋਗੇ? ਅੱਜ ਇੱਕ ਬੰਦਾ ਆ ਗਿਆ, ਕੱਲ ਨੂੰ ਦੂਜਾ ਆ ਗਿਆ, ਪਰਸੋਂ ਚੌਥਾ, ਤੀਜਾ, ਚੌਥਾ, ਪੰਜਵਾਂ ਆ ਗਿਆ, ਨਹੀਂ ਫਿਰ ਆਏਗਾ ਹੀ ਨਹੀਂ। ਹਾਂਜੀ, ਐਗਜ਼ੀਕਿਊਸ਼ਨ ਵਨਸ ਟਾਈਮ ਹੈ ਹੋਣੀ ਆ ਸਰ। Execution- ਗੱਲ ਹੈ ਵੀ ਜੇ ਉਹਨਾਂ ਨੂੰ ਕੋਈ ਡਿਸਪਿਊਟ ਹੋਊਗਾ ਬਾਅਦ ਚ ਉਹ ਕਲੇਮ ਕਰ ਲੈਣ ਪਾਰਟੀਸ਼ਨ ਦਾ ਆਪਸ ਵਿੱਚ, ਜੇ ਉਹਨਾਂ ਨੂੰ ਲੱਗਦਾ ਵੀ ਮੇਰਾ ਘੱਟ ਵੱਧ ਕਬਜ਼ਾ ਆ ਕੋਈ ਸ਼ੇਅਰਰ ਨੂੰ, ਤਾਂ ਉਹ ਬਾਅਦ ਚ ਕਰ ਲੈਣ। ਇੱਕ ਰਿਡੈਂਪਸ਼ਨ ਤਾਂ ਵਨਸ ਟਾਈਮ ਹੈ ਹੋਣੀ, ਇੰਤਕਾਲ ਜਿਹੜਾ ਫਰਕ ਦਾ ਇੱਕ ਵਾਰ ਚੜਨਾ। ਤੇ ਬਾਕੀ ਸਾਰਾ ਕੋਚ ਇਹਨਾਂ ਦੇ ਹਿੱਸਿਆਂ ਜੀ ਹੋਣਾ ਨਾ ਜੀ। ਹਾਂਜੀ ਬਿਲਕੁਲ ਜੀ। ਹਾਂ ਠੀਕ ਹੈ ਜੀ, ਇਹੀ ਪੁਆਇੰਟ ਹੈ ਮੇਰਾ ਜਿਹੜਾ ਤੁਸੀਂ ਫਾਲੋ ਕਰ ਰਹੇ ਭਾਈ। ਉਹ ਕਿਸੇ ਬੰਦੇ ਨੂੰ ਨਹੀਂ ਆਪਾਂ ਪੋਜੀਸ਼ਨ ਦੇ ਸਕਦੇ, ਉਹ ਕੋਚ ਇਹਨਾਂ ਨੇ ਕਰ ਰਹਿਣਾ ਹੈ। ਉਸ ਆਰਡਰ ਨੂੰ ਜਾਣਾ ਜੀ, ਸਾਰਿਆਂ ਦਾ ਨਾਮ ਲਿਖਿਆ ਜਾਣਾ ਵਿੱਚ। ਐਗਜ਼ੀਕਿਊਸ਼ਨ ਤਾਂ ਐਗਜ਼ੀਕਿਊਸ਼ਨ ਇੱਕੋ ਵਾਰੀ ਕਰਾਂਗੇ ਜੀ ਸਾਰੀ। ਹਾਂਜੀ ਹਾਂਜੀ, ਠੀਕ ਹੈ ਜੀ। ਥੈਂਕ ਯੂ ਸਰ। ਕਲਾਸ ਇਜ਼ ਓਵਰ। ਥੈਂਕ ਯੂ ਜੀ। ਕੱਲ ਅਸੀਂ ਪੜਾਂਗੇ ਪੇਪਰ ਨੰਬਰ 5। ਕਲਾਸ ਇਜ਼ ਓਵਰ, ਥੈਂਕ ਯੂ ਵੈਰੀ ਮਚ। क्वेश्चन मेरा है, हेलो सर, सीपीसी से किसी को है नहीं किताब, पंजाबी से है नहीं किसी पब्लिश। हेलो, हाँ जी, हाँ जी, पंजाबी ਚ ਹੈਗੀ ਉਹ ਕਿਹੜੀ ਪਬਲਿਸ਼ਰ ਦੀ ਹਮਾਰਾ ਦੱਸੋ। ਪਟਿਆਲਾ ਪਕੜੋ, ਮੋਹਨ ਸਿੰਘ ਪਟਿਆਲੇ ਵਾਲੀ ਗੱਲ। ਅੱਛਾ, ਪਟਿਆਲਾ ਨਾਮ ਹੁੰਦੀ ਹੈਗੀ ਭਾਜੀ। ਨਹੀਂ ਜੀ, ਪਟਿਆਲਾ ਨਾ ਉੱਥੇ ਤਾਂ ਡਿਗਲ ਆਊਟ ਹੈ। ਉਹ ਡਿਗਲ ਆਊਟ ਤੇ ਨਾ ਪੰਜਾਬੀ ਕੀਤੀ ਹੋਈ ਜਿਹੜੀ ਉਸ ਵਾਲੀ ਕੀਤੀ ਹੋਈ ਆ। ਹੋਰ ਕਿਹੜੀ ਕਿਤਾਬ ਲੱਗੀ? ਆਪਾਂ ਹੈਗੀ ਹੈ ਐਮਾਜ਼ਨ ਮੋਹਨ ਸਿੰਘ ਦੀ ਬੁੱਕ ਹੈ ਜੀ। ਮੈਂ ਗਰੁੱਪ 'ਚ ਫੋਟੋ ਪਾ ਦਾਂ ਜੀ ਤੇ ਤੁਹਾਨੂੰ ਪਤਾ ਦੂੰਗਾ ਨਾ ਗਰੁੱਪ 'ਚ ਪਾ ਦਿਓ। ਠੀਕ ਹੈ ਜੀ, ਠੀਕ ਹੈ। ਇਹਦੇ 'ਚ ਪੰਜਾਬੀ ਠੀਕ ਲਿਖੀ ਹੈ, ਇਹਦੇ 'ਚ ਮੇਰੇ ਕੋਲ ਪਟਿਆਲੇ ਵਾਲੀ ਵੀ ਹੈਗੀ। ਉਹ ਪਟਿਆਲੇ ਵਾਲੀ 'ਚ ਨਾ ਜਿਹੜੇ ਆਪਾਂ ਗੂਗਲ 'ਚ ਪਾ ਦਿੰਦੇ ਹਾਂ ਪੰਜਾਬੀ ਬਣਦੇ, ਉਹ ਹੋਰ ਹੀ ਕੁਝ ਬਣ ਜਾਂਦਾ ਯਾਰ। हाँ हाँ, तो बहुत कुछ नहीं। पेपर नंबर 5 ਦੀ ਗੱਲ ਕਰ ਰਹੇ ਹਾਂ। ਚਲੋ ਜੀ, ਗਰੁੱਪ ਵਿੱਚ ਪਾ ਦਿਓ। ਚਲੋ।